ਤੇ ਜੋ ਪਾਈਏ ਅਤਾਪ ਨਾਥ, ਤਾਪਨਾ ਅਨੇਕ ਤਨ ਘਾਇਲ ਸਹਿਤ ਹੈ। ਹੁਣ ਜਿਹੜੇ ਤਪ ਕਰਦੇ ਨੇ, ਜਪ ਕਰਦੇ ਨੇ, ਪਹਿਲਾਂ ਤਾਂ ਉਦਾਂ ਹੀ ਲੈ ਲੈ ਨਾ, ਜਿਹੜੇ ਥੱਲੇ ਦੀ ਕੈਟਾਗਰੀ ਦੇ ਲੋਕ ਨੇ, ਪਿੱਛੇ ਪਿੱਛੇ ਉਹ ਲਏ ਨੇ ਜਿਹੜੇ ਥੱਲੇ ਦੀ ਕੈਟਾਗਰੀ ਦੇ ਨੇ। ਹੁਣ ਜਿਹੜੇ ਵਾਕਿਆ ਹੀ ਧਰਮ ਕਰਦੇ ਨੇ ਸੀਰੀਅਸਲੀ, ਜਿਨ੍ਹਾਂ ਨੂੰ ਲੋਕ ਧਾਰਮਿਕ ਆਦਮੀ ਮੰਨਦੇ ਵੀ ਨੇ, ਉਹਨਾਂ ਦੀ ਗੱਲ ਸ਼ੁਰੂ ਕਰ ਲਈ। ਕਹਿੰਦਾ ਜੇ ਤਾਪ ਸਹੇ ਤੇ ਤਪ ਕਰੇ ਤੇ, ਸ਼ਿਵ ਜੀ ਤਪ ਕਰਦਾ ਨਾ, ਸਰੀਰ ਨੂੰ ਦੁੱਖ ਦਿੱਤੇ, ਤਾਪ ਦਾ ਮਤਲਬ ਸਰੀਰ ਨੂੰ ਦੁੱਖ ਦੇਣਾ, ਕਸ਼ਟ ਦੇਣਾ ਸਰੀਰ ਨੂੰ। ਜੇ ਅਤਾਪ ਨਾਥ ਪਾ ਲਈਏ, ਅਤਾਪ ਹੈ ਉਹਨੂੰ ਕੋਈ ਕਸ਼ਟ ਹੈ ਨਹੀਂ, ਪਾਉਣਾ ਅਤਾਪ ਨੂੰ ਹੈ। ਤੁਸੀਂ ਤਪਦੇ ਹੋ, ਤਪਦੇ ਕਰਦੇ ਹੋ। ਜੇ ਉਹ ਅਤਾਪ ਹੈ, ਅਤਾਪ ਹੈ ਬਣਨਾ ਪਊ ਤੁਹਾਨੂੰ। ਉਹ ਤਾਂ ਤਿੰਨੇ ਤਾਪ ਨਿਵਾਰਨਹਾਰ ਹੈ, ਤੁਸੀਂ ਤਾਪ ਚੜਾਉਂਦੇ ਹੋ ਸਮਾਂ। ਇਹਦੇ ਨਾਲ ਤੁਸੀਂ ਉਹਦੇ ਨਾਲ ਨੇੜੇ ਨਹੀਂ ਜਾ ਸਕੋਗੇ, ਦੂਰ ਹੀ ਰਹੋਗੇ। ਜੈਸਾ ਹੁੰਦਾ ਹਰ ਤੈਸਾ ਹਰ ਜਨ ਨੂੰ ਬਣਨਾ ਪੈਂਦਾ, ਜੇ ਉਹਦੇ ਨਾਲ ਉਹਦੇ ਵਰਗਾ ਹੋਣਾ ਹੋਵੇ। ਇਸ ਕਰਕੇ ਤਾਪ ਤਪਣ ਦੀ ਲੋੜ ਨਹੀਂ ਹੈ, ਕਿਉਂਕਿ ਅਤਾਪ ਨੂੰ ਪਾਉਣਾ। ਸਗੋਂ ਜਿਹੜੇ ਦੁੱਖ ਤਕਲੀਫਾਂ ਨੇ, ਇਹਨਾਂ ਨੂੰ ਭੁੱਲਣ ਦੀ ਲੋੜ ਹੈ। ਦੁੱਖ ਸੰਸਾਰੀਆਂ ਨੂੰ ਸਮ ਕਰਕੇ ਜਾਣਨ ਦੀ ਲੋੜ ਹੈ, ਸਰੀਰ ਨੂੰ ਦੁੱਖ ਦੇਣ ਦੀ ਲੋੜ ਨਹੀਂ। ਜੇ ਕੁਦਰਤੀ ਤੌਰ ਤੇ ਦੁੱਖ ਜਿਹੜੇ ਆਉਂਦੇ ਨੇ, ਆਉਣੇ ਹੀ ਨੇ, ਹਿੱਸੇ ਬਹਿੰਦੇ। ਸੰਸਾਰ 'ਚ ਰਹਾਂਗੇ, ਦੁੱਖ ਤਕਲੀਫਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਮੌਸਮ ਬਦਲਦੇ ਰਹਿਣਗੇ। ਉਹਨਾਂ ਦੁੱਖ ਤਕਲੀਫਾਂ ਨੂੰ ਭਾਣਾ ਮੰਨ ਕੇ ਬਰਦਾਸ਼ਤ ਕਰਨਾ, ਬਸ ਅਤਾਪ ਹੋ ਗਿਆ। ਉਹ ਦੁੱਖ ਤਕਲੀਫਾਂ ਕਿਉਂ ਆਉਂਦੀਆਂ ਨੇ, ਸਵਾਲ ਇਹ ਹੁਣ ਉਹ ਟੈਸਟ ਹੈ ਕਿ ਦੁੱਖ ਤਕਲੀਫਾਂ 'ਚ ਅਤਾਪ ਰਹਿੰਦੇ ਨੇ, ਇਹ ਮੇਰੇ ਵਰਗੇ ਰਹਿੰਦੇ ਨੇ। ਜੇ ਤਾਂ ਅਤਾਪ ਰਹਿ ਗਏ, ਦੁੱਖ ਤਕਲੀਫਾਂ ਦੇ ਵਿੱਚ ਅਤਾਪ ਰਹਿ ਗਿਆ, ਫਿਰ ਤਾਂ ਅਤਾਪ ਨਾਲ ਗਿਆ ਮਿਲ। ਅਤਾਪ ਨਾਥ ਹੈ ਨਾ ਉਹਦਾ ਨਾਮ। ਅਤਾਪ ਨਾਥ ਵਰਗਾ ਹੀ ਸੁਭਾਅ ਰੱਖਿਆ ਇਹਨੇ ਆਪਣਾ, ਅਡੋਲ ਸੁਭਾਅ। ਅਤਾਪ ਨਾਥ ਦਾ ਮਤਲਬ ਅਡੋਲ, ਦੁੱਖ ਤਕਲੀਫਾਂ ਦੇ ਵਿੱਚ ਅਡੋਲ ਰਿਹਾ, ਫਿਰ ਤਾਂ ਠੀਕ ਪਾਸ ਹੋ ਜਾਊਗਾ। ਜੇ ਡੋਲ ਗਿਆ ਫਿਰ ਨਹੀਂ ਪਾਸ ਹੁੰਦਾ। ਤਾਪ ਸਹਿਣ, ਹੋਰ ਤਾਪ ਤਾਂ ਜਿਹੜਾ ਉਹ ਤਾਪ ਦੇ ਰਿਹਾ ਨਾ, ਜਿੰਨੀ ਉਹ ਕਸ਼ਟ ਦੇ ਰਿਹਾ ਕੁਦਰਤ ਵੱਲੋਂ ਮਿਲ ਰਿਹਾ, ਉਹੀ ਬਥੇਰਾ। ਨਵੇਂ ਕਸ਼ਟ ਦੀ ਲੋੜ ਨਹੀਂ ਹੈ। ਨਵਾਂ ਕਸ਼ਟ ਆਪਣੇ ਆਪ ਨੂੰ ਦੇਖ ਕੇ ਇਹ ਗੱਲ ਕਰਨੀ, ਇਹ ਮਨ ਮੁਕਤ ਹੈ, ਇਹ ਮਨ ਮੁਕਤ ਹੈ। ਉਹ ਜੋ ਦੇ ਰਿਹਾ ਹੈ ਪਰਚੇ 'ਚ, ਟੈਸਟ ਉਸੇ ਦਾ ਦੇਣਾ। ਤੁਸੀਂ ਜੋ ਪਰਚੇ 'ਚ ਲਿਖਿਆ ਹੈ, ਆਪਣੇ ਕੋਲੋਂ ਫਾਲਤੂ ਨਹੀਂ ਲਿਖਣਾ ਵੀ ਮੈਨੂੰ ਆਹ ਵੀ ਆਉਂਦਾ, ਆਹ ਵੀ ਆਉਂਦਾ, ਆਹ ਵੀ ਆਉਂਦਾ। ਉਹਦਾ ਨਹੀਂ ਕੁਛ ਮਿਲਦਾ ਹੁੰਦਾ। ਹਾਂਜੀ, ਤਾਪਨਾ ਅਨੇਕ ਤਨ ਘਾਇਲ ਸਹਿਤ ਹੈ। ਜਿਹੜੇ ਘਾਇਲ ਹੋ ਜਾਂਦੇ ਨੇ ਆਦਮੀ ਕਿਸੇ ਵਜ੍ਹਾ ਨਾਲ, ਚਾਹੇ ਐਕਸੀਡੈਂਟ 'ਚ ਘਾਇਲ ਹੋ ਜਾਏ, ਚਾਹੇ ਜੰਗ 'ਚ ਘਾਇਲ ਹੋ ਜਾਏ, ਸਮਝੇ ਜੀ, ਉਹ ਵੀ ਬਥੇਰਾ ਦੁੱਖ ਦਾ ਸਹਿ ਲੈਂਦੇ ਨੇ। ਆਖਰ ਤਕਲੀਫ ਸਹਿਦੇ ਹੀ ਨੇ ਲੋਕ। ਬਿਮਾਰ ਵੀ ਹੋ ਜਾਂਦੇ ਨੇ, ਆਪਰੇਸ਼ਨ ਵੀ ਕਰਾਉਣੇ ਪੈ ਜਾਂਦੇ ਨੇ, ਦੁੱਖ ਬਰਦਾਸ਼ਤ ਕਰਦੇ ਹੀ ਨੇ ਉਹ ਸਾਰੇ। ਤਾਂ ਫਿਰ ਉਹਨਾਂ ਨੂੰ ਵੀ ਪਰਮੇਸ਼ਰ ਨੇ ਜਿਵੇਂ ਭਗਤੀ ਹੋ ਜਾਵੇ, ਤਾਂ ਇਹ ਸਮਝ ਲਾਵੇ ਇਹ ਭਗਤੀ ਹੈ। ਵੀ ਜਿਹੜਾ ਐਕਸੀਡੈਂਟ ਹੋ ਗਿਆ, ਚੱਲ ਤੇਰੀ ਵੀ ਭਗਤੀ ਹੋ ਗਈ, ਵਧੀਆ। ਇਹ ਨਹੀਂ ਸਿੱਖੇਗਾ, ਇਹ ਰੱਦ ਕਰਤਾ ਹੈ ਕਹਿ ਕੇ। ਘਾਇਲ ਆਦਮੀ ਸਹਿੰਦੇ ਨੇ ਸਾਰੇ ਦੁੱਖ, ਤਾਂ ਉਹ ਵੀ ਸਹਿ ਲੈਂਦੇ ਨੇ। ਫਿਰ ਤੁਹਾਡਾ ਦੁੱਖ ਸਹਿਣਾ ਕੋਈ ਭਗਤੀ ਵਾਲੀ ਗੱਲ ਨਹੀਂ ਹੈ। ਜਾਪ ਕੇ ਕੀਏ ਤੇ ਜੋ ਪੈ ਪਾਈਤ ਅਜਾਪ ਦੇਵ। ਜਾਪ ਕਰਦੇ ਹੋ ਫਿਰ ਦੂਏ ਤੁਸੀਂ, ਜਿਵੇਂ ਜਪਦੇ ਨੇ ਮਾਲਾ ਫੜ ਕੇ, ਉਹ ਅਜਾਪ ਹੈ, ਜਪਣ ਦੇ ਹੀ ਪਰੇ ਹੈ। ਜਪਣਾ ਹੁੰਦਾ ਸਮਝਣਾ, ਅਸਲ ਵਿੱਚ ਉਹਨੂੰ ਸਮਝ ਨਹੀਂ ਸਕਦੇ, ਸਮਝਣ ਦੇ ਵੀ ਪਰੇ। ਅਜਾਪ ਹੈ ਉਹ, ਇਸ ਕਰਕੇ ਅਜਬਾ ਜਾਪ ਹੈ ਉਹਦਾ। ਇਹੋ ਜਿਹਾ ਜਾਪ ਨਹੀਂ ਜਾਇਦਾ ਸੰਸਾਰ 'ਚ। ਇਹੀ ਦਰਸ਼ਨ ਸੁਣੋ, ਮੈਂ ਕਿਹਾ ਸੀ ਵੀ ਉਹ ਤਾਂ ਅਜਬਾ ਜਾਪ ਹੈ। ਤੂੰ ਜਪ ਕਿਹੜਾ ਕਰਦਾ ਮਾਲਾ ਨਾਲ? ਤਾਂ ਹੀ ਪਸੀਨਾ ਆਇਆ ਸੀ ਉਹਨੂੰ।
ਉਹ ਜਪਾ ਜਾਪ ਕਿਥੋਂ ਤਾਂ ਕਹਿੰਦੇ ਹੋ ਤੁਸੀਂ, ਉਹ ਜਪਾ ਜਾਪ ਹੈ ਥਪਾ ਥਪ ਹੈ। ਤੂੰ ਖੜਾ ਫੜੀ ਫਿਰਦਾ, ਧੋਤੀ ਟਿੱਕਾ ਕਿੱਥੇ ਭੁੱਲਿਆ? ਜਿੱਥੇ ਮਾਲਾ ਆਈ ਆ ਧੋਤੀ ਟਿੱਕਾ ਨਾਲ ਹੈ, ਉਹ ਕਿੱਥੇ ਛੱਡਿਆ ਆ? ਧੋਤੀ ਟਿੱਕਾ ਨਾਲ ਚਾਹੀਦਾ ਸੀ ਮਾਲਾ ਦੇ, ਜਿੱਥੇ ਧੋਤੀ ਟਿੱਕਾ ਨਾਲ ਮਾਲਾ ਹੈ, ਧੋਤੀ ਟਿੱਕਾ ਨਾਲ ਚਾਹੀਦਾ ਮਾਲਾ ਤੇ, ਧੋਤੀ ਟਿੱਕਾ ਮਾਲਾ ਬਾਣਾ ਨਾਲ ਇਕੱਠੇ ਨੇ ਤੈਨੂੰ। ਧੋਤੀ ਟਿੱਕਾ ਛੱਡਦਾ ਮਾਲਾ ਲੈ ਲਈ। ਇਹ ਨਾ ਰਹੇ ਸਿੱਖ, ਨਾ ਰਹੇ ਪੰਡਤ, ਕੁਛ ਵੀ ਨਾ ਰਹੇ, ਇਹ ਹੋ ਗਏ ਮਨੁੱਖ ਸਾਰੇ। ਕਿਉਂਕਿ ਬਾਣਾ ਹੈ ਧੋਤੀ ਟਿੱਕਾ ਮਾਲਾ ਬਾਣਾ, ਔਰ ਉਹਨਾਂ ਨੇ ਫਿਰ ਕੀਤਾ ਲੋਕਾਂ ਨਾਮ ਖਿਲਾਉਣਾ ਜਾਣਾ, ਖਿਲਾਉਣਾ ਹੀ ਸਮਝੇ ਫਿਰ ਰਾਮ ਨੂੰ। ਉਹਨਾਂ ਨੇ ਮੂਰਤੀ ਰਹਿ ਕੇ ਖੇਲਦੇ ਰਹਿੰਦੇ, ਮਨ ਪਰਚਾਵਾ ਜਿਹਾ ਕਰ ਲਿਆ, ਫਿਰ ਚਲੇ ਗਏ, ਸ਼ਾਮ ਨੂੰ ਫਿਰ ਕਰ ਲਿਆ ਕਿ ਸੁਬਾਹ ਸ਼ਾਮ ਮਨ ਪਰਚਾਵਾ ਜਿਵੇਂ ਨਿਆਣੇ ਖੇਲਦੇ ਨੇ ਐ ਖੇਲ ਲੈਂਦੇ। ਪੂਦਨਾ ਪੂਦਨਾ ਸਦੀਪ ਤੁਹੀ ਉਚਰਤ ਹੈ। ਪੂਦਨਾ ਹੁੰਦਾ ਇੱਕ ਪੰਛੀ ਛੋਟਾ ਜਿਹਾ, ਉਹਦੀ ਆਵਾਜ਼ ਇਹੋ ਜਿਹੀ ਹੈ ਜਿਵੇਂ ਘੁੱਗੀ ਬੋਲਦੀ ਹੈ ਨਾ, ਉਹ ਐਂ ਲੱਗਦੀ ਹੈ ਤੂੰ ਦਾਤਾ ਤੂੰ ਦਾਤਾ ਤੂੰ, ਐਂ ਕਹਿੰਦੀ ਹੈ, ਪਰ ਕਹਿੰਦੀ ਤਾਂ ਉਹ ਆਪਣੀ ਬੋਲੀ ਉਹਦੀ ਇਹੋ ਜਿਹੀ ਹੈ। ਇਵੇਂ ਇੱਕ ਪੂਦਨਾ ਹੁੰਦਾ ਜਾਨਵਰ, ਉਹ ਜਾਂ ਬੋਲਦਾ ਤੂੰ ਦੀ ਆਵਾਜ਼ ਆਉਂਦੀ ਹੈ, ਤੂੰ ਹੀ ਕਹਿੰਦਾ ਪੂਦਨਾ, ਫਿਰ ਤੂੰ ਹੀ ਕਰਦਾ। ਹੱਡ ਨੂੰ ਵੀ ਇਹੀ ਕਿਹਾ ਹੈ, ਹੱਡ ਲੱਕੜ ਦੇ ਹੁੰਦੇ ਸੀ, ਅੱਜ ਉਹ ਤਾਂ ਚੀ ਕਰਦੇ ਹੁੰਦੇ ਸੀ ਹੱਡ ਤਾਂ। ਉਹ ਕਹਿੰਦੇ ਤੂੰ ਕਰਦਾ ਹੈ, ਹਰ ਹੱਡ ਵੀ ਤੂੰ ਕਰੇ, ਬੋਲੇ ਭਲੀ ਬਾਣ। ਇਸ ਕਰਕੇ ਇਹਨਾਂ ਲੋਕਾਂ ਨੂੰ ਉਹਨਾਂ ਚੀਜ਼ਾਂ ਦੇ ਬਰਾਬਰ ਸਮਝਿਆ ਹੋਇਆ ਜਿਹੜੇ ਇਦਾਂ ਕਰਦੇ ਨੇ। ਵਿਸ਼ਾ ਸੀ ਗਿਆਨ ਦਾ, ਲੈ ਲਿਆ ਅਗਿਆਨਤਾ ਨਾਲ, ਗਿਆਨ ਦੇ ਵਿਸ਼ੇ ਨੂੰ ਅਗਿਆਨਤਾ ਨਾਲ ਹੱਲ ਕਰਨਾ ਚਾਹੁੰਦੇ ਨੇ। ਗਿਆਨ ਦੇ ਵਿਸ਼ੇ ਨੂੰ ਅਗਿਆਨਤਾ ਨਾਲ ਹੱਲ ਕਰਨਾ ਚਾਹੁੰਦੇ ਨੇ। ਕਿਵੇਂ ਹੱਲ ਹੋ ਜਾਊਗਾ? ਅਗਿਆਨਤਾ ਨਾਲ। ਵਾਲਾ ਫੇਰ ਨਹੀਂ ਅਗਿਆਨਤਾ ਹੈ, ਰਟਣ ਯੋਗ ਤਪ ਕਰਨਾ ਅਗਿਆਨਤਾ ਹੈ, ਸਭ ਅਗਿਆਨਤਾ ਹੈ। ਉਹ ਉੱਥੇ ਆਇਆ ਨਾ ਗਿਆਨ ਕੇ ਵਿਹੀਨ, ਪਿੱਛੇ ਸਭ ਗਿਆਨ ਤੋਂ ਬਿਨਾਂ ਗਿਆਨਹੀਨ ਅਗਿਆਨ ਪੂਜਾ, ਇਹ ਸਭ ਕੁਝ ਅਗਿਆਨਤਾ ਵਿੱਚ ਕਰ ਰਹੇ ਨੇ। ਨਭ ਕੇ ਉਡੇ ਤੇ ਜੋ ਪੈ ਨਰਾਇਣ ਪਾਇਤ। ਜੇ ਆਕਾਸ਼ ਚ ਉੜਨ ਤੇ ਨਾਰਾਇਣ ਦੀ ਪ੍ਰਾਪਤੀ ਹੋ ਜਾਂਦੀ ਹੋਵੇ ਤਾਂ ਜਿਹੜੇ ਪੰਛੀ ਨੇ, ਅਨਲ ਆਕਾਸ਼ ਪੰਛੀ ਡੋਲਵੇ ਕਰਤ ਹੈ। ਆਕਾਸ਼ ਦੇ ਵਿੱਚ ਪੰਛੀ ਡੋਲਦੇ ਹੀ ਫਿਰਦੇ ਨੇ। ਇਹੋ ਜਿਹੇ ਪੰਛੀ ਨੇ ਜਿਹੜੇ ਹਮੇਸ਼ਾ ਆਕਾਸ਼ 'ਚ ਉੜਦੇ ਰਹਿੰਦੇ ਨੇ ਬਹੁਤ ਚਿਰ। ਤਾਂ ਇਹਨਾਂ ਦੀ ਪਹਿਲਾਂ ਮੁਕਤੀ ਹੋਣੀ ਚਾਹੀਦੀ ਆਦਮੀ ਨੂੰ, ਇਹ ਵੀ ਰੱਦ ਕਰਤੀ। ਇਹ ਸਭ ਅਗਿਆਨਤਾ ਦੀਆਂ ਪੂਜਾ ਨੇ। ਆਗ ਮੈਂ ਜਰੇ ਤੇ ਗਤ ਰਾਂਡ ਕੀ ਪਰਤ ਕਰ, ਪਤਾਲ ਕੇ ਬਾਸੀ ਜੂ ਭੁਜੰਗ ਨਾ ਤਰਤ ਹੈ। ਉਹ ਕਹਿੰਦੇ ਨੇ ਜੇ ਔਰਤ ਵਿਧਵਾ ਹੋ ਜਵੇ ਤਾਂ ਉਹਨੂੰ ਦੂਸਰਾ ਵਿਆਹ ਨਹੀਂ ਉਹਦਾ ਹੋਣਾ ਚਾਹੀਦਾ, ਤਾਂ ਕਿ ਉਹ ਵਿਜੋਗ ਦੇ ਵਿੱਚ ਰਹੇ। ਉਹਦਾ ਤਪ ਹੈ। ਕਹਿੰਦੇ ਜੇ ਇੱਕ ਔਰਤ ਵਿਧਵਾ ਹੋ ਜਵੇ, ਉਹਨੂੰ ਇਦਾਂ ਹੀ ਤੁਸੀਂ ਸਾੜਨਾ ਬਿਰਾਂ ਦੀ ਅੱਗ ਦੇ ਵਿੱਚ, ਉਹਦੀ ਜ਼ਿੰਦਗੀ। ਤਾਂ ਸੱਪ ਜਿਹੜੇ 6-6 ਮਹੀਨੇ ਪਏ ਰਹਿੰਦੇ ਨੇ ਉਹਦੇ ਵਿੱਚ ਧਰਤੀ 'ਚ ਭੁੱਖੇ, ਉਹਨਾਂ ਦੀ ਗਤੀ ਪਹਿਲਾਂ ਹੋਣੀ ਚਾਹੀਦੀ ਹੈ। ਇਹ ਗੱਲ ਗਲਤ ਹੈ ਵੀ ਉਹਨੂੰ ਕੋਈ ਪ੍ਰਾਪਤੀ ਹੁੰਦੀ ਹੈ, ਉਹਦੇ ਨਾਲ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ। ਹਾਂ, ਤੁਸੀਂ ਧੱਕਾ ਕੀਤਾ ਹੋਇਆ, ਕਰਦੇ ਰਹੋ। ਉਹ ਵੀ ਮਜਬੂਰੀ ਨੂੰ ਵੀ ਸੱਪ ਡਰਦਾ ਵੀ ਬਾਹਰ ਆਊਗਾ ਕੋਈ ਮਾਰ ਦੂਗਾ। ਸੱਪ ਦੀ ਵੀ ਮਜਬੂਰੀ ਹੈ, ਥੱਲੇ ਪਿਆ ਤੇ ਉਹਦੀ ਵੀ ਮਜਬੂਰੀ ਹੈ। ਥੱਲੇ ਜ਼ਮੀਨ ਹੈ, ਜ਼ਮੀਨ ਦੇ ਗਰਮੀ 'ਚ ਪਿਆ, ਭੁੱਖ ਖਾ ਰਹੀ ਹੈ ਉਹਨੂੰ ਭੁੱਖ। ਸੱਪ ਦੇ ਅੰਦਰ ਅੱਗ ਬਹੁਤ ਹੁੰਦੀ ਹੈ, ਭੁੱਖ ਬਹੁਤ ਹੁੰਦੀ ਹੈ, ਲੇਕਿਨ ਮਜਬੂਰੀ ਹੈ ਥੱਲੇ। ਸਿਆਲ ਦੇ ਮਹੀਨੇ ਬਾਹਰ ਨਿਕਲ ਨਹੀਂ ਸਕਦਾ। ਕਉ ਭਇਓ ਮੁੰਡਿਆ ਸੰਨਿਆਸੀ, ਕਉ ਜੋਗੀ ਭਇਓ। ਕਉ ਭਇਓ ਮੁੰਡਿਆ, ਕੋਈ ਮੁੰਡਿਆ ਹੋ ਗਿਆ ਸੰਨਿਆਸੀ, ਕਉ ਜੋਗੀ ਭਇਓ। ਕੋਈ ਜੋਗੀ ਹੋ ਗਿਆ, ਜੋਗ ਧਾਰਨ ਕਰ ਲਿਆ ਉਹਨੇ, ਜਟਾਂ ਰਖਾ ਲੀਆਂ। ਇਹ ਦੂਏ ਜਿਹੜੇ ਹੁੰਦੇ ਨੇ ਸੰਨਿਆਸੀ, ਇੱਕੋ ਦੂਏ ਇਹਨਾਂ ਦੇ ਹੁੰਦੇ ਨੇ
ਆਪਣੇ ਬੋਧੀਆਂ ਦੇ ਉਹ ਤਾਂ ਜਿਹੜਾ ਥੱਲੇ ਵਾਲ ਪੁੱਟ ਦਿੰਦੇ ਨੇ, ਕੋਈ ਸਿਰ ਬਣਾ ਲੈਂਦਾ, ਕੋਈ ਲੰਬੀਆਂ ਜਟਾ ਕਰਾ ਲੈਂਦਾ, ਜੋਗੀ ਪਿਓ। ਕਉ ਬ੍ਰਹਮਚਾਰੀ ਕਉ ਜੋਤੀ ਜਤੀ ਅਨੁਮਾਨਵੋ। ਕੋਈ ਬ੍ਰਹਮਚਾਰੀ ਨੇ, ਬ੍ਰਹਮਚਾਰੀ ਔਰ ਜਤੀ 'ਚ ਫਰਕ ਹੈ। ਬ੍ਰਹਮਚਾਰੀ ਕਿਸੇ ਖਾਸ ਉਮਰ ਤੱਕ ਹੁੰਦੇ ਸੀ ਅੱਗੇ, ਜੋ 25 ਸਾਲ ਤੱਕ ਬ੍ਰਹਮਚਾਰੀ ਆਸ਼ਰਮ, 25 ਸਾਲ ਤੋਂ ਬਾਅਦ ਗ੍ਰਸਥ ਆਸ਼ਰਮ, ਉਹ ਕਿਸੇ ਖਾਸ ਉਮਰ ਤੱਕ ਨੇ। ਜਤੀ ਜਿਹੜਾ ਹੈਗਾ ਸਾਰੀ ਜ਼ਿੰਦਗੀ ਵਾਸਤੇ। ਦੋ ਕੈਟਾਗਰੀ ਉਹਨਾਂ ਦੇ ਨਾਂ ਤਾਂ ਹੀ ਅੱਡ ਅੱਡ ਨੇ ਦੋਹਾਂ ਦੇ। ਜਤੀ ਔਰ ਬ੍ਰਹਮਚਾਰੀ ਦੇ ਨਾਂ ਅੱਡ ਅੱਡ ਤਾਂ ਹੀ ਨੇ। ਜਤੀ ਤਾਂ ਜ਼ਿੰਦਗੀ ਵਾਸਤੇ ਹੈ, ਬ੍ਰਹਮਚਾਰੀ ਕਿਸੇ ਖਾਸ ਅਵਧੀ ਵਾਸਤੇ ਹੈ, ਟਾਈਮ ਵਾਸਤੇ ਹੈ, ਟਾਈਮ ਲਈ ਹੈ। ਹਿੰਦੂ ਤੁਰਕ ਕਉ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਇੱਕ ਪਹਿਚਾਨ। ਕੋਈ ਹਿੰਦੂ ਹੈ, ਕੋਈ ਤੁਰਕ ਹੈ, ਤੁਰਕ ਮੁਸਲਮਾਨ ਹੈ, ਰਾਫਸੀ ਹੈ, ਰਾਫਜੀ ਇਹ ਇਮਾਮ ਹੈ, ਸਾਫੀ ਸਾਫੀ। ਸਾਫੀ ਸੁੰਨੀ ਜਿਹੜੇ ਹੁੰਦੇ, ਇੱਕ ਸ਼ੀਆ ਮੁਸਲਮਾਨ ਨੇ, ਇੱਕ ਸੁੰਨੀ ਨੇ। ਸਾਫੀ ਸ਼ੀਆ ਨੂੰ ਕਹਿੰਦੇ ਨੇ, ਇਮਾਮ ਦੋਹਾਂ ਦੇ ਵਿੱਚ ਹੁੰਦੇ ਨੇ, ਇੱਕ ਸੁੰਨੀ ਹੈ, ਇੱਕ ਸ਼ੀਆ ਮੁਸਲਮਾਨ ਹੈ। ਹਿੰਦੂ ਤੁਰਕ ਕਉ ਰਾਫਜੀ ਇਮਾਮ ਸਾਫੀ। ਰਾਫਜੀ ਇਮਾਮ, ਰਾਫਜੀ ਮਤਲਬ ਹੈਗਾ ਕੋਈ, ਉਹ ਤਾਂ ਹੈਗਾ ਸੁੰਨੀਆਂ ਦਾ। ਸਾਫੀ ਜਿਹੜਾ ਹੈਗਾ ਉਹ ਜਿਹੜੇ ਸ਼ੀਆ ਮੁਸਲਮਾਨ ਨੇ ਉਹਨਾਂ ਦਾ ਇਮਾਮ। ਉਹ ਵੀ ਦੋ ਸਮਝਦੇ ਨੇ ਆਪਣੇ ਆਪ ਨੂੰ, ਅੱਡ ਅੱਡ ਵੱਖਰੇ ਸਮਝਦੇ ਨੇ ਉਹ ਇੱਕ ਦੂਏ ਨੂੰ, ਚਾਹੇ ਦੋਵੇਂ ਮੁਸਲਮਾਨ ਨੇ। ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨਵੋ। ਮਾਨਸ ਦੀ ਜਾਤ ਇੱਕੋ ਹੀ ਪਛਾਣਨੀ, ਇੱਕੋ ਮੰਨ ਕੇ ਚੱਲਣੀ ਚਾਹੀਦੀ ਹੈ। ਦੋਏ ਇੱਕੋ ਹੀ ਨੇ ਸਾਡੇ ਵਾਸਤੇ। ਯਾਨੀ ਪਰਮੇਸ਼ਰ ਦੀ ਨਿਗਾਹ ਦੇ ਦਰਬਾਰ ਜਦੋਂ ਸਾਰੇ ਇੱਕੋ ਹੀ ਨੇ, ਚਾਹੇ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਚਾਹੇ ਈਸਾਈ ਹੈ, ਚਾਹੇ ਉਹ ਰਾਫੀ ਹੈ, ਚਾਹੇ ਸੁੰਨੀ ਹੈ, ਚਾਹੇ ਸ਼ੀਆ ਮੁਸਲਮਾਨ, ਇੱਕੋ ਹੀ ਨੇ, ਕੋਈ ਫਰਕ ਨਹੀਂ ਹੈ। ਦਰਗਾਹ 'ਚ ਕੋਈ ਫਰਕ ਨਹੀਂ ਹੈ। ਇੱਥੇ ਜਿਹੜੇ ਫਰਕ ਅਸੀਂ ਸਮਝਦੇ ਹਾਂ ਪਏ, ਇਹ ਅਗਿਆਨਤਾ ਹੈ। ਸਾਡਾ ਫਰਕ ਸਮਝਣਾ ਅਗਿਆਨਤਾ ਹੈ। ਅਗਿਆਨਤਾ ਦੇ ਵਿੱਚ ਨਫ਼ਰਤ ਵੀ ਹੈ, ਨਫ਼ਰਤ ਵੀ ਅਗਿਆਨਤਾ ਕਰਕੇ ਹੀ ਹੈ। ਜਿਹੜੇ ਫਰਕ ਸਮਝਦੇ ਉੱਥੇ ਨਫ਼ਰਤ ਆ ਜਾਂਦੀ ਹੈ, ਨਫ਼ਰਤ ਅਗਿਆਨਤਾ। ਕਰਤਾ ਕਰੀਮ ਸੋਈ ਰਾਜ਼ਕ ਰਹੀਮ ਹੋਈ। ਕਰਤਾ ਜਿਹਨੂੰ ਅਸੀਂ ਕਹਿੰਦੇ ਆ ਜਾਂ ਕਰੀਮ ਮੁਸਲਮਾਨ ਕਹਿੰਦੇ ਨੇ, ਇੱਕੋ ਹੀ ਹੈ। ਅਸੀਂ ਕਰਤਾ ਕਹਿੰਦੇ ਆ, ਉਹ ਕਰੀਮ ਕਹਿੰਦੇ ਨੇ, ਇੱਕੋ ਹੀ ਹੈ। ਰਾਜ਼ਕ ਰਹੀਮ ਹੋਈ। ਰਾਜ਼ਕ ਰੋਜੀ ਦੇਣ ਵਾਲਾ, ਰਹੀਮ ਰਹਿਮ ਕਰਨ ਵਾਲਾ। ਉਸੇ ਦੇ ਇੱਕ ਦੇ ਹੀ ਨਾ ਉਹਨੇ ਚਾਰੇ ਗੱਲਾਂ, ਚਾਰੇ ਨਾਂ ਇੱਕ ਦੇ ਹੀ ਨੇ, ਇੱਕੋ ਹੀ ਹੈ। ਰਾਜਕਰ ਰਹੀਮ ਵੀ ਉਹੀ ਹੈ, ਕਰਤਾ ਕਰੀਮ ਵੀ ਉਹੀ ਹੈ। ਦੂਸਰੋਂ ਨਾ ਭੇਦ ਕੋਈ ਭੂਲ ਭ੍ਰਮ ਮਾਨਵੋ। ਦੂਸਰਾ ਕੋਈ ਨਹੀਂ ਹੈਗਾ ਇਹਨਾਂ ਦੇ ਵਿੱਚ। ਐਵੇਂ ਭਰਮ ਨਾ ਕਰ ਲਿਓ ਵੀ ਰਾਜਕ ਹੋਰ ਹੈ, ਰਹੀਮ ਹੋਰ ਹੈ, ਕਰਤਾ ਹੋਰ ਹੈ। ਭਰਮ 'ਚ ਨਾ ਪੈ ਜਾਓ ਦੂਸਰਾ ਮੰਨ ਕੇ। ਕੋਈ ਭੁੱਲ ਕਰਕੇ ਤਾਂ ਭਰਮ ਹੋ ਜਾਊਗਾ। ਜੇ ਭੁੱਲ ਕਰ ਲਈਏ ਤੁਸੀਂ ਦੂਸਰਾ ਮੰਨਣ ਦੀ, ਉਲਟੇ ਰਾਹ ਪੈ ਜਾਓਗੇ। ਫਿਰ ਉਲਟੇ ਰਾਹ ਪਏ ਹੋਏ ਨੇ ਸਾਰੇ, ਫਿਰ ਵੀ ਉਲਟੇ ਰਾਹ ਪਏ ਹੋਏ ਨੇ। ਹਾਂਜੀ। ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ। ਸਭ ਹੀ ਕੋ ਗੁਰਦੇਵ ਏਕ। ਏਕ ਹੀ ਕੀ ਸੇਵ। ਦੇਖੋ, ਗੁਰੂ ਨੇ ਇੱਕ ਕਿਹਾ, ਗੁਰਦੇਵ ਇੱਕ ਕਿਹਾ। ਗੁਰੂ ਦਾ ਸੰਬੰਧ ਆਦਮੀ ਨਾਲ ਜਿਹੜਾ ਜਨਮ ਲਿਆ ਹੋਇਆ ਜਿਹਦਾ, ਉਹਦੇ ਨਾਲ ਨਹੀਂ ਹੁੰਦਾ ਸਿੱਧਾ। ਗੁਰੂ ਦਾ ਸੰਬੰਧ ਗੁਰਦੇਵ ਨਾਲ ਹੁੰਦਾ। ਗੁਰਦੇਵ ਦਾ ਜਿਹੜਾ ਗੁਰਦੇਵ ਹੈ ਨਾ, ਗਾਂ ਗੁਰਦੇਵ ਦਾ ਬਾਪ ਤਾਂ ਹੈਗਾ ਗੁਰੂ। ਜਿਹੜਾ ਜੀਵਾਤਮਾ ਹੈ ਉਹਦਾ ਹੈਗਾ ਗੁਰਦੇਵ। ਜਦੋਂ ਅਸੀਂ ਬੋਲਾਂਗੇ ਜਿਹੜਾ ਦੇਹਧਾਰੀ ਹੈ ਉਹ ਗੁਰਦੇਵ ਕਹੂਗਾ, ਗੁਰਦੇਵ ਮਾਤਾ, ਗੁਰਦੇਵ ਪਿਤਾ। ਇਹਦੀ ਗੁਰਦੇਵ ਤੋਂ ਗਾਂ ਅਪਰੋਚ ਨਹੀਂ ਹੈ। ਨਾਮ ਮਿਲਣਾ ਗੁਰੂ ਕੋਲੋਂ, ਉਹ ਮਿਲਣਾ ਸਤਿਗੁਰੂ ਨੂੰ, ਗੁਰਦੇਵ ਨੂੰ। ਇਹਨੂੰ ਤਾਂ ਮਿਲਣਾ ਨਹੀਂ। ਇਸ ਕਰਕੇ ਬਾਬਾ ਵੀ ਲਫ਼ਜ਼ ਆਇਆ ਹੋਇਆ ਜੀਵ ਵਾਸਤੇ। ਗੁਰੂ ਬਾਪ ਨਹੀਂ ਹੈ, ਗੁਰੂ ਬਾਬਾ ਹੈ ਉਹਦਾ। ਵਿਚਾਲੇ ਗੁਰਦੇਵ ਬੈਠਾ, ਉਹਦਾ ਬਾਪ ਵਿਚਾਲੇ ਬੈਠਾ ਹੈ। ਗੁਰੂ ਦਾ ਸੰਬੰਧ ਨਹੀਂ ਸਾਡੇ ਨਾਲ। ਗੁਰੂ ਸਿਰਫ ਸ਼ਬਦ ਹੈ।
ਸੱਚਖੰਡ ਕੋਈ ਗੁਰੂ ਨਹੀਂ ਹੁੰਦਾ। ਸੱਚਖੰਡ ਸਾਰੇ ਬਰਾਬਰ ਨੇ, ਸਾਰੇ ਭਗਤ ਨੇ, ਕੋਈ ਕਿਸੇ ਦਾ ਗੁਰੂ ਨਹੀਂ। ਜਿਹੜਾ ਇੱਥੇ ਗੁਰੂ ਹੋਊ ਸੱਚਖੰਡ ਨਹੀਂ ਜਾ ਕੇ ਗੁਰੂ ਬਣੂ। ਸੱਚਖੰਡ 'ਚ ਉਹਦਾ ਬਿੱਲਾ ਗੁਰਿਆਈ ਦਾ ਕੋਈ ਲਾਹ ਨਹੀਂ ਲਊਗਾ। ਜੇ ਇੱਥੇ ਗੁਰਿਆਈ ਦਾ ਬਿੱਲਾ ਲੱਗਿਆ ਸੱਚਖੰਡ ਨਾਲੇ ਜਾਊਗਾ। ਜੋ ਇੱਥੇ ਦਾ ਸੀਟ ਹੈ ਨਾ ਉਹਦੀ, ਉਹੀ ਜਾ ਕੇ ਵੱਜੂਗਾ। ਜੇ ਇੱਥੇ ਦਾਸ ਹੈ ਤਾਂ ਕਹਾਂ ਜਾ ਕੇ ਦਾਸ ਹੀ ਵੱਜੂਗਾ। ਜੇ ਇੱਥੇ ਗੁਰੂ ਹੈ ਤਾਂ ਜਾ ਕੇ ਕਹਾਂ ਗੁਰੂ ਵੱਜੂਗਾ। ਤੇ ਗੁਰੂ ਜੇ ਕਹਾਂ ਚਲਿਆ ਗਿਆ, ਗੁਰੂ ਕਿਹਦਾ ਫਿਰ? ਉਹ ਭਗਤਾਂ ਦਾ ਗੁਰੂ ਹੈ। ਕਿਹਦਾ ਗੁਰੂ ਬਣੂ ਜਾ ਕੇ? ਜਨਤਾ ਤਾਂ ਇੱਥੇ ਬੈਠੀ ਹੈ ਸਾਰੀ। ਜਿਨ੍ਹਾਂ ਦਾ ਗੁਰੂ ਬਣਨਾ ਉਹ ਤਾਂ ਇੱਥੇ ਨੇ। ਇਸ ਕਰਕੇ ਗੁਰੂ ਇੱਥੇ ਹੀ ਰਹਿੰਦੇ ਨੇ। ਗੁਰੂ ਨਰਕ 'ਚ ਰਹਿੰਦੇ ਨੇ, ਉੱਥੇ ਨਹੀਂ ਗੁਰੂ ਕੋਈ ਹੁੰਦਾ। ਸੱਚਖੰਡ ਗੁਰੂ ਕੋਈ ਹੁੰਦਾ ਹੀ ਨਹੀਂ। ਇਹ ਜਿਹੜੇ ਗੁਰੂ ਬਣਦੇ ਨੇ ਯਾਰ, ਗੁਰੂ ਕਹਿੰਦੇ ਨਰਕੀ ਜੀਵ ਨੇ ਸਾਰੇ। ਭਾਵ ਸਾਗਰ 'ਚ ਰਹਿੰਦੇ ਹੁੰਦੇ ਨੇ ਗੁਰੂ। ਇਹ ਸੱਚਖੰਡ ਦਾ ਸਾਰੇ ਬਰਾਬਰ ਨੇ। ਉੱਥੇ ਨਾ ਕੋਈ ਦੋਵੇਂ ਨਾ ਸੋਏ। ਉਹਨਾਂ ਦਾ ਜਿਹੜਾ ਸਾਰਿਆਂ ਦਾ ਇਕੱਠਾ ਹੈ ਨਾ, ਇਕੱਠਾ ਫਰਮਾਨ ਦਰਗਾਹ ਦਾ, ਪਾਰਲੀਮੈਂਟ 'ਚੋਂ ਪਾਸ ਕਰਦੇ ਨੇ ਬੈਠ ਕੇ, ਉਹ ਗੁਰੂ ਹੈ। ਵਿਅਕਤੀ ਕੋਈ ਗੁਰੂ ਨਹੀਂ ਉੱਥੇ ਵੀ ਹੈ। ਉਹ ਫਰਮਾਨ ਸਾਰਿਆਂ ਦੇ ਲਾਗੂ ਉਹਨਾਂ ਤੇ। ਫਰਮਾਨ ਲਾਗੂ ਹੈ। ਉਹਦਾ ਸ਼ਬਦ ਹੈ, ਸ਼ਬਦ ਹੈ, ਸ਼ਬਦ ਗੁਰੂ ਹੈ। ਹੁਕਮ ਹੈ, ਹੁਕਮ ਗੁਰੂ ਹੈ। ਹੋਰ ਕੋਈ ਗੁਰੂ ਨਹੀਂ। ਪਰਸਨਲੀ ਕੋਈ ਵਿਅਕਤੀ ਗੁਰੂ ਨਹੀਂ। ਸਾਰਿਆਂ ਦੀ ਆਵਾਜ਼ ਗੁਰੂ ਹੈ। ਸਾਰਿਆਂ ਦੀ ਜੋ ਫਰਮਾਨ ਹੈ, ਹੁਕਮ ਹੈ, ਉਹ ਗੁਰੂ ਹੈ। ਉਹ ਸ਼ਕਤੀ ਸਾਰਿਆਂ ਦੀ ਇਕੱਠੀ ਹੈ। ਉੱਥੇ ਜੇ ਕੋਈ ਗੁਰੂ ਹੋਵੇ ਤਾਂ ਕਿਹਦਾ ਗੁਰੂ ਹੈ ਭਈ? ਉਹ ਉੱਥੇ ਗੁਰੂ ਕਿਹਦਾ? ਤਾਂ ਸਾਰੇ ਭਗਤ ਨੇ। ਸੱਚਖੰਡ ਦੇ ਵਿੱਚ ਤਿੱਥੇ ਭਗਤ ਬਸੇ ਤੇ ਲੋ, ਉੱਥੇ ਤਾਂ ਭਗਤ ਵਸਦੇ ਨੇ। ਸੱਚਖੰਡ ਦਾ ਨਿਰੰਕਾਰ ਵਸਦੇ ਨੇ ਸਾਰੇ। ਸਾਰੇ ਬਰਾਬਰ ਨੇ। ਸੱਚਖੰਡ ਦੋਵੇਂ ਸੋਮ ਨਹੀਂ ਕੋਈ ਹੁੰਦਾ। ਕਾਇਮ ਦਾਇਮ ਸਦਾ ਪਾਤਸ਼ਾਹੀ, ਸਦਾ ਪਾਤਸ਼ਾਹੀ ਕਾਇਮ। ਉੱਥੇ ਜੇ ਉੱਥੇ ਗੁਰੂ ਜਾਊਗਾ, ਨਾਨਕ ਜੇ ਵੱਡਾ ਉੱਥੇ ਜਾਊਗਾ ਤਾਂ ਨਾਨਕ ਕੀ ਵੱਡਾ ਹੋਊਗਾ ਫਿਰ? ਰਵਿਦਾਸ ਨੂੰ। ਰਵਿਦਾਸ ਭਗਤ ਹੈ, ਨਾਨਕ ਗੁਰੂ ਹੈ। ਕਹਾਂ ਜਾ ਕੇ ਵੱਡਾ ਛੋਟਾ ਹੋਊਗਾ? ਇਹਨਾਂ ਲੋਕਾਂ ਨੂੰ ਸਮਝ ਨਹੀਂ ਗਾਹਾਂ ਜਾਣ ਦੀ। ਗਾਹਾਂ ਦਾ ਨਹੀਂ ਇਹਨਾਂ ਨੂੰ ਪਤਾ ਵੀ ਗਾਹਾਂ ਵੀ ਜਾਣਾ ਕੋਈ ਗੱਲ ਹੈ। ਨਾ ਇਹ ਮੰਨਦੇ ਨੇ, ਨਾ ਇਹਨਾਂ ਨੂੰ ਲੋੜ ਹੈ, ਨਾ ਇਹਨਾਂ ਨੂੰ ਸਮਝ ਹੈ। ਇਹ ਤਾਂ ਐਵੇਂ ਝਗੜਾ ਕਰਨ ਵਾਲੇ ਨੇ, ਮੂਰਖ। ਇਹਨਾਂ ਨੂੰ ਧਰਮ ਬਾਰੇ ਕੀ ਪਤਾ? ਧਰਮ ਕੀ ਹੁੰਦਾ? ਇਹਨਾਂ ਨਾਲ ਧਰਮ ਤੇ ਲੈਣਾ ਵੀ ਕੀ ਹੈ? ਇਹਨਾਂ ਤਾਂ ਆਪਣੀਆਂ ਹੋਰੇ ਰੋਟੀਆਂ ਸੇਕਣੀਆਂ ਹੁੰਦੀਆਂ ਨੇ ਵਿਦਵਾਨਾਂ ਨੇ। ਕੋਈ ਨਾ ਕੋਈ ਝਗੜਾ ਖੜਾ ਕਰ ਲਿਆ, ਰੋਟੀਆਂ ਸੇਕੀ ਗਏ, ਬਿਆਨ ਦੇਈ ਗਏ ਅਖਬਾਰਾਂ 'ਚ। ਏਕ ਹੀ ਕੀ ਸੇਵ ਸਭ ਹੀ ਕੋ ਗੁਰਦੇਵ ਏਕ। ਸਭ ਹੀ ਕੋ ਗੁਰਦੇਵ ਏਕ। ਇੱਕ ਦੀ ਸੇਵ ਕਰਨੀ ਹੈ। ਉਹ ਕੌਣ ਹੈ? ਗੁਰਦੇਵ ਹੈ ਇੱਕ। ਅੰਤਰਾਤਮਾ ਦੀ ਆਵਾਜ਼ ਹੈ ਸਾਰਿਆਂ ਦੀ। ਉਹ ਵੀ ਆਵਾਜ਼ ਹੈ ਅਸਲ 'ਚ। ਗੁਰਦੇਵ ਵੀ ਆਵਾਜ਼ ਹੈ। ਉਹ ਅੰਤਰਾਤਮਾ ਦੀ ਆਵਾਜ਼ ਹੈ। ਅੰਤਰਾਤਮਾ ਆਪ ਨਹੀਂ ਬੋਲਦੀ, ਕਦੇ ਵੀ ਬੁਲਾਈ ਬੋਲਦੀ ਹੈ। ਉਹ ਹਮੇਸ਼ਾ ਬੁਲਾਇਆ ਬੋਲਦਾ, ਆਪ ਨਹੀਂ ਬੋਲਦਾ। ਆਪ ਬੋਲਦਾ ਮਨ ਹੈ ਮਾਇਆ 'ਚ ਜਿਹੜਾ ਹੈਗਾ। ਇਹ ਬੋਲਣ ਤੇ ਚੁੱਪ ਨਹੀਂ ਕਰਦਾ, ਉਹ ਬੋਲਦਾ ਨਹੀਂ ਹੈ। ਉਹ ਤਾਂ ਬੁਲਾਇਆ ਬੋਲਦਾ ਬਸ। ਉਹ ਗੁਰਦੇਵ ਹੈ। ਇੱਕੋ ਹੀ ਆ ਉਹ ਸਾਰਿਆਂ ਦਾ। ਸਭ ਹੀ ਕੋ ਗੁਰਦੇਵ ਏਕ। ਏਕ ਹੀ ਸਰੂਪ ਸਭ ਹੈ, ਇੱਕ ਹੈ ਜੋਤ ਜਾਣਵੋ। ਇੱਕੋ ਹੀ ਸਰੂਪ ਹੈ ਸਾਰਿਆਂ ਦਾ, ਜੋਤ। ਫਿਰ ਇੱਕੋ ਹੀ ਹੋ ਗਏ। ਦੋ ਅੱਡ ਅੱਡ ਕਿਵੇਂ ਹੋ ਗਏ? ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ। ਐਡਾ ਬੜਾ ਡਿਸਕਸ ਕਰਕੇ, ਜਿਵੇਂ ਕੋਈ ਕੇਸ ਡਿਸਕਸ ਕਰੀਦਾ, ਦੇਤਾ ਸਿੱਖਾਂ ਨੂੰ, ਸਿੱਖਾਂ ਨੇ ਫੇਰ ਨਹੀਂ ਮੰਨੀ। ਫੇਰ ਇਹ ਜੋ ਸਿੱਖ ਕੌਮ ਕਹੀ ਜਾਂਦੇ ਨੇ। ਕੌਮ ਕਿਹਦੀ ਹੈ? ਸਿੱਖ ਕੌਮ ਦੀ ਤਾਂ ਫੱਟੀ ਪੋਚੀ ਪਈ ਹੈ ਇੱਥੇ। ਕੌਮ ਆ ਮੂਰਖਾਂ ਦੀ। ਕੌਮ ਹੁੰਦੀ ਹੈ ਮੂਰਖਾਂ ਦੀ। ਉਹਨਾਂ ਨੇ ਜੋ ਗੱਲ ਕੀਤੀ ਸੀ ਨਾ, ਕੌਮ ਤੇ ਸੁਹਾਗਾ ਫੇਰਿਆ ਸੀ ਦੁਬਾਰਾ, ਕਿਉਂਕਿ ਇਹਨਾਂ ਨੇ ਕਰਨਾ ਰਾਜ। ਅਸਲ 'ਚ ਸੂਲ ਦਾ ਹੁੰਦਾ ਉਹ ਰਾਜ ਦਾ ਵੀ ਜੇ ਕੌਮ ਨਾ ਬਣਾਈ ਤਾਂ ਅਸੀਂ ਤਾਂ ਗਏ। ਤੁਸੀਂ ਜਾਓਗੇ, ਤੁਹਾਨੂੰ ਨਹੀਂ ਕੋਈ ਬਚਾ ਸਕਦਾ। ਹੁਣ ਜਿਹੜਾ ਆਪਣੇ ਗੁਰੂ ਨੂੰ ਛੱਡ ਜਾਵੇ ਉਹ ਜਾਊਗਾ ਹੀ। ਉਹਨੂੰ ਢੋਈ ਕਿੱਥੇ ਮਿਲਣੀ ਹੈ?
ਉਹਨੂੰ ਢੋਈ ਉਹਨੂੰ ਦਊ ਕੌਣ? ਤਾਂ ਗੁਰੂ ਨੂੰ ਛੱਡ ਕੇ ਤੁਸੀਂ ਤਾਂ ਆਪਣੇ ਨੂੰ, ਤੁਹਾਨੂੰ ਕੋਈ ਠਿਕਾਣਾ ਨਹੀਂ ਹੋਵੇਗਾ। ਜਿਹੜਾ ਗੁਰੂ ਨੂੰ ਛੱਡ ਜਾਂਦਾ ਉਹਦਾ ਠਿਕਾਣਾ ਕੋਈ ਨਹੀਂ ਹੁੰਦਾ। ਹਾਂ, ਸੰਗਤ ਨੂੰ ਪਤਾ ਨਹੀਂ ਸੀ, ਉਹਨਾਂ ਜੇ ਤੁਹਾਡੇ ਮਗਰ ਰਹੇ, ਤੁਸੀਂ ਬਥੇਰਾ ਕੁਝ ਕਰ ਲਿਆ, ਹੁਣ ਤੁਸੀਂ ਛੁੱਟੀ ਕਰੋ। ਉਹ ਛੁੱਟੀ ਕਰ ਦੂਗੀ ਸੰਗਤ ਇਹਨਾਂ ਦੀ, ਜੋ ਪਤਾ ਲੱਗੂਗਾ। ਰੌਲਾ ਦਾ ਰਹਿੰਦਾ ਪਿਆ ਤਾਂ ਪੜ੍ਹਨਗੇ, ਹੁਣ ਸਾਰੇ ਪੜ੍ਹਨਗੇ, ਸਮਝ ਆ ਜੂਗੀ, ਸਮਝ ਆ ਜੂ, ਇਹਨਾਂ ਦੀ ਫੱਟੀ ਆਪੇ ਪੁੱਜੂ। ਇਹ ਤਾਂ ਕਰਤਾ ਪੁਰਖ ਕਰ ਰਿਹਾ ਜੋ ਕੁਛ ਕਰ ਰਿਹਾ ਹੈ। ਜੇ ਰੌਲਾ ਪਾਇਆ ਕਿਹਨੇ ਪਾਇਆ? ਇਹ ਆਪ ਕੋਈ ਨਹੀਂ ਬੋਲਦਾ, ਇਹ ਵੀ ਬੁਲਾਏ ਬੋਲਦੇ ਨੇ ਸਾਰੇ ਖਸਮ ਦੇ। ਉਹ ਖਬਰਾਂ ਕਿਤੇ ਕੀ ਡੱਗਾ ਮਾਰ ਦਿੰਦਾ, ਇਹਨਾਂ ਨੂੰ ਬੋਲਣ ਵਾਲੇ ਨੂੰ ਕੋਈ ਨਹੀਂ ਪਤਾ। ਹੁਣ ਕੋਲ ਢੋਲ ਪਿਆ, ਡੱਮ ਪਿਆ, ਨਿਆਣਾ ਉਹ ਤਾਂ ਇੱਟ ਮਾਰ ਦੂ, ਉਹਨੇ ਬੋਲਣਾ ਹੀ ਆ ਵਿਚਾਰੇ ਨੇ। ਨਿਆਣੇ ਨੇ ਇੱਟ ਜਵਾਕ ਨੇ ਮਾਰਦੀ, ਉਹਨੇ ਬੋਲਣਾ ਹੀ। ਇਹਦੇ ਖਬਰਾਂ ਕੌਣ ਇੱਟ ਮਾਰਦਾ? ਜਿਹੜਾ ਦਰਸ਼ਨ ਦੇ ਬੋਲੀ ਜਾਂਦੇ, ਇਹਨੂੰ ਆਪ ਨਹੀਂ ਪਤਾ ਵੀ ਇੱਟ ਕੌਣ ਮਾਰਦਾ। ਇਹ ਤਾਂ ਕੋਈ ਇੱਟ ਮਰਾਉਂਦਾ ਗਿਆ ਤੇ ਤਾਂ ਬੋਲ ਪੈਂਦਾ। ਉਹ ਕਿਸੇ ਨੇ ਕਹਿੰਦੇ ਇੱਟ ਮਰਾ ਦਿੰਦਾ, ਬੋਲ ਪੈਂਦਾ, ਕਾਰਨ ਕਰ ਦਿੰਦਾ ਕੋਈ ਬੋਲਣ ਦਾ। ਹਾਂਜੀ, ਇੱਕ ਹੀ ਸਰੂਪ ਸਭ ਹੈ, ਇੱਕ ਹੈ ਜੋਤ ਜਾਣਵੋ। ਇੱਕੋ ਹੀ ਸਰੂਪ ਆ ਸਾਰਿਆਂ ਦਾ, ਇਸ ਕਰਕੇ ਜੋਤ ਵੀ ਇੱਕ ਹੈ। ਇਹਨਾਂ 'ਚ ਕੋਈ ਭਰਮ ਭੇਦ ਜਿਹੜਾ ਮੰਨਣ ਵਾਲਾ ਮੂਰਖ ਹੈ। ਭਰਮ ਭੇਦ ਨਹੀਂ ਮੰਨਣਾ ਚਾਹੀਦਾ ਬਿਲਕੁਲ ਵੀ। ਦੇਹਰਾ ਮਸੀਤ ਸੋਈ, ਪੂਜਾ ਔਰ ਨਿਵਾਜ ਹੋਈ। ਦਿਉਰਾ ਵੀ ਉਹੀ ਹੈ, ਇੱਟਾਂ ਦਾ ਬਣਿਆ ਹੈ। ਸ਼ਕਲ ਹੈ ਕਹੇ ਜੀ, ਹੁਣ ਘਰ ਹੈ, ਕੋਠੀ ਕੋਈ ਕਹੇ ਜੀ ਬਣਾ ਲਓ, ਇੱਟਾਂ ਸਮਝ ਤਾਂ ਉਹੀ ਹੈ। ਜੇ ਦਿਉਰਾ ਮਸੀਤ ਦਾ ਗੁਰਦੁਆਰੇ ਦਾ ਕੋਈ ਨਕਸ਼ਾ ਦੂਆ ਬਣ ਗਿਆ, ਫੇਰ ਕੀ ਹੋ ਗਿਆ? ਉਹਦੇ ਵਾਸਤੇ ਲੜੀ ਜਾਂਦੇ, ਢਾਂਚਾ ਜੀ ਫਲਾਨਾ ਜੀ। ਤੁਹਾਨੂੰ ਦੱਸੋ ਕੀ ਹੁੰਦਾ? ਕਿਹਾ ਜਾਵੇ ਢਾਂਚੇ ਦਾ ਕੀ ਹੈ? ਅਸਲ ਦੇ ਵਿੱਚ ਧਰਮ ਤਾਂ ਇਹਨਾਂ ਨੇ ਕਰਨਾ ਹੀ ਨਹੀਂ, ਝਗੜਾ ਤਾਂ ਹੋਰ ਕਰਨਾ। ਜੇ ਤਾਂ ਹੋਵੇ ਧਰਮ, ਫੇਰ ਦਾ ਕੋਈ ਰੌਲਾ ਨਹੀਂ। ਰੌਲਾ ਤਾਂ ਹੋਰੇ ਗੱਲ ਦਾ, ਧਰਮ ਵਾਲੇ ਪਾਸੇ ਤਾਂ ਜਾਣਾ ਨਹੀਂ, ਰੌਲਾ ਪਾਉਣਾ, ਸੂਣ ਖੜੀ ਰੱਖਣੀ ਹੈ। ਦੇਹਰਾ ਮਸੀਤ ਸੋਈ, ਪੂਜਾ ਔਰ ਨਿਵਾਜ ਹੋਈ। ਪੂਜਾ ਉਹੀ ਗੱਲ ਹੈ, ਨਮਾਜ਼ ਵੀ ਉਹੀ ਗੱਲ ਹੈ। ਇੱਕੋ ਹੀ ਅਰਥ ਨੇ ਦੋਹਾਂ ਦੇ। ਦੇਵਰਾ ਕਹਿ ਲਓ ਚਾਹੇ ਮਸੀਤ ਕਹਿ ਲਓ, ਉਹ ਵੀ ਇੱਕੋ ਹੀ ਗੱਲ ਹੈ। ਮਾਨਸ ਸਭੇ ਏਕ ਪੈ, ਅਨੇਕ ਕੋ ਭਰਮਾਓ ਹੈ। ਆਦਮੀ ਵੀ ਕੋਈ ਨਾ, ਸਾਰੇ ਪੰਜਾਂ ਤੱਤਾਂ ਦੇ ਸਾਰੇ ਬਣੇ ਹੋਏ ਨੇ, ਸਾਰਿਆਂ ਦਾ ਨਾਂ ਆਦਮੀ ਹੈ। ਮਾਨਸ ਸਭੇ ਏਕ ਪੈ, ਉਹ ਕੋਈ ਨਾ, ਆਦਮੀ ਜਾਂ ਨਾਂ ਆਦਮੀ ਰੱਖਤਾ ਇੱਕੋ ਹੀ ਹੋ ਗਏ ਫਿਰ। ਅਨੇਕ ਕੋ ਭਰਮਾਓ ਹੈ। ਹਾਂ, ਜਿਹੜੇ ਅਨੇਕ ਬੰਦੇ ਨੇ ਉਹ ਭਰਮ ਚ ਨੇ, ਭਰਮਾਓ ਹੈ। ਉਹ ਭਰਮ ਚ। ਜਿਹੜੇ ਅੱਡ ਅੱਡ ਬੰਦੇ ਨੇ ਉਹ ਭਰਮ, ਉਹਨਾਂ ਨੂੰ ਭਰਮ, ਉਹਨਾਂ ਦੀ ਅਗਿਆਨਤਾ, ਉਹਨਾਂ ਦੀ ਮੂਰਖਤਾ ਹੈ। ਵੱਖਰੇ ਵੱਖਰੇ ਮੰਨਣ ਵਾਲੇ ਮੂਰਖ ਨੇ, ਅਗਿਆਨੀ ਨੇ, ਭਰਮ ਚ ਨੇ, ਸਭ ਇੱਕ ਨੇ। ਦੇਵਤਾ ਅਦੇਵ ਜਚ ਗੰਧਰਵ ਤੁਰਕ ਹਿੰਦੂ। ਦੇਵਤੇ ਨੇ, ਅਦੇਵ ਨੇ, ਜੱਚ ਗੰਧਰਵ ਨੇ, ਤੁਰਕ ਹਿੰਦੂ। ਤੁਰਕ ਨੇ ਚਾਹੇ ਹਿੰਦੂ ਨੇ। ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ। ਹਾਂ, ਭੇਸ ਨਿਆਰੇ ਨਿਆਰੇ ਹੈਗੇ ਨੇ ਇਹਨਾਂ ਦੇ ਵੱਖਰੇ ਵੱਖਰੇ। ਕੋਈ ਜੈਸਾ ਦੇਸ਼ ਐਸਾ ਭੇਸ। ਦੇਸ਼ ਦਾ ਭੇਸ ਤਾਂ ਵੱਖਰਾ ਹੋ ਸਕਦਾ, ਉੱਪਰ ਜਿਹੜੇ ਕੱਪੜੇ ਲੀੜੇ ਪਾਏ ਹੋਏ ਨੇ ਅੰਦਰ ਉਹਨਾਂ ਦਾ। ਨਿਆਰੇ ਨਿਆਰੇ ਦੇਸਨ ਕੇ ਭੇਸ ਕੋ ਪ੍ਰਭਾਵ ਹੈ। ਉਹਦਾ ਪ੍ਰਭਾਵ ਜ਼ਰੂਰ ਪਿਆ ਹੈ। ਕਿਤੇ ਗਰਮ ਕੱਪੜੇ ਪਾਈਦੇ ਨੇ, ਕਿਤੇ ਗਰਮ ਪਾਈ ਨਹੀਂ ਪਾਈਦੇ, ਕਿਤੇ ਜ਼ਿਆਦਾ ਨੀਵੇਂ ਪਾਉਂਦੇ ਨੇ, ਕਿਤੇ ਜ਼ਿਆਦਾ ਨੀਵੇਂ ਨਹੀਂ ਪਾਉਂਦੇ। ਉਹ ਤਾਂ ਹੈ ਮੌਸਮ ਦੇ ਉੱਤੇ ਯਾਰ, ਹੋਰ ਦੇਸ਼ਾਂ ਦੇ ਪ੍ਰਭਾਵ। ਭੇਸ ਦਾ ਤਾਂ ਪ੍ਰਭਾਵ ਜ਼ਰੂਰ ਹੈ ਅੱਡ ਅੱਡ, ਪਰ ਕੁਦਰਤ ਨੇ ਨਹੀਂ ਭੇਸ ਆਦਮੀ ਨੇ ਬਣਾਏ ਨੇ। ਕੁਦਰਤ ਨੇ ਤਾਂ ਸਰੀਰ ਬਣਾਇਆ ਨਾ, ਕੁਦਰਤ ਨੇ ਭੇਸ ਨਹੀਂ ਬਣਾਇਆ ਹੈ। ਤੁਹਾਡਾ ਬਾਹਰਲਾ ਭੇਸ ਨਹੀਂ ਕੁਦਰਤ ਨੇ ਬਣਾਇਆ। ਜਿਹੜਾ ਅਸੀਂ ਬਣਾਇਆ ਕੁਛ ਉਹ ਵੱਖਰਾ ਵੱਖਰਾ, ਜਿਹੜਾ ਕੁਦਰਤ ਨੇ ਬਣਾਇਆ ਉਹ ਇੱਕੋ ਹੀ ਹੈ। ਇੱਕ ਹੈ ਨੈਣ, ਇੱਕ ਹੈ ਕਾਨ, ਇੱਕ ਹੈ ਦੇਹ, ਇੱਕ ਹੈ ਬਾਣ। ਦੇਖੋ, ਅੱਖਾਂ ਬਣਾਈਆਂ ਨੇ ਕੁਦਰਤ ਨੇ, ਇੱਕੋ ਹੀ ਬਣਾਈਆਂ ਨੇ ਸਾਰਿਆਂ ਦੀਆਂ। ਦੋ ਦੋ ਨੇ, ਕਿਸੇ ਨੇ ਢਾਈ ਨਹੀਂ, ਨਾ ਤਿੰਨ ਨੇ, ਨਾ ਇੱਕ ਹੈ। ਕੰਨ ਵੀ ਦੋ ਦੋ ਨੇ, ਸਾਰਿਆਂ ਨੇ ਬਣਾਏ। ਇੱਕ ਹੈ ਦੇਹ, ਦੇਹ ਵੀ ਇੱਕੋ ਹੀ ਦਿੱਤੀ ਹੈ, ਸਰੀਰ ਵੀ ਇੱਕੋ ਹੀ ਦਿੱਤਾ ਸਾਰਿਆਂ ਨੂੰ। ਇੱਕ ਹੈ ਬਾਣ, ਇੱਕੋ ਹੀ ਆਦਤ ਹੈ ਸਾਰਿਆਂ ਦੀ। ਇੱਕ ਹੈ ਬਾਣ। ਮਰਨਾ ਜੰਮਣਾ। ਹਾਂ, ਖਾਕ ਬਾਦ ਆਤਿਸ਼ ਹੋ ਆਪ ਕੋ ਰਲਾਓ ਹੈ। ਆ ਸਰੀਰ ਦਾ ਕੀ ਹੈ? ਮਿੱਟੀ ਹੈ, ਖਾਕ, ਹਵਾ ਹੈ, ਅੱਗ ਹੈ, ਪਾਣੀ ਹੈ, ਆਪ ਕੋ ਰਲਾਓ ਹੈ। ਇਹਦਾ ਰਲਿਆ ਹੋਇਆ ਚਾਰਾਂ ਤੱਤਾਂ ਦਾ ਸਰੀਰ ਹੈ। ਪੰਜਵਾਂ ਆਕਾਸ਼ ਵਿੱਚ ਹੈਗਾ ਹੀ ਹੈ। ਇਹ ਪੰਜੇ ਤੱਤ ਨੇ, ਆ ਸਾਰਿਆਂ ਵਿੱਚ ਹੀ ਨੇ। ਕੁਦਰਤ ਨੇ ਘੱਟ ਵੱਧ ਕੁਛ ਨਹੀਂ, ਸਾਰਿਆਂ ਨੂੰ ਕੋਈ ਚੀਜ਼ ਦਿੱਤੀ ਹੈ। ਹਾਂ, ਅਸੀਂ ਜਿਹੜਾ ਭੇਖ ਭੂਖ ਬਣਾ ਲਿਆ, ਹੋਰ ਬਣਾ ਲਿਆ, ਇਹ ਪ੍ਰਭਾਵ ਪੈ ਗਿਆ ਸਾਡੇ ਤੇ ਇਲਾਕੇ ਦਾ।
ਰਿਵਾਜ ਦਾ, ਉਹ ਵੱਖਰਾ ਵੱਖਰਾ ਰੰਗ ਦਾ, ਕਿਸੇ ਨੂੰ ਕੋਈ ਰੰਗ ਪਸੰਦ ਹੈ, ਕਿਸੇ ਨੂੰ ਉਹਦਾ ਫਰਕ ਹੈਗਾ, ਉਹ ਪ੍ਰਭਾਵ ਅੱਡ ਹੈ। ਅੱਲ੍ਹਾ ਅਭੇਖ ਸੋਈ ਪ੍ਰਾਨ ਔ ਕੁਰਾਨ ਹੋਈ। ਅੱਲਾ ਭੇਖ, ਅੱਲਾ ਸਾਰੇ ਮੰਨਦੇ ਨੇ ਭੇਖ ਹੈ, ਮੁਸਲਮਾਨ ਵੀ ਮੰਨਦੇ ਨੇ ਭੇਖ ਹੈ, ਸਰੀਰ ਨਹੀਂ ਹੈ, ਹਿੰਦੂ ਵੀ ਮੰਨਦੇ ਨੇ ਸਰੀਰ ਨਹੀਂ ਹੈਗਾ, ਇਹ ਤਾਂ ਸਾਰੇ ਕੋਈ ਮਤ ਨੇ, ਸਿੱਖ ਵੀ ਮੰਨਦੇ ਨੇ ਇਹ ਨਹੀਂ ਹੈ, ਕੋਈ ਦੇਖਿਆ ਨਹੀਂ ਜਾ ਸਕਦਾ ਅੱਖਾਂ ਨੂੰ। ਪ੍ਰਾਨ ਔ ਕੁਰਾਨ ਹੋਈ, ਪੁਰਾਣ ਔਰ ਕੁਰਾਨ ਦੇ ਵਿੱਚ ਗੱਲਾਂ ਹੋਈ ਨੇ, ਪੜ੍ਹ ਕੇ ਦੇਖ ਲਓ, ਜੋ ਕੁਰਾਨ ਦੇ ਵਿੱਚ ਨੇ ਉਹੀ ਪੁਰਾਣ 'ਚ ਨੇ ਗੱਲਾਂ। ਅੱਲ੍ਹਾ ਅਭੇਖ ਸੋਈ, ਬਈ ਜੋ ਭਾਈ ਤੁਸੀਂ ਸੱਚ ਤੇ ਜਿਹੜਾ ਨਹੀਂ ਰਹਿੰਦਾ ਉਹ ਧੋਖਾ ਖਾਂਦਾ। ਕੁਰਾਨ 'ਚ ਵੀ ਇਹੀ ਹੈ, ਤੁਹਾਨੂੰ ਅੱਲਾ ਨੇ ਕਿਤਾਬ ਦਿੱਤੀ ਸੀ, ਕਿਹਾ ਸੀ ਵੀ ਤੁਸੀਂ ਚੰਗੇ ਕੰਮ ਕਰਿਓ, ਆਹ ਕਰਿਓ, ਉਹ ਕਰਿਓ, ਤੁਸੀਂ ਕੀਤਾ ਨਹੀਂ, ਤੁਸੀਂ ਠੱਗੀਆਂ ਮਾਰਨ ਲੱਗ ਗਏ, ਹੁਣ ਤੁਹਾਡੇ ਤੇ ਵਿਪਤਾ ਆ ਗਈ, ਤੁਸੀਂ ਬੁਰੇ ਕੰਮ ਕਰਨ ਲੱਗ ਗਏ। ਇਹੀ ਕੁਰਾਨ ਦੇ ਵਿੱਚ ਹੈ, ਇਹੀ ਪੁਰਾਣਾਂ ਦੇ ਵਿੱਚ ਹੈ। ਜਿਹੜਾ ਬੁਰਾਈ ਕਰੂਗਾ ਉਹਦਾ ਰਿਜ਼ਲਟ ਨੂੰ ਭੈੜਾ ਹੋਊਗਾ। ਸਾਖੀਆਂ ਦੇ ਵਿੱਚ ਗੱਲਾਂ ਸਮਝਾਈਆਂ ਹੋਈਆਂ ਨੇ, ਉੱਥੇ ਵੀ ਸਾਖੀਆਂ ਕਹਾਣੀਆਂ ਹੀ ਨੇ। ਆਦਮੀ ਨੂੰ ਸਮਝਾਇਆ ਹੈ ਵੀ ਉਲਟੇ ਪਾਸੇ ਨੂੰ ਜਾਏਗਾ ਜੇ ਦੁੱਖ ਨਿਕਲਣੇ। ਇੱਕ ਹੀ ਸਰੂਪ ਸਭ ਹੈ, ਇੱਕ ਹੀ ਬਣਾਓ ਹੈ। ਇੱਕ ਹੀ ਸਰੂਪ ਹੈ ਸਾਰਿਆਂ ਦਾ, ਇਹ ਗ੍ਰੰਥਾਂ ਦਾ ਇੱਕ ਸਰੂਪ ਹੈ। ਮਤਲਬ ਕੀ ਸੀ ਇਹ ਬਣਾਉਣ ਦਾ? ਆਦਮੀ ਨੂੰ ਸਿੱਧੇ ਰਸਤੇ ਪਾਉਣ, ਦੁਨੀਆ 'ਚ ਅਮਨ ਸ਼ਾਂਤੀ ਰਹੇ, ਸਾਰਿਆਂ ਨੂੰ ਸੁੱਖ ਰਹੇ, ਇਹ ਬਣਾਉਣ ਦਾ, ਕੁਰਾਨ ਔਰ ਪੁਰਾਣ ਬਣਾਉਣ ਦਾ, ਇਹ ਉਹਨਾਂ ਦਾ ਬਣਾਉਣ ਵਾਲਿਆਂ ਦਾ, ਲਿਖਣ ਵਾਲਿਆਂ ਦਾ ਇਹ ਮਤਲਬ ਮਸਲਾ ਸੀ। ਇੱਕ ਹੀ ਬਣਾਓ ਹੈ, ਬਣਾਉਣ ਵਾਸਤੇ ਇਹ ਉਹਨਾਂ ਦਾ ਪ੍ਰਯੋਜਨ ਸੀ ਵੀ ਅਮਨ ਸ਼ਾਂਤੀ ਰਹੇ, ਲੋਕ ਰਲ ਮਿਲ ਕੇ ਰਹਿਣ। ਇਹਦੇ ਵਾਸਤੇ ਕੁਰਾਨ ਬਣੀ ਹੈ, ਸਾਰਿਆਂ ਦਾ ਪ੍ਰੇਮ ਰਹੇ, ਇਹਦੇ ਵਾਸਤੇ ਸਾਰੇ ਗ੍ਰੰਥ ਬਣਦੇ ਨੇ। ਨਾ ਜੋ ਮਰਜ਼ੀ ਰੱਖ ਲਓ ਉਹਨਾਂ ਦੇ ਅੱਡ ਅੱਡ। ਉਹ ਕਹਿੰਦਾ ਸਾਡੇ ਫਲਾਣੇ ਨੇ ਬਣਾਇਆ ਇਹ ਚੰਗਾ ਹੈ, ਆਹ ਵਧੀਆ ਨਹੀਂ ਹੈ। ਕੁਛ ਜਿਹੜੀ ਮਰਿਆਦਾ ਬਣਦੀ ਹੈ ਨਾ, ਉਹ ਤੇ ਆ ਕੇ ਰੌਲਾ ਪੈਂਦਾ। ਜੋ ਰਹਿਤ ਬਣਦੀ ਉਹ ਹੋਰ ਹੁੰਦੀ ਹੈ, ਮਰਿਆਦਾ ਹੋਰ ਬਣ ਜਾਂਦੀ ਹੈ। ਮਰਿਆਦਾ ਉਹ ਮਨਮਤ ਬਣਦੀ ਆ ਕੇ, ਮਰਿਆਦਾ ਤੇ ਆ ਕੇ ਫਰਕ ਪੈਂਦਾ, ਰਹਿਤ ਤੇ ਨਹੀਂ ਬਹੁਤਾ ਫਰਕ ਹੁੰਦਾ। ਹਾਂ, ਜੈਸੇ ਇੱਕ ਆਗ ਤੇ ਕਨੂਕਾ ਕੋਟ ਆਗ ਉੱਠੇ। ਜਿਵੇਂ ਇੱਕ ਅੱਗ ਜਲਦੀ ਹੈ, ਉਹ ਤੇ ਚੁਗਿਆੜੇ ਜਿਹੜੇ ਉੱਠਦੇ ਨੇ, ਫਰੂਏ ਛੋਟੇ ਛੋਟੇ ਉੱਠਦੇ ਨੇ, ਕਰੋੜਾਂ ਹੀ ਉੱਠਦੇ ਨੇ। ਨਿਆਰੇ ਨਿਆਰੇ ਹੋਏ ਕਾ ਫਿਰ ਆਗ ਮੈਂ ਮਿਲਾहेंगे। ਭਾਵੇਂ ਵੱਖਰੇ ਵੱਖਰੇ ਲੱਗਦੇ ਨੇ, ਪਰ ਇਕੱਠੀ ਤਾਂ ਅੱਗੇ ਹੀ ਲੱਗਦੀ ਹੈ ਨਾ। ਉਹ ਅੱਗੇ ਉਹਦਾ ਨਾਂ ਸਾਰੇ ਦਾ ਅੱਗੇ ਹੀ ਹੈ ਨਾ। ਕੁੱਲ ਮਿਲਾ ਕੇ ਤਾਂ ਅੱਗੇ ਕਹਾਂਗੇ ਉਹਨੂੰ, ਸਾਰਿਆਂ ਨੂੰ ਲੱਗਦੇ ਨੇ, ਪਰ ਉੱਪਰ ਚੰਗਿਆੜੇ ਅੱਡ ਅੱਡ। ਜੈਸੇ ਇੱਕ ਧੂੜ ਤੇ ਅਨੇਕ ਧੂੜ ਪਰਤ ਹੈ। ਜਿਵੇਂ ਇੱਕ ਧੂੜ ਹੈ, ਥੱਲਿਓਂ ਧੂੜ ਉੱਡਦੀ ਹੈ, ਅੱਡ ਅੱਡ ਕਣ ਧੂੜ ਦੇ ਅਸਮਾਨ ਦੇ ਵਿੱਚ ਉੱਡਦੇ ਫਿਰਦੇ ਰਹਿੰਦੇ ਨੇ, ਵੱਖਰੇ ਵੱਖਰੇ। ਅਨੇਕ ਧੂੜ ਪਰਤ ਹੈ। ਹਾਂ, ਧੂੜ ਤੇ ਕਨੂਕਾ ਫਿਰ ਧੂੜ ਹੀ ਸਮਾਹੇ। ਜਿੰਨੇ ਧੂੜ ਦੇ ਕਣ ਨੇ ਸਾਰੇ ਧੂੜੇ ਹੈ, ਉਹਦਾ ਨਾਮ ਸਾਰੇ ਦਾ ਧੂੜ ਹੈ। ਕੱਲਾ ਕੱਲਾ ਕਣ ਹੈ, ਵੈਸੇ ਸਾਰੇ ਦਾ ਨਾਮ ਕੁੱਲ ਮਿਲਾ ਕੇ ਧੂੜ ਹੈ। ਧੂੜ ਤੇ ਕਨੂਕਾ ਫਿਰ ਧੂੜ ਹੀ ਸਮਾहेंगे। ਆ ਉੱਥੇ ਹੀ ਸਮਾ ਜਾਣਾ ਜਿੱਥੋਂ ਥੱਲੇ ਉੱਠੇ ਨੇ। ਜਿੱਥੇ ਥੱਲੇ ਧਰਤੀ ਦੇ ਉੱਤੇ ਗਏ ਨੇ, ਉੱਥੇ ਹੀ ਆ ਡਿੱਗਣਾ, ਕਦੇ ਆ ਡਿੱਗਣ। ਦੇਰ ਸਵੇਰ ਆ ਕੇ ਤਾਂ ਧਰਤੀ ਦੇ ਟਿਕੜਿਆ ਉਹਨਾਂ ਨੇ 20 ਪਏ ਦੇ ਪੈਣਗੇ। ਜੇ ਬਹੁਤਾ ਚਿਰ ਉੱਡਦੇ ਰਹੇ ਮੌਸਮ ਦੇ ਵਿੱਚ, ਆਪਾਂ ਕਹਿੰਦੇ ਵੀ 20 ਪੈ ਗਿਆ, ਹੁਣ ਅਸਮਾਨ ਸਾਫ਼ ਹੋ ਗਿਆ, ਉਹਦੀ ਗਰਦ ਫਰਦ ਸੀ ਸਾਰੀ ਦਬ ਗਈ, ਧੂੜ ਸੀ ਸਾਰੀ ਦਬ ਗਈ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਤ ਹੈ। ਜਿਵੇਂ ਇੱਕ ਨਦੀ ਤੋਂ ਕਰੋੜਾਂ ਤਰੰਗਾਂ ਪੈਦਾ ਹੁੰਦੀਆਂ ਨੇ, ਹਵਾ ਚੱਲਦੀ ਹੈ, ਜਿੱਥੇ ਤੇ ਨਦੀ ਜਾਂਦੀ ਹੈ ਤਰੰਗਾਂ ਉੱਥੇ ਦੀ ਪੈਦਾ ਹੋਈ ਜਾਂਦੀਆਂ ਨੇ, ਪੈਦਾ ਹੋ ਜਾਂਦੀਆਂ ਨੇ, ਭਰੀ ਜਾਂਦੀਆਂ, ਪੈਦਾ ਹੋ ਜਾਂਦੀਆਂ, ਭਰੀ ਜਾਂਦੀਆਂ। ਪਾਣ ਕੇ ਤਰੰਗ ਸਭ ਪਾਣ ਹੀ ਕਹਾਏंगे। ਪਾਣੀ ਦੇ ਜਿੰਨੀਆਂ ਲਹਿਰਾਂ ਹੁੰਦੀਆਂ ਨੇ ਉਹਨਾਂ ਨੂੰ ਪਾਣੀਓ ਮੰਨਿਆ ਜਾਊਗਾ। ਪਾਣੀ ਹੁੰਦਾ, ਲਹਿਰ ਹੋਰ ਕੀ ਹੁੰਦੀ? ਨਦੀ ਜੋ ਪੈਦਾ ਹੁੰਦੀ ਹੈ, ਨਦੀ 'ਚ ਸਮਾ ਜਾਂਦੀ ਹੈ, ਪਾਣੀ 'ਚ ਰਲ ਜਾਂਦਾ। ਤੈਸੇ ਹੀ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ। ਐਵੇਂ ਵਿਸ਼ਵ ਰੂਪ ਹੈ ਜਿਹੜਾ ਨਾ, ਸੱਚਖੰਡ ਵਿਸ਼ਵ ਰੂਪ ਹੈ। ਜਿੰਨੀ ਆਤਮਾਵਾਂ ਸੱਚਖੰਡ ਦੇ ਬਈਆਂ ਨੇ, ਖਜ਼ਾਨਾ ਜਿਹਨੂੰ ਕਹਿੰਦੇ ਨੇ, ਉਹ ਖਜ਼ਾਨਾ ਸਾਰਾ ਵਿਸ਼ਵ ਰੂਪ ਹੈ। ਖਰੇ ਖਜ਼ਾਨੇ 'ਚ ਪੈਂਦੇ ਨੇ ਨਾ, ਉਸ ਖਜ਼ਾਨੇ 'ਚੋਂ ਆਏ ਹੋਏ ਨੇ ਸਾਰੀਆਂ। ਜਿਵੇਂ ਧੂੜ ਦੇ ਵਿੱਚੋਂ ਕਣਕੇ ਉੱਠ ਖੜੇ ਉੱਤੇ ਨੂੰ ਉੜਦੇ ਰਹੇ ਆਕਾਸ਼ 'ਚ ਪਹੁੰਚ, ਐਵੇਂ ਆਕਾਸ਼ ਉੜਦੇ ਨੇ ਧੂੜ ਕੇ ਕਨੂਕਾ ਆਤਮਾਵਾਂ। ਤਾਂ ਹੀ ਤੇ ਉਪਜ ਸਭੇ ਤਾਂ ਹੀ ਮੈਂ ਸਮਾहेंगे। ਜਾਂ ਮੀਂਹ ਪੈਂਦਾ, ਜਿਹਦੇ ਛਿੱਟਾ ਪੈ ਜਾਂਦਾ ਸਮਾ ਜਾਂਦਾ ਥੱਲੇ। ਅਗਰ ਸਮਾਉਣਾ ਕਿੱਥੇ ਜਾ ਗਿਆ? ਜਿੱਥੋਂ ਪੈਦਾ ਹੋਏ ਨੇ, ਤਾਂ ਹੀ ਤੇ ਉਪਜ ਸਭਾ, ਤਾਂ ਹੀ ਮੈਂ ਸਮਾहेंगे। ਉਸ ਵਿਸ਼ਵ ਰੂਪ ਦੇ ਵਿੱਚ ਹੀ
ਖਜ਼ਾਨੇ 'ਚ ਪੈਣਾ ਅਖੀਰ ਜਾ ਕੇ ਇਹਨਾਂ ਨੇ। ਇਹ ਖਜ਼ਾਨੇ 'ਚੋਂ ਵਿਛੜੇ ਹੋਏ ਨੇ, ਜਿਹੜਾ ਖਰਾ ਹੋ ਜਾਂਦਾ ਖਜ਼ਾਨੇ ਪੈ ਜਾਂਦਾ ਜਾ ਕੇ। केते कछ मछ केते उनको करत पछ। ਹੁਣ ਜਿਹੜਾ ਖਜ਼ਾਨਾ ਹੈ, ਖਜ਼ਾਨੇ ਵਾਲੀ ਗੱਲ ਆਦਮੀ ਨੂੰ ਵਿਸਰੀ ਹੋਈ ਹੈ। ਖਜ਼ਾਨਾ ਵੀ ਇੱਕ ਹੈ, ਖਜ਼ਾਨਾ ਇੱਕ ਵਚਨ ਹੈ, ਪਰ ਖਜ਼ਾਨੇ 'ਚ ਰੁਪਈਆ ਇੱਕ ਨਹੀਂ ਹੁੰਦਾ, ਪਤਾ ਨਹੀਂ ਕਿੰਨੇ ਹੁੰਦੇ ਨੇ। ਖਜ਼ਾਨਾ ਤਾਂ ਇੱਕੋ ਹੀ ਹੈ, ਸਿੱਕਾ ਇੱਕ ਨਹੀਂ ਹੈ, ਉਹਦੇ ਵਿੱਚ ਵੀ ਇੱਕੋ ਸਿੱਕਾ, ਉਹਦੇ 'ਚ ਸਿੱਕਿਆਂ ਦਾ ਨਹੀਂ ਕਿੰਨੇ ਪਤਾ ਵੀ ਕਿੰਨੇ ਨੇ। ਆਹ ਫਰਕ ਨਹੀਂ ਸਮਝ ਆਈ। ਇਹ ਸਮਝਦੇ ਨੇ ਵੀ ਇੱਕ ਨਾਲ ਕਿਵੇਂ ਸਾਰੇ ਸਮਾ ਜਾਣਗੇ, ਇੱਕ ਚੋਂ ਕਿਵੇਂ ਪੈਦਾ ਹੋ ਗਏ ਸਾਰੇ, ਐਂ ਕਹੀ ਜਾਂਦੇ ਨੇ। ਖਜ਼ਾਨਾ ਵੀ ਤਾਂ ਇੱਕੋ ਹੀ ਹੈ। ਖਜ਼ਾਨੇ ਜਿੰਨੀ ਆਤਮਾ ਨਾਲ ਖਜ਼ਾਨੇ ਜਿੰਨੇ ਰੁਪਈਏ ਨਾਲ ਖਜ਼ਾਨੇ 'ਚ ਪੈ ਜਾਣਾ ਜਾ ਕੇ। ਖਜ਼ਾਨੇ ਜੋ ਕੱਢਣੇ ਵੀ ਇਕੱਠੇ ਜਿੰਨੇ ਮਰਜ਼ੀ ਕੱਢ ਲਓ। ਉੱਥੋਂ ਧਰਤੀ ਦਾ ਕਿੰਨੀਆਂ ਜਿੰਨੀ ਮਰਜ਼ੀ ਧੂੜ ਡੁੱਬ ਪਵੇ ਧਰਤੀ ਉਹ ਬਣ ਜਾਣੀ ਹੈ ਨਾ। ਜਿੰਨੀ ਮਰਜ਼ੀ ਧੂੜ ਉੱਡ ਵੀ ਤਾਂ ਸਕਦੀ ਹੈ ਬਾਅਦ 'ਚ। ਫਿਰ ਇਹੋ ਜਿਹੀ ਗੱਲ ਹੈ, ਧਰਤੀ ਘੁੰਮ ਨਹੀਂ ਜਾਊਗੀ। ਉਹ केते कछ मछ केते उनको करत पछ। ਕਿੰਨੇ ਕੱਛ ਮੱਛ ਨੇ ਇੱਥੇ ਸਮੁੰਦਰ ਦੇ ਵਿੱਚ, ਪਾਣੀ 'ਚ, ਕਿੰਨੇ ਉਹਨਾਂ ਨੂੰ ਖਾਣ ਵਾਲੇ ਨੇ। ਕਰਤ ਪੱਛ ਕਰਨ ਵਾਲੇ, ਖਾਣ ਵਾਲੇ केते ਜੀਵ कछ ਨੇ। मछ केते उनको करत पछ। ਉਹਨਾਂ ਨੂੰ ਖਾਣ ਵਾਲੇ ਵੀ ਤਾਂ ਹੈਗੇ ਨੇ, ਉਹ ਜਾਨਵਰਾਂ ਨੂੰ ਖਾਣ ਵਾਲੇ ਵੀ ਨੇ। केते अछ वछ होए सपछ उड़ जाएंगे। ਕਿਤੇ ਅੱਛ ਬੱਛ ਹੋਏ, ਕਿੰਨੇ ਕੀੜੇ ਨੇ, ਕੀੜੇ ਹੁੰਦੇ ਨੇ ਆਪਣੇ, ਉਹਨਾਂ ਨੂੰ ਖੰਭ ਲੱਗ ਜਾਂਦੇ ਨੇ। ਜਿਹੜਾ ਕਹਿੰਦੇ ਸਾਨੂੰ ਖੰਭ ਲੱਗ ਜੇ ਉੱਡ ਜੀਏ, ਕੀੜਿਆਂ ਨੂੰ ਖੰਭ ਲੱਗਦੇ ਨੇ। ਜੇ ਖੰਭ ਲੱਗਦੇ ਨੇ ਉਹਦੀ ਮੌਤ ਹੁੰਦੀ ਹੈ। ਕੀੜਿਆਂ ਨੂੰ ਖੰਭ ਲੱਗਦੇ ਨੇ, ਦੇਖਿਆ ਉੜਦੇ ਹੁੰਦੇ ਨੇ। होए सपछ उड़ जाएंगे। ਸਪੱਛ ਹੋ ਕੇ ਉੜਦੇ ਨਹੀਂ, ਸਪੱਛ ਹੁੰਦੇ ਨੇ ਪੰਛੀ ਬਣ ਜਾਂਦੇ ਨੇ। ਸਪੱਛ ਖੰਭਾਂ ਸਹਿਤ, ਪੱਛ ਕਹਿੰਦੇ ਨੇ ਖੰਭ ਨੂੰ, ਸਪੱਛ ਹੋ ਜਾਂਦੇ ਨੇ ਖੰਭਾਂ ਦੇ ਨਾਲ। ਜਦ ਉਹਨਾਂ ਨੂੰ ਖੰਭ ਨਿਕਲੇ ਹੁੰਦੇ ਉੱਡ ਜਾਂਦੇ ਨੇ। ਬਰਸਾਤਾਂ ਦੇ ਪਹਿਲਾਂ ਉੜਦੇ ਹੁੰਦੇ ਨੇ, ਉੜ ਜਾਏਂਗੇ। केते नभ बीच अछ पछ को ਕੋਈ करेंगे पछ। ਆਦਮੀ ਕਹਿੰਦਾ ਮੈਨੂੰ ਖੰਭ ਲੱਗ ਜਾਣਾ, ਉਹ ਕੀੜਿਆਂ ਨੂੰ ਖੰਭ ਲੱਗਦੀ, ਜਿਹਦੀ ਖੰਭ ਲੱਗਦੇ ਨੂੰ ਤਾਂ ਮੌਤ ਹੁੰਦੀ ਆ ਉਹਦੀ। ਕਹਿੰਦਾ ਕੀੜੇ ਨੂੰ ਖੰਭ ਲੱਗ ਗਏ, ਇਹ ਤਾਂ ਉਲਟੀ ਗੱਲ ਆ। ਖੰਭ ਲੱਗਣੇ ਤਾਂ ਸਮਾਂ, ਖੰਭ ਲੱਗਣੇ ਨਹੀਂ ਚੰਗੇ ਹੁੰਦੇ। केते नभ बीच अछ पछ को करेंगे पछ। ਫਿਰ ਆਕਾਸ਼ ਦੇ ਵਿੱਚ ਉਹਨਾਂ ਨੂੰ ਖਾਣ ਵਾਲੇ ਬਥੇਰੇ ਨੇ, ਉਹ ਖਾਣ ਵਾਲੇ ਵੀ ਉਦੋਂ ਹੀ ਉੜਦੇ ਨੇ। ਜੋ ਕੀੜੇ ਨਿਕਲਦੇ ਨੇ ਨਾ ਆਕਾਸ਼ ਦੇ ਵਿੱਚ, ਖਾਣ ਵਾਲੇ ਉਹਨਾਂ ਨੂੰ ਉੱਤੇ ਹੀ ਖਾਈ ਜਾਂਦੇ ਨੇ। ਅਸਲ 'ਚ ਉਹਨਾਂ ਦੀ ਖੁਰਾਕ ਪੈਦਾ ਹੋਏ ਹੋਏ ਨੇ। ਉਹ ਤਾਂ ਉਹਨਾਂ ਦੀ ਖੁਰਾਕ ਪੈਦਾ ਹੋਏ ਨੇ। ਉਹਨਾਂ ਨੂੰ ਇਹ ਹੈ ਵੀ ਸਾਨੂੰ ਖੰਭ ਲੱਗ ਗਏ, ਅਸੀਂ ਉੜਦੇ ਹਾਂ ਆਕਾਸ਼ 'ਚ। ਬਸ ਕਰਤ ਪੱਛ। केतक प्रतछ होए पचाए खाए जाएंगे। ਕਿੰਨੇ ਪ੍ਰਤੱਖ ਹੋ ਕੇ ਬਚਾ ਖਾ ਜਾਂਦੇ ਨੇ। ਜਿਵੇਂ ਕੋਈ ਬਹੁਤ ਬੜਾ ਕੋਈ ਜਾਨਵਰ ਮਰ ਗਿਆ, ਉਹ ਜਾਪੇ ਕੀੜੇ ਪੈਦਾ ਹੋ ਜਾਂਦੇ ਨੇ। ਉਹ ਪ੍ਰਤੱਖ ਹੋਏ ਨੇ। ਉਹ ਕੀੜੇ ਪਹਿਲਾਂ ਤਾਂ ਹੈ ਨਹੀਂ ਸੀ, ਹੁਣ ਦੱਬ ਦਿੰਦੇ ਨੇ ਥੱਲੇ ਮੁਰਦਿਆਂ ਨੂੰ, ਉਹ 'ਚ ਵੀ ਕੀੜੇ ਪੈਦਾ ਹੋ ਜਾਂਦੇ ਨੇ। ਉਹ ਪ੍ਰਤੱਖ ਹੋ ਗਏ ਯਾਨੀ ਪੈਦਾ ਹੋ ਗਏ ਨਾ, ਉਹ ਖਾ ਜਾਂਦੇ ਨੇ ਸਾਰੀ ਲਾਸ਼ ਨੂੰ। ਉਹ ਜਿਹੜਾ ਕੁਛ ਲਾਉਂਦੇ ਨੇ ਨਾ ਇਹ ਲਾਸ਼ਾਂ ਨੂੰ, ਟ੍ਰੀਟਮੈਂਟ ਕਰਦੇ ਨੇ, ਉਹ ਤਾਂ ਕਰਦੇ ਨੇ ਵੀ ਇਹ 'ਚ ਕੀੜੇ ਪੈਦਾ ਹੀ ਨਾ ਹੋਣ, ਇਹ ਸੁੱਕ ਜਵੇ। ਨੂਣ ਨਾਣ ਪਾਉਂਦੇ, ਜਿਹੜਾ ਕੁਛ ਪਾਉਂਦੇ ਨੇ, ਕੀੜੇ ਨਾ ਪੈਦਾ ਹੋਣ ਤਾਂ ਪਾਉਂਦੇ ਨੇ। ਤੇ ਕੀੜੇ ਤਾਂ ਹਰੇਕ ਚੀਜ਼ ਪੈਦਾ ਆਪੇ ਹੋ ਜਾਂਦੇ ਨੇ। ਹਰ ਚੀਜ਼ 'ਚ ਕੀੜੇ ਪੈਦਾ ਹੋ ਜਾਂਦੇ, ਨਾਲੀਆਂ 'ਚ ਕੀੜੇ, ਕਾਕਰੋਚ ਪੈਦਾ ਹੋ ਜਾਂਦੇ ਨੇ, ਸਭ ਕੁਝ ਪੈਦਾ ਹੋ ਜਾਂਦਾ, ਆਪ ਹੀ ਪੈਦਾ ਹੋ ਜਾਂਦੇ ਨੇ। ਇਹ ਆ ਪ੍ਰਤੱਖ ਹੋਏ। केते प्रतछ होए पचाए खाए जाएंगे। ਪਰ ਖਾ ਕੇ ਬਚਾ ਜਾਣਗੇ, ਪਰ ਉਹ ਉਸੇ ਚੀਜ਼ ਨੂੰ ਖਾ ਜਾਂਦੇ ਨੇ, ਬੋਡੀ ਨੂੰ। जल कहाँ थल कहाँ गगन ते गौण कहाँ। ਜਲ ਕਿਤੇ ਕਹਾ ਨਹੀਂ ਹੈ ਲਫ਼ਜ਼। ਕਹਾ ਕੀ ਜਲ, ਕੀ ਥਲ, ਕੀ ਆਕਾਸ਼। जल कहा दल थल कहा। ਕਹਾ ਲਫ਼ਜ਼ ਹੈ, ਹਿੰਦੀ ਦਾ ਲਫ਼ਜ਼ ਹੈ। ਕਹਾ ਨਹੀਂ ਹੁੰਦਾ। गगन के गौण कहा। ਕੀ ਤਾਂ ਗਗਨ ਦਾ ਗਾਉਣ ਕਹਿ ਲਓ, ਗਗਨ ਦੇ ਵਿੱਚ ਉੱਡਣਾ ਕਹਿ ਲਓ। ਕੀ ਜਲ ਦੇ ਵਿੱਚ ਪਹਿਲਾਂ ਘੁੰਮਣਾ ਫਿਰਨਾ, ਕੀ ਥਲ ਦੇ ਉੱਤੇ ਘੁੰਮਣਾ ਫਿਰਨਾ। ਤਿੰਨੇ ਜਗ੍ਹਾ ਨੇ ਨਾ, ਜਲ ਦੇ ਵਿੱਚ, ਥਲ ਤੇ ਜਾਂ ਆਕਾਸ਼ 'ਚ। कान के बनाए सबे काल ही च बाहेंगे। ਕਾਲੇ ਬਣਾਉਂਦਾ, ਹੁਕਮ ਨਾਲੇ ਬਣਦੇ ਨੇ, ਕਾਲੇ 'ਚ ਵਾ ਜਾਂਦੇ। ਕਾਲ ਹੋਰ ਚੀਜ਼ ਪੈਦਾ ਕਰ ਦਿੰਦਾ ਉਹਦੇ ਵਾਸਤੇ।
ਕਾਲ ਕੇ ਬਣਾਇਆ ਸਭੇ ਕਾਲ ਹੀ ਚਬਾहेंगे। ਚਬਾਹੇ। ਤੇਜ ਜਿਉ ਅਤੇਜ ਮੈਂ, ਅਤੇਜ ਜੈਸੇ ਤੇਜ ਲੀਨ। ਤੇਜ ਕਹਿੰਦੇ ਤੇਜ ਦੇ ਵਿੱਚ ਸਮਾਇਆ ਹੋਇਆ ਹੁੰਦਾ। ਦਿਨ ਮੇ ਰਹਿਣ ਵਿੱਚ ਦੁਨੀਆ, ਉਹ ਗੱਲ ਹੈ। ਤੇਜ ਹੈ ਲਾਈਟ, ਅਤੇਜ ਹੈ ਹਨੇਰਾ। ਹਨੇਰੇ ਵਿੱਚ ਤੇ ਭਰਮ ਵਿੱਚ ਗਿਆਨ ਹੁੰਦਾ ਹੈ। ਜਾਂ ਗਿਆਨ ਸੌ ਜਾਂਦਾ ਨਾ, ਉਹ ਭਰਮ ਦਿਖਾਈ ਦਿੰਦਾ। ਜਿੰਨਾ ਇਹਦਾ ਹਿੱਸਾ ਸੁੱਤਾ ਪਿਆ ਹੈ, ਉਹ ਗਿਆਨ ਉਹਦੇ ਵਿੱਚ ਛੁਪ ਗਿਆ। ਅਸਲ 'ਚ ਗਿਆਨ ਢੱਕ ਲਿਆ ਉਹਨੇ, ਹਨੇਰੇ ਨੇ। ਉਹ ਗਿਆਨ ਹੈ ਪ੍ਰਗਟ ਹੋਣਾ। ਗਿਆਨਵਤ ਨੇ ਜਾਗਣਾ। ਉਪਜਾ ਸਹਿਜ ਗਿਆਨਵਤ ਜਾਗੀ। ਉਹ ਜਿਹੜਾ ਜਿੱਥਾਂ ਹਨੇਰਾ ਦੂਰ ਹੋ ਜਾਣਾ। ਅਤੇਜ ਵਿੱਚ ਤੇਜ ਛੁਪਿਆ ਹੋਇਆ ਹੈ। ਸੁੱਤੇ ਪਏ ਦਾ ਤੇਜ ਅਤੇਜ ਵਿੱਚ ਛੁਪਿਆ ਹੋਇਆ ਹੈ। ਹਨੇਰੇ ਵਿੱਚ ਗਿਆਨ ਛੁਪਿਆ ਹੋਇਆ ਹੈ। ਅਤੇਜ ਦਾ ਪਰਦਾ ਆ ਗਿਆ ਉੱਤੇ। ਪਰਮ ਦਾ ਪਰਦਾ, ਪਰਮ ਕੇ ਪਰਦੇ ਸਤਿਗੁਰ ਖੋਲੇ। ਭਰਮ ਦੇ ਪਰਦੇ ਥੱਲੇ ਕੀ ਹੈ? ਥੱਲੇ ਲਾਈਟ ਹੈ। ਪਰਦੇ ਤੇ ਥੱਲੇ ਕੀ ਹੈ? ਲਾਈਟ ਹੈ। ਪਰਦੇ ਨਾਲ ਢਕੀ ਹੋਈ ਹੈ ਲਾਈਟ। ਉਹ ਭਰਮ ਦਾ ਪਰਦਾ ਪਿਆ ਹੋਇਆ। ਭਰਮ ਦੇ ਪਰਦੇ ਦੇ ਥੱਲੇ ਜੋਤ ਹੈ, ਵਿੱਚੋਂ ਜੋਤ ਨਿਕਲਣੀ। ਅਤੇਜ ਵਿੱਚ ਤੇਜ ਹੁੰਦਾ, ਤੇਜ ਵਿੱਚ ਅਤੇਜ ਹੁੰਦਾ ਹੈ। ਜਿੱਥੇ ਗਿਆਨ ਹੈ ਭਰਮ ਦੇ ਵਿੱਚ ਹੀ ਹੁੰਦਾ ਹੈ। ਭਰਮ ਕਿੱਥੇ ਗਿਆ? ਹੁਣ ਸੂਰ ਚੜੂਗਾ। ਹਨੇਰਾ ਕਿੱਥੇ ਗਿਆ? ਵਿੱਚੇ ਸਮਾ ਗਿਆ ਉਹਦੇ। ਜੇ ਸੂਰ ਛੁਪ ਜਾਣਾ, ਹਨੇਰਾ ਪ੍ਰਗਟ ਹੋ ਜਾਣਾ, ਵਿੱਚੋਂ ਨਿਕਲਿਆ ਹੁਣ। ਏਦਾਂ ਇਹ ਦਿਨ ਮੇ ਰਹਿਣ ਵਿੱਚ ਦਿਨੀਅਰ, ਇਹ ਗੱਲ ਹੈ ਉੱਥੇ ਕਹੀ ਹੋਈ ਆਦ ਵਿੱਚ। ਉਹੀ ਗੱਲ ਇੱਥੇ ਕਹੀ ਹੋਈ ਹੈ। ਹੁਣ ਇੱਥੋਂ ਪਤਾ ਲੱਗਦਾ ਵੀ ਜਿਹਨੇ ਗੱਲ ਲਿਖੀ ਹੈ ਉਹਨੂੰ ਗੁਰਮਤਿ ਕਿੰਨੀ ਬਰੀਕ ਸੋਝੀ ਹੈ, ਕਿੰਨੀ ਬਰੀਕ ਸੋਝੀ ਹੈ ਗੁਰਮਤਿ। ਤੇਜ ਵਿੱਚ ਅਤੇਜ ਹੁੰਦਾ ਹੈ। ਅਤੇਜ ਦਾ ਇਹਨਾਂ ਨੂੰ ਵਿਦਵਾਨਾਂ ਤੋਂ ਹੀ ਨਹੀਂ ਪਤਾ। ਤੇਜ ਕਿਹਨੂੰ ਕਿਹਾ, ਤੇਜ ਕਿਹਨੂੰ ਕਿਹਾ, ਉਹਨੂੰ ਤਾਂ ਇਹੀ ਨਹੀਂ ਪਤਾ। ਔਰ ਕਿਵੇਂ ਛੁਪਿਆ ਹੁੰਦਾ, ਛੁਪ ਜਾਂਦਾ, ਇਹਨਾਂ ਨੂੰ ਕੀ ਪਤਾ ਇਹਨਾਂ ਗੱਲਾਂ ਦਾ। ਉਹਨਾਂ ਨੂੰ ਤਾਂ ਸਮਝ ਹੀ ਨਹੀਂ ਹੈ ਇਹਨਾਂ ਗੱਲਾਂ ਦੀ। ਦਿਨ ਮੇ ਰਹਿਣ ਵਿੱਚ ਦੁਨੀਆ ਕਿਵੇਂ ਹੁੰਦਾ। ਜੇ ਹੁੰਦਾ ਤਾਂ ਸਮਝ ਉੱਥੇ ਕਰ ਲਾਂ ਦਿੰਦੇ ਅਰਥ। ਠੀਕ ਹੈ ਜੀ, ਕਿਸੇ 'ਚ ਨਹੀਂ ਅਰਥ। ਕਿਉਂ ਨਹੀਂ ਜਾਣ? ਵਿਦਵਾਨ ਕਿਵੇਂ ਸਮਝ ਲੂ ਇਹ ਗੱਲ ਨੂੰ? ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾहेंगे। ਤਾਹੀ ਤੇ ਉਪਜ ਸਭ ਤਾਹੀ ਮੈਂ ਸਮਾहेंगे। ਇਹ ਤੇਜ ਔਰ ਤੇਜ ਉਹ ਜੋ ਹੀ ਪੈਦਾ ਹੁੰਦਾ ਹੈ, ਉਹਦੇ ਵਿੱਚੋਂ ਪੈਦਾ ਹੋ ਕੇ ਉਹਦੇ 'ਚ ਸਮਾ ਜਾਂਦਾ ਹੈ। ਕੂਕਤ ਫਿਰਤ ਕੇਤੇ, ਰੋਬਤ ਮਰਤ ਕੇਤੇ। ਕਿੰਨੇ ਕੂਕਦੇ ਫਿਰਦੇ ਨੇ, ਕਿੰਨੇ ਰੋਂਦੇ ਫਿਰਦੇ ਨੇ, ਮਰਦੇ ਫਿਰਦੇ ਨੇ, ਮਰਦੇ ਜਾਂਦੇ ਨੇ। ਜਲ ਮੈਂ ਡੁੱਬਤ ਕੇਤੇ, ਆਗ ਮੈਂ ਜਰਤ ਹੈ। ਰੋਂਦੇ ਤਾਂ ਹੁੰਦੇ ਨੇ ਉਹ ਜਿਹੜੇ ਸਰੇਵੜੇ ਨੇ, ਭੇਡਾਂ ਵਾਂਗੂ ਸਿਰ ਜੋੜ ਕੇ। ਕੂਕਤ ਫਿਰਤ ਕੇਤੇ, ਕਿਤੇ ਕੂਕਾਂ ਮਾਰਦੇ ਫਿਰਦੇ ਹੁੰਦੇ ਨੇ। ਰੋਬਤ ਮਰਤ ਕੇਤੇ, ਹਾਂ, ਜਲ ਮੈਂ ਡੁੱਬਤ ਉਹ ਕੇਤੇ, ਮਰਨ ਆਗ ਮੈਂ ਵਾਸਤੇ ਜਰਤ। ਰੋਂਦੇ ਨੇ। ਕਹਿੰਦੇ ਸਾਨੂੰ ਉਹ ਪਤਾ ਕਾਹਦੇ ਰੋਂਦੇ ਨੇ? ਸਾਨੂੰ ਛੇਤੀ ਮੌਤ ਕਿਉਂ ਨਹੀਂ ਆਉਂਦੀ? ਉਹ ਮੌਤ ਨੂੰ ਮੁਕਤੀ ਮੰਨਦੇ ਨੇ। ਉਹ ਕਹਿੰਦੇ ਛੇਤੀ ਮੌਤ ਆਵੇ, ਇਹ ਖਹਿੜਾ ਛੁੱਟੇ। ਕਿਉਂ? ਤਪ ਜੋ ਕਰਦੇ ਨੇ, ਪੈਰ ਜੋ ਨੰਗੇ ਰੱਖਦੇ ਨੇ। ਦੁੱਖ, ਜੀਵਨ ਨੂੰ ਦੁੱਖ ਬਣਾ ਲਿਆ ਉਹਨੂੰ ਬਹੁਤ। ਆਪਣੇ ਆਪ ਦੁਖੀ ਕਰ ਲਿਆ ਜੀਵਨ ਨੂੰ। ਫਿਰ ਉਹ ਤਾਂ ਖਹਿੜਾ ਹੀ ਛੱਡਣਾ ਵੀ ਛੇਤੀ ਮੌਤ ਆਵੇ, ਸਾਨੂੰ ਛੇਤੀ ਮੁਕਤੀ ਮਿਲੇ। ਮੌਤ ਨੂੰ ਮੁਕਤੀ ਸਮਝਦੇ ਨੇ। ਜਲ ਮੈਂ ਡੁੱਬਤ ਕੇਤੇ, ਆਗ ਮੈਂ ਜਰਤ ਹੈ। ਕਿੰਨੇ ਜਲ 'ਚ ਡੁੱਬ ਕੇ ਮਰ ਜਾਂਦੇ ਨੇ ਜਾਣ ਕੇ, ਕਿੰਨੇ ਅੱਗ ਦੇ ਵਿੱਚ ਜਲ ਕੇ ਮਰਦੇ ਨੇ। ਕੇਤੇ ਗੰਗ ਬਾਸੀ, ਕੇਤੇ ਮਦੀਨਾ ਮੱਕਾ ਨਿਵਾਸੀ। ਕਿਤੇ ਗੰਗਾ ਤੇ ਜਾ ਕੇ ਵਸਦੇ ਨੇ ਕਿਨਾਰੇ ਤੇ, ਕੇਤੇ ਮਦੀਨਾ ਮੱਕਾ ਨਿਵਾਸੀ। ਕਿਤੇ ਮੱਕਾ ਮਦੀਨੇ ਦੇ ਵਿੱਚ ਨਿਵਾਸ ਕਰ ਲੈਂਦੇ ਨੇ ਜਾ ਕੇ। ਕੇਤੇ ਉਦਾਸੀ ਕੇ ਭਰਮਾਏ ਹੀ ਫਿਰਤ ਹੈ। ਕਿੰਨੇ ਉਦਾਸੀ ਬਣ ਕੇ ਤੁਰੇ ਹੀ ਫਿਰਦੇ ਨੇ। ਉਹ ਟਿਕਦੇ ਹੀ ਨਹੀਂ ਕਿਥੋਂ, ਚੱਲਦੇ ਹੀ ਫਿਰਦੇ ਰਹਿੰਦੇ ਨੇ। ਕਰਵਤ ਸਹਿਤ ਕੇਤੇ, ਭੂਮ ਮੈਂ ਗੜਤ ਕੇਤੇ। ਕਿੰਨੇ ਸਿਰ ਤੇ ਆਰਾ ਸਹਿੰਦੇ ਨੇ। ਕਰਵਤ, ਉਹ ਉੱਥੇ ਕਾਸ਼ੀ ਜਾ ਕੇ ਆਰੇ ਦਾ ਆਪਣੇ ਆਪ ਨੂੰ ਚਰਾ ਕੇ ਮਰਦੇ ਨੇ। ਕਾਹਦੇ ਵਾਸਤੇ? ਮੁਕਤੀ ਵਾਸਤੇ, ਸ਼ਾਂਤੀ ਵਾਸਤੇ। ਗਿਆਨ ਨਹੀਂ ਹੈ। ਗਿਆਨ ਵਾਲਾ ਮਾਰਗ ਛੱਡਿਆ ਹੈ ਸੰਸਾਰ ਦਾ। ਗਿਆਨ ਵਾਲਾ ਮਾਰਗ ਛੱਡ ਕੇ
ਵੇਦ ਵਾਲਾ ਮਾਰਗ, ਵੇਦ ਗਿਆਨ ਨੂੰ ਕਹਿੰਦੇ ਨੇ, ਵੇਦ ਵਾਲਾ ਮਾਰਗ ਛੱਡ ਕੇ ਧੱਕੇ ਖਾਂਦੇ ਫਿਰਦੇ ਨੇ। ਹੁਣ ਆਲ ਪਤਾਲ ਗਾਉਂਦੇ ਫਿਰਦੇ ਨੇ। ਵੇਦ ਦਾ ਮੈਂ ਨਾਮ ਉੱਤਮ ਸੋ ਸੁਣਿਆ ਨਹੀਂ, ਵੇਦ ਦੇ ਵਿੱਚ ਨਾਮ ਨੂੰ ਉੱਤਮ ਕਿਹਾ ਤਾਂ ਸੁਣਿਆ ਨਹੀਂ। ਹੁਣ ਬੇਤਾਲੇ ਫਿਰੇ, ਜੋ ਬੇਤਾਲਿਆ ਬੇਤਾਲੇ ਹੋਏ ਫਿਰਦੇ ਨੇ, ਪਤਾ ਹੀ ਨਹੀਂ ਕੀ ਕਰੀਏ, ਹੁਣ ਕਿੱਧਰ ਨੂੰ ਜਾਈਏ। ਆਏ ਉਹ ਬੇਤਾਲੇ ਹੀ ਕਰਦੇ ਫਿਰਦੇ ਨੇ, ਕੋਈ ਕੁਛ ਕੋਈ ਫਿਰ ਜਾ ਮਾਰਾ ਆ ਗਿਆ, ਕੋਈ ਕਿਵੇਂ ਕਰਦਾ, ਕੋਈ ਕਿਵੇਂ ਕਰਦਾ, ਆਪ ਆਪਣੀ ਬੁੱਧੀ ਅਨੁਸਾਰ ਕਰਦਾ। ਮੈਂ ਗੱਡ ਕੀਤੇ ਕਿੰਨੇ ਭੂਮੀ ਦੇ ਵਿੱਚ ਗੱਡੇ ਇਹਨਾਂ ਨੇ ਕੱਢ ਕੇ ਖੜੇ ਜਾਂਦੇ ਰਹਿੰਦੇ ਨੇ, ਆਪਣੇ ਆਪ ਨੂੰ ਗੱਡ ਲੈਂਦੇ। ਵੀ ਇਹ ਤਪੱਸਿਆ। ਸੂਆ ਪੈ ਚੜ੍ਹਤ ਕੀਤੇ ਦੁੱਖ ਕੋ ਭਰਤ ਹੈ, ਕਿਤੇ ਸੂਲਾਂ ਦੇ ਉੱਤੇ ਪੈਂਦੇ ਨੇ ਕੰਡਿਆਂ ਦੇ, ਦੁੱਖ ਕੋ ਭਰਤ ਹੈ, ਦੁੱਖ ਭਰਦੇ, ਦੁੱਖ ਦਿੰਦੇ ਨੇ ਦੇਹ ਨੂੰ। ਗੈਨ ਮੈਂ ਉੜਤ ਕੀਤੇ ਜਲ ਮੈਂ ਹਰੈਤ ਕੀਤੇ, ਕਿਤੇ ਮਨ ਕਰਕੇ ਆਕਾਸ਼ ਵਿੱਚ ਉੱਡਦੇ ਨੇ, ਉਡਾਰੀਆਂ ਮਾਰਦੇ ਨੇ। ਆ ਜਿਹੜੇ ਦੱਸਦੇ ਨੇ ਨਾ ਫਿਊਚਰ, ਆ ਜਿਹੜੇ ਆਉਣ ਵਾਲਾ ਸਮਾਂ ਦੱਸਦੇ ਨੇ, ਜੋਤਸ਼ੀ ਹੋਏ ਹੋਰ ਹੋਏ, ਜੋਗੀ 100 ਸਾਖੀਆਂ ਲਿਖੀਆਂ ਜਿਨ੍ਹਾਂ ਨੇ, ਇਹ ਆਕਾਸ਼ ਚ ਉੜਨੇ ਵਾਲੇ, ਗੈਨ ਮੈਂ ਉੜਨੇ ਵਾਲੇ ਨੇ। ਐਵੇਂ ਹੀ ਉਡਾਰੀਆਂ ਬਣਦੀਆਂ, ਉਡਾਰੀਆਂ ਤੇ ਸਾਖੀਆਂ ਬਣਾਈ ਜਾਂਦੇ ਨੇ। ਜਲ ਮੈਂ ਰਹਿਤ ਕੀਤੇ, ਕਿੰਨੇ ਜਲ ਦੇ ਵਿੱਚ ਰਹਿੰਦੇ ਨੇ। ਗਿਆਨ ਕੇ ਵਿਹੀਨ ਜਕ ਜਾਰੇ ਹੀ ਮਰਤ ਹੈ, ਬਸ ਸਾਰੇ ਗਿਆਨ ਦੇ ਵਿਹੀਨ, ਜਕ ਜਾਰੇ ਹੀ ਮਰਤ ਹੈ। ਇਹ ਸਾਰੇ ਜਲ ਕੇ ਆਪਣੇ ਅੰਦਰੇ ਜਿਹੜੀ ਚਿੰਤਾ ਦੀ ਅੱਗ ਨਾਲ ਜਲੀ ਜਾਂਦੇ ਨੇ। ਚਿੰਤਾ ਸਾਰਿਆਂ ਨੂੰ ਖਾ ਰਹੀ ਹੈ, ਪ੍ਰਾਪਤੀ ਕੁਛ ਨਹੀਂ ਹੋ ਰਹੀ। ਜਿਹਨੂੰ ਪ੍ਰਾਪਤੀ ਨਹੀਂ ਹੋ ਰਹੀ, ਕੰਮ ਕੁਛ ਕਰ ਰਿਹਾ, ਪ੍ਰਾਪਤੀ ਹੋ ਨਹੀਂ ਰਹੀ। ਚਿੰਤਾ ਦੇ ਨਾਲ ਖਾਧੇ ਜਾਂਦੇ ਨੇ ਸਾਰੇ, ਚਿੰਤਾ ਦੀ ਤ੍ਰਿਸ਼ਨਾ ਦੀ ਅੱਗ 'ਚ ਸੜੀ ਜਾਂਦੇ ਨੇ ਸਾਰੇ। ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ, ਦੇਵਤੇ ਸੀ ਬੜੇ ਸੋਧ ਕੇ ਹਾਰ ਗਏ। ਵੀ ਕੀ ਕਰੀਏ ਕੀ ਨਾ ਕਰੀਏ, ਕੀ ਕਰੀਏ ਤੇ ਕੀ ਨਾ ਕਰੀਏ, ਸਾਰੇ ਜਾਂ ਤਰੀਕੇ ਫੇਲ ਹੋਈ ਜਾਂਦੇ ਨੇ। ਵਿਰੋਧ ਹਾਰੇ ਦਾਨੋ ਵੱਡੇ, ਉਹਦਾ ਸੋਧ ਕਰ ਕਰਕੇ ਹਾਰ ਗਏ ਦੇਵਤੇ। ਤਾਂ ਆਪਣੀ ਮੱਤ ਨੂੰ ਸੋਧਦੇ ਰਹੇ, ਐ ਨਹੀਂ ਐ ਕਰ ਲੋ, ਉਹਨੇ ਕਈ ਮੱਤਾਂ ਬਣਾ ਲੀਆਂ ਦੇਵਤਿਆਂ ਨੇ। ਆ ਜਿਹੜੇ ਸੰਤ ਨੇ ਦੇਵਤੇ ਹੀ ਨੇ, ਇਹਨਾਂ ਨੇ ਇੰਨੀਆਂ ਮੱਤਾਂ ਬਣਾ ਲੀਆਂ। ਆਪ ਆਪਣੀ ਬੁੱਧ ਹੈ ਜੇਤੀ ਬਣਤ ਪਿੰਨ ਪਿੰਨ ਤੋਏ ਤੇਤੀ। ਉਹ ਦੂਸਰੀ ਮੱਤ ਬਣਾਉਣੀ, ਦੂਸਰੀ ਨੂੰ ਸੋਧਣਾ ਹੀ ਹੁੰਦਾ ਦੂਜੀ ਨੂੰ, ਵੀ ਇਹ ਨਹੀਂ ਵੀ ਕਾਮਯਾਬ ਹੋਈ, ਹੁਣ ਆਹ ਤਰੀਕਾ ਅਪਣਾ ਲਈਏ। ਇਹ ਵੀ ਨਹੀਂ ਕਾਮਯਾਬ ਹੋਇਆ, ਹੁਣ ਆਹ ਤਰੀਕਾ ਅਪਣਾ ਲਈਏ। ਇਹ ਹਾਰ ਗਏ ਸਾਰੇ ਸੋਧ ਕੇ, ਮੱਤਾਂ ਬਦਲ ਕੇ। ਆਹ ਚਾਬੀ ਨਹੀਂ ਕੰਮ ਕਰਦੀ, ਹੁਣ ਦੂਈ ਫੜ ਲਈਏ, ਦੂਈ ਚਾਬੀ ਲਾ ਲਈਏ। ਇਹ ਚਾਬੀ ਨਾਲ ਵੀ ਨਟ ਖੋਲਿਆ, ਦੂਈ ਲਾ ਲਈਏ। ਸਾਰੀਆਂ ਚਾਬੀਆਂ ਫੇਲ ਹੋ ਗਈਆਂ, ਨਟ ਨਹੀਂ ਖੋਲਿਆ ਇਹਨਾਂ ਤੇ। ਵਿਰੋਧ ਹਾਰੇ ਦਾਨੋ ਵੱਡੇ, ਜਿਹੜੇ ਬੜੇ ਬੜੇ ਰਾਖਸ਼ ਸੀ, ਉਹਨਾਂ ਨੇ ਮੱਤ ਤਾਂ ਨਹੀਂ ਕੋਈ ਬਣਾਈ, ਉਹਨਾਂ ਨੇ ਤਾਂ ਵਿਰੋਧ ਹੀ ਕਰਤਾ। ਸਾਰੇ ਰਿਜੈਕਟ, ਉਹ ਵਿਰੋਧ ਕਰ ਕਰਕੇ ਹਾਰ ਗਏ। ਇਹ ਮੱਤਾਂ ਨਵੀਆਂ ਬਣਾ ਕੇ ਹਾਰ ਗਏ। ਜਿਹੜੀ ਫੇਲ ਹੋ ਜਾਂਦੀ ਸੀ, ਰਾਖਸ਼ ਫੇਲ ਕਰਦੇ, ਨਵੀਂ ਕੱਢ ਲੈਂਦੇ। ਉਹ ਫੇਲ ਹੋ ਗਈ, ਨਵੀਂ ਕੱਢ ਲੈਂਦੇ। ਉਹ ਫੇਲ ਹੋ ਗਈ, ਨਵੀਂ ਕੱਢ। ਇਹ ਵੀ ਹਾਰ ਗਏ, ਉਹ ਵੀ ਹਾਰ ਗਏ, ਬਾਜੀ ਦੋਏ ਹਾਰ ਗਏ। ਵਿਰੋਧ ਹਾਰੇ ਦਾਨੋ ਵੱਡੇ, ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ। ਜਿਹੜੇ ਬੋਧਕ ਸੀ, ਬੁੱਧਵਾਨ ਸੀ, ਉਹ ਕਿਤਾਬਾਂ ਲਿਖ ਕੇ ਲੈਕਚਰ ਦੇ ਕੇ ਉਹ ਵੀ ਹਾਰ ਗਏ। ਜਿਵੇਂ ਸਾਡੇ ਆਪ ਲੈਕਚਰ ਦਿੰਦੇ ਨੇ, ਰੋਜ਼ ਸੈਮੀਨਾਰ ਬਣਾ ਲੈਂਦੇ ਨੇ, ਸੈਮੀਨਾਰ ਕਰੀ ਜਾਂਦੇ ਨੇ। ਆਪਣੇ ਆਪ ਨੂੰ ਬੁੱਧੀਜੀਵੀ ਜਿਹੜੇ ਕਹਾਉਂਦੇ ਨੇ, ਆਪਣੇ ਆਪ ਨੂੰ ਸੈਮੀਨਾਰ ਕਰ ਲੈਂਦੇ ਨੇ, ਰਿਜ਼ਲਟ ਕੋਈ ਵੀ ਨਹੀਂ। ਇਹ ਵੀ ਹਾਰ ਗਏ ਸਾਰੇ। ਬੋਧ ਹਾਰੇ ਬੋਧਕ ਅਬੁੱਧੀਜੀਵੀ, ਪ੍ਰਬੋਧ ਹਾਰੇ ਜਾਪਸੀ। ਪ੍ਰਬੋਧ ਹਾਰੇ ਜਾਪਸੀ, ਜਿਹੜੇ ਜਪਣ ਵਾਲੇ ਸੀ, ਸਮਝਣ ਵਾਲੇ ਸੀ। ਕਿਹਨੂੰ? ਰਮਾਇਣ ਸਮਝਦੇ ਸੀ, ਗੀਤਾ ਸਮਝਦੇ ਸੀ, ਕਰਦੇ ਨਾ ਕਥਾ ਗੀਤਾ ਦੀ। ਇਹ ਪ੍ਰਬੋਧ ਨੇ ਗਿਆਨ ਨੂੰ ਹੋਰ ਉੱਤੇ ਲੈ ਕੇ ਜਾਣਾ, ਗਿਆਨ ਦੇ ਉੱਤੇ ਗਿਆਨ ਲੈ ਕੇ ਜਾਣਾ। ਇਹ ਪ੍ਰਬੋਧ ਹੈ, ਗਿਆਨ ਪ੍ਰਬੋਧ ਹੁੰਦਾ। ਜਿਹੜਾ ਅੱਜ ਤਾਈਂ ਸਾਨੂੰ ਗਿਆਨ ਹੈ ਨਾ, ਉਹ ਤੋਂ ਅੱਗੇ ਦਾ ਗਿਆਨ ਦੇ ਨਾਲ ਇਹਨੂੰ ਕਥਾ ਨੂੰ ਕਰਨਾ, ਉਹ ਤੋਂ ਹੋਰ ਅੱਗੇ ਸਮਝ ਕੇ ਕਥਾ ਕਰਨੀ। ਪ੍ਰਬੋਧ ਹਾਰੇ ਜਾਪਸੀ। ਇਹ ਜਾਪਸੀ ਨੇ। ਜਪਣਾ ਉਹ ਤਾਂ ਸਮਝਣਾ, ਸਮਝਣ ਵਾਲੇ ਪ੍ਰਬੋਧ ਕਰ ਕਰਕੇ ਹਾਰ ਗਏ। ਹੁਣ ਜੋ ਗ੍ਰੰਥ ਹੈ ਉਹ ਨਾ ਤੁਹਾਡੇ ਕੋਲ,
ਰਿੜਕਦੇ ਹੀ ਪਾਣੀ ਹੋ ਜਾ ਤੁਸੀਂ, ਉਹ ਜੋ ਖੜਗ ਤੋਂ ਨਿਕਲਿਆ ਹੋਊਗਾ। ਕਥਾ ਕਹਾਣੀਆਂ ਨੂੰ ਰਿੜਕਣ ਲੱਗੇ ਹੋਏ, ਸਮਝਣ ਲੱਗੇ, ਉਤੋਂ ਕੀ ਪਤਾ ਪੱਲੇ ਪਊਗਾ। ਜਿਹੜਾ ਇਤਿਹਾਸ ਨੂੰ ਰਿੜਕਦੇ ਨੇ ਉਹਨਾਂ ਦੇ ਕੀ ਪੱਲੇ ਪੈ ਜੂ, ਤੱਤ ਹੀ ਨਹੀਂ। ਰਿੜਕਦੇ ਤਾਂ ਉਹ ਚੀਜ਼ ਜੀ ਤੱਤ ਹੈ ਨਹੀਂ, ਲੱਭਦੇ ਹੋ ਤੱਤ, ਉੱਥੋਂ ਤੱਤ ਕਿਵੇਂ ਲੱਭ ਜਾਂਦਾ। ਘਾਸਾ ਹਾਰੇ ਚੰਦਨ ਲਗਾਏ ਹਾਰੇ ਚੁਆਚਾਰ। ਚੰਦਨ ਘਸਾ ਘਸਾ ਹਾਰ ਕੇ ਵਿਚਾਰੇ, ਜ਼ਿੰਦਗੀਆਂ ਲੰਘੀਆਂ, ਕਿਸੇ ਨੂੰ ਕੁਝ ਨਹੀਂ ਮਿਲਿਆ। ਜਿਹੜੇ ਟਿੱਕੇ ਲਾਉਂਦੇ ਰਹੇ, ਲਗਾਏ ਹਾਰੇ ਚੁਆਚਾਰ। ਚੰਦਨ ਦੇ ਰਗੜੇ ਹੋਏ ਵਿੱਚ ਕੇਸਰ ਮਿਲਾਇਆ ਹੋਇਆ ਚੋਆ, ਅਚਾਰਨ ਬਥੇਰਾ ਕਰਦੇ ਰਹੇ, ਉਹ ਵੀ ਹਾਰ ਕੇ ਨਹੀਂ ਮਿਲਿਆ। ਕਿਸੇ ਨੂੰ ਨਹੀਂ ਮਿਲਿਆ ਕੁਛ, ਛੱਡਿਆ ਕੋਈ ਨਹੀਂ, ਸਾਰੇ ਹੀ ਲੈ ਲਏ ਇਹਦੇ ਚ। ਪੂਜ ਹਾਰੇ ਪਾਹਣ ਚੜਾਏ ਹਾਰੇ ਲਾਪਸੀ। ਆ ਪੱਥਰ ਪੂਜ ਪੂਜ ਕੇ ਕਹਿੰਦੇ ਹਾਰ ਗਏ ਵਿਚਾਰੇ, ਵੀ ਥੱਕ ਗਏ, ਨਹੀਂ ਗੱਲ ਨਹੀਂ ਬਣੀ। ਕਿਸੇ ਨੂੰ ਧੰਨੇ ਦੀ ਤਾਂ ਕਹਾਣੀ ਕਰ ਲਈ ਝੂਠੀ, ਦੁਬਾਰਾ ਉਹਦਾ ਝੂਠੀ ਕਹਾਣੀ ਸੀ, ਉਹਨੂੰ ਸੱਚ ਮੰਨ ਕੇ ਜੇ ਕਰੀ ਜਾਂਦਾ ਮਿਲਣਾ ਨਹੀਂ ਹੈ ਉੱਥੋਂ ਕੁਛ। ਕਹਾਣੀ ਤਾਂ ਝੂਠੀ ਹੈ, ਝੂਠੀ ਕਹਾਣੀ ਮਗਰ ਲਾਤੇ। ਹੁਣ ਲਾਪਸੀ ਚੜਾਈ ਜਾਂਦੇ ਨੇ ਵੀ ਤੂੰ ਖਾਏਂਗਾ ਤਾਂ ਮੈਂ ਖਾਊਂਗਾ, ਨਾ ਉਹਨੇ ਖਾਣੀ ਹੈ। ਚੜਾਏ ਹਾਰੇ ਲਾਪਸੀ, ਲਾਪਸੀ ਚੜਾ ਹਾਰ ਗਏ ਸਾਰੇ। ਉਹ ਤਾਂ ਸਾਖੀਓ ਝੂਠੀ ਸੀ, ਜੇ ਸੱਚੀ ਹੁੰਦੀ ਤਾਂ ਹੋਰ ਨਾ ਕੋਈ ਖੜਾ ਦਿੰਦਾ ਬਾਅਦ ਚ। ਗਾਹ ਹਾਰੇ ਗੋਰਨ ਮਨਾਏ ਹਾਰੇ ਮੜੀ ਮੱਟ। ਆ ਜਿਹੜੀਆਂ ਗੋਰਾਂ ਨੇ, ਕਬਰਾਂ ਨੇ, ਇਹਨਾਂ ਨੂੰ ਗਾਹ ਕੇ ਦਰਸ਼ਨ ਕਰ ਕਰਕੇ ਲੋਕ ਹਾਰ ਗਏ। ਰੋਜ਼ 8ਵੇਂ ਦਿਨ ਜਾਂਦੇ ਨੇ ਨਾ, 8ਵੇਂ ਦਿਨ ਕਬਰਾਂ ਦੇ ਮੇਲੇ ਲੱਗਦੇ ਨੇ, ਉਹ ਗਾਹੇ ਪਾਉਂਦੇ ਨੇ ਤੇ ਹੋਰ ਕੀ ਕਰਦੇ ਨੇ। ਗਾਹ ਹਾਰੇ ਗੋਰਨ, ਗੋਰਾਂ ਨੂੰ ਗਾਹ ਕੇ ਬਥੇਰੇ ਥੱਕ ਗਏ। ਮਨਾਏ ਹਾਰੇ ਮੜੀ ਮੱਟ। ਬੜੀਆਂ ਮੱਠਾਂ ਨੂੰ ਬਣਾਉਣੇ ਵਾਲੇ ਜਿਹੜੇ ਨੇ ਹਿੰਦੂ ਨੇ, ਉਹ ਮੜੀ ਮੱਠ ਨੇ, ਉਹ ਬਣਾ ਕੇ ਵੀ ਹਾਰ ਗਏ। ਕੁਛ ਨਹੀਂ ਪ੍ਰਾਪਤੀ ਹੋਈ, ਕਿਸੇ ਨੂੰ ਗਿਆਨ ਪ੍ਰਾਪਤ ਨਹੀਂ ਹੋਇਆ, ਪਰਮੇਸ਼ਰ ਦਾ ਗਿਆਨ ਨਹੀਂ ਆਤਮ ਗਿਆਨੀ ਨਹੀਂ ਬਣੇ, ਆਤਮਾ ਨਹੀਂ ਜਾਣੀ। ਉਹ ਆਤਮਾ ਦੀ ਗੱਲ ਤਾਂ ਸਾਰੀ ਉਹਦੇ ਸਰੀਰ ਦੀ ਆ, ਉੱਥੇ ਦੱਬਿਆ ਦਾ ਸਰੀਰ ਹੋਇਆ ਜਿੱਥੇ ਤੁਸੀਂ ਗੌਰ ਤੇ ਬੜੀ ਤੇ ਜਾਂਦੇ ਹੋ। ਆਤਮਾ ਦਾ ਗਿਆਨ ਕਿੱਥੋਂ ਹੋਣਾ ਉੱਥੇ? ਆਤਮਾ ਨੇ ਛੱਡਤੀ, ਸਰੀਰ ਲੈ ਲਿਆ, ਸਰੀਰ ਤੇ ਕੰਮ ਬੜੀ ਲੈ ਲਈ, ਉਹਦਾ ਪੁੱਠੇ ਪਾਸੇ ਨੂੰ ਤੀਜੀ ਪੀੜ੍ਹੀ ਚਲੀ ਗਈ। ਹੋਰ ਲੀਪ ਹਾਰੇ ਭੀਤਨ ਲਗਾਏ ਹਾਰ ਛਾਪਸੀ। ਦੁਆਰਾ ਲਿਪ ਲਿਪ ਕੇ ਉਹ ਲਾਉਂਦੇ ਨੇ, ਸਾਂਝੀ ਲਾਉਂਦੇ ਨੇ, ਹੱਥ ਲਾਉਂਦੇ ਨੇ ਭੱਜੇ, ਇਹ ਕੰਨਾਂ ਲਿਪ ਲਿਪ ਕੇ ਹਾਰ ਗਏ। ਛਾਪਾਂ ਲਾ ਕੇ, ਪੰਜੇ ਲਾ ਕੇ ਛਾਪਾਂ ਲਗਾਏ ਹਾਰ ਛਾਪਸੀ ਲਾਉਂਦੇ ਨੇ ਦੀਵਾਲੀਆਂ ਨੂੰ, ਔਰ ਹੋਰ ਦੁਸਹਿਰੇ ਨੂੰ ਸਾਂਝੀ ਲਾਉਂਦੇ ਨੇ। ਉਹ ਜਿਹੜੇ ਕੀ ਇਹ ਲਾ ਕੇ ਹਾਰ ਗਏ ਸਾਰੇ। ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਭ। ਗੰਧਰਵ ਰਾਗ ਬਜਾਉਂਦੇ ਵਿਚਾਰੇ ਹਾਰ ਗਏ। ਸਾਡੇ ਢੋਲਕੀਆਂ ਬਾਜੇ ਲਈ ਫਿਰਦੇ ਨੇ, ਤਬਲੇ ਲਈ ਫਿਰਦੇ ਨੇ, ਸਾਰੇ ਰਾਗੀ ਥੱਕ ਕੇ ਕੁਛ ਨਹੀਂ ਮਿਲਿਆ। ਅਜੋ ਪਤਾ ਹੀ ਨਹੀਂ ਲੱਗਿਆ ਨਾਮ ਕੀ ਹੁੰਦਾ, ਕਿਸੇ ਨੂੰ ਸਮਝ ਨਹੀਂ ਆਈ ਗੁਰਬਾਣੀ ਕੀ ਕਹਿੰਦੀ ਹੈ। ਸਾਰੇ ਹਾਰ ਗਏ। ਗਾਏ ਹਾਰੇ ਗੰਧਰਵ, ਆ ਜਿਹੜੇ ਰਾਗੀ ਨੇ ਗਲਾ ਪਾੜ ਕੇ ਥੱਕ ਗਏ ਵੀ। ਬਜਾਏ ਹਾਰੇ ਕਿੰਨਰ ਸਭ, ਕਿੰਨਰ ਜਿਹੜੇ ਨੇ ਵਜਾ ਕੇ ਥੱਕ ਗਏ। ਪਾਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ। ਜਿਹੜੇ ਪੰਡਤ ਨੇ ਵਿਚਾਰੇ ਕਥਾ ਵਾਚਕ ਨੇ, ਸਾਡੇ ਵਿਦਵਾਨ ਪੰਡਤ ਹੁੰਦੇ ਨੇ, ਪਾਚ ਹਾਰੇ ਪੰਡਤ, ਉਹ ਵੀ ਭੱਜ ਗਏ, ਉਹਨਾਂ ਨੂੰ ਵੀ ਕੁਛ ਨਹੀਂ ਮਿਲਿਆ। ਤਪਤ ਪੰਡਤ ਨੇ ਨਾ, ਉਹ ਵੀ ਭੱਜ ਗਏ। ਤਪਤ ਹਾਰੇ ਤਾਪਸੀ। ਉਹਦੇ ਦੂਏ ਨੇ, ਸਾਡੇ ਕਈ ਤਪ ਕਰਨ ਵਾਲੇ ਨੇ, ਸਾਡੇ ਵੀ, ਜਿਹੜੇ ਕਹਿੰਦੇ ਨੇ ਜੀ ਆ ਕਿਸੇ ਦਾ ਝੂਠਾ ਨਹੀਂ ਖਾਣਾ, ਉਹ ਨਹੀਂ ਖਾਣਾ, ਆਪੇ ਬਣਾ ਕੇ ਖਾਣਾ, ਉਹ ਵੀ ਭੱਜ ਹਾਰੇ, ਕਿਸੇ ਨੂੰ ਕੁਛ ਨਹੀਂ ਪ੍ਰਾਪਤ ਹੋਇਆ। ਉਹ ਵੀ ਭੱਜ ਗਏ ਸਾਰੇ ਕਰਦੇ ਵਿਵੇਕ ਧਾਰਨ ਕਰੀ ਫਿਰਦੇ ਨੇ। ਅਸੀਂ ਹੱਥ ਨਹੀਂ ਲਾਉਣ ਦਿੰਦੇ ਦੂਏ ਨੂੰ। ਦੁੱਧ ਸਾਡੀਓ ਮੈਸ ਦਾ, ਪਰ ਜਾ ਉਹਨਾਂ ਦੇ ਚਲਿਆ ਗਿਆ ਨਾ ਭਾਂਡੇ 'ਚ, ਫੇਰ ਨਹੀਂ ਉਂਗਲ ਤੁਸੀਂ ਲਾ ਸਕਦੇ, ਫੇਰ ਲਾ ਲੈ, ਫਿਰ ਪਟਿਆ ਗਿਆ। ਪਹਿਲਾਂ ਆਪੇ ਚੋਇਆ, ਉਸੇ ਦਾ ਦੁੱਧ ਉਸ ਨੂੰ ਹੱਥ ਨਹੀਂ ਲਾਉਣ ਦਿੰਦੇ। ਪਹਿਲਾਂ ਚਾਹੇ ਕੁਛ ਵੀ ਹੋਵੇ, ਜਾਂ ਉਹਨਾਂ ਦੇ ਭਾਂਡੇ 'ਚ ਪੈ ਗਿਆ ਫੇਰ ਹੱਥ ਨਾ ਲਾਓ। ਫਿਰ ਉਹ ਪੰਡਤ ਵਾਲੀ ਉਹ ਗੱਲ ਹੋ ਗਈ ਨਾ, ਚੌਕੇ ਉੱਪਰ ਕਿਹਨਾਂ ਨੇ ਜਾਣਾ। ਤੋ ਪ੍ਰਸਾਦ ਭੁਜੰਗ ਪ੍ਰਿਆਤ ਛੰਦ, ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ। ਉਸੇ ਖੂਹ ਤੋਂ ਪਾਣੀ ਅਸੀਂ ਲਿਆਉਣਾ, ਉਸੇ ਤੋਂ ਉਹਨਾਂ ਨੇ ਲਿਆਉਣਾ। ਜਾਂ ਉਹਨਾਂ ਦੇ ਪਾਣੀ ਨੂੰ ਜੇ ਹੱਥ ਲਾ ਤਾਂ ਫਿਰ ਗਿਆ। ਉਸੇ ਚੱਕੀ ਦਾ ਆਟਾ ਤੁਹਾਡਾ, ਉਸੇ ਦਾ ਸਾਡਾ। ਪਰ ਉਹਨਾਂ ਕੋਲ ਜੇ ਆਟਾ ਆ ਗਿਆ ਫਿਰ ਨਹੀਂ ਹੱਥ ਲਾ ਸਕਦੇ।
ਕੀ ਹੈ ਇਹ ਗੱਲ ਸਾਰੀ? ਕਿੱਥੇ ਹੈ ਗਿਆਨ ਦੀ ਗੱਲ? ਗਿਆਨ ਕਿੱਥੇ ਰਹਿ ਗਿਆ? ਗਿਆਨ ਬਹੁਤ ਦੂਰ ਨਿਕਲ ਗਿਆ। ਗਿਆਨ ਹੋਰ ਜਗ੍ਹਾ ਰਹਿ ਗਿਆ। ਇਹ ਤਾਂ ਪੰਡਤ ਵਾਲਾ ਰਾਹ ਫੜ ਲਿਆ। ਇਹ ਤਾਂ ਪੰਡਤ ਵਾਲਾ ਰਾਹ ਸੀ। ਇਹ ਰਾਹ ਕੁਛ ਨਹੀਂ ਸੀ ਪ੍ਰਾਪਤੀ, ਅਗਿਆਨਤਾ ਦਾ ਰਾਹ ਹੈ। ਤਾਂ ਪਹਿਲਾਂ ਲੋਕ ਕਰਦੇ ਹੀ ਸੀ, ਉਹੀ ਅਸੀਂ ਕਰ ਲਾਂਗੇ। ਇਹ ਤਾਂ ਛਡਾਇਆ ਸੀ ਰਾਹ, ਇਹ ਤਾਂ ਛਡਾਇਆ ਸੀ ਰਾਹ, ਜਿਹੜੇ ਰਾਹ ਪੈ ਗਏ। ਇਹ ਤਾਂ ਪੰਡਤ ਕਰਦਾ ਹੀ ਸੀ, ਦੇ ਕੇ ਚੌਕਾ ਕੱਢੀ ਕਾਰ, ਤਾਂ ਕਰਦਾ ਹੀ ਸੀ। ਫਿਰ ਅਸੀਂ ਵੀ ਉਹੀ ਕਰ ਲਾਂਗੇ। ਪ੍ਰਾਪਤੀ ਕੀ ਹੋਈ? ਕੁਛ ਵੀ ਨਹੀਂ। ਪ੍ਰਾਪਤੀ ਕੀ ਹੋਣੀ ਸੀ? ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ। ਨਾ ਰਾਗੰ ਨਾ ਰੰਗੰ। ਰਾਗ ਤੇ ਪਰੇ ਹੈ ਤੂੰ, ਪਰ ਰਾਗੀਆਂ ਦੇ ਹੱਥ ਚੱਕੀ ਪਈ ਹੈ। ਰਾਗੀਆਂ ਦੇ ਹੱਥ ਚੱਕੀ ਪਈ ਹੈ। ਰਾਗ ਵਾਲਾ ਰਾਗੀਆਂ ਦੇ ਸਕੂਲ ਖੁੱਲਦੇ ਨੇ, ਕਾਲਜ ਖੋਲਦੇ ਨੇ। ਉਹ ਕਹਿੰਦੇ ਰਾਗ ਤੋਂ ਪਰੇ ਹੈ, ਰਾਗ ਤੋਂ ਪਰੇ ਹੈ। ਰਾਗ ਨਾਲ ਪ੍ਰਾਪਤੀ ਨਹੀਂ ਹੈ। ਰਾਗੇ ਨਾਦ ਦੇ ਬਾਹਰ ਆ। ਰਾਗ ਔਰ ਨਾਦ ਤੋਂ ਪਰੇ ਹੈ ਤੂੰ। ਨਾਦ ਹੁੰਦਾ ਰਾਗ, ਆਵਾਜ਼ ਜਿਹੜੀ ਉਹ ਨਾਦ ਹੈ। ਰਾਗ ਆ ਟਿਊਨ, ਟਿਊਨ ਦਾ ਨਾਮ ਰਾਗ ਹੈ। ਰਾਗ ਤਾਂ ਸਿਰਫ ਟਿਊਨ ਦਾ ਨਾਮ ਹੈ। ਆਵਾਜ਼ ਜਿਹੜੀ ਨਿਕਲਦੀ ਹੈ ਉਹ ਨਾਦ ਹੈ। ਆਵਾਜ਼ ਵਿੱਚ ਗਿਆਨ ਹੈ ਨਾ। ਰਾਗੇ ਨਾਦ ਦੇ ਬਾਹਰ ਆ। ਚਾਹੇ ਨਾਦ ਵੀ ਹੈ, ਚਾਹੇ ਗੁਰਬਾਣੀ ਵੀ ਤੁਸੀਂ ਗਾਉਂਦੇ ਹੋ, ਪਰ ਚੇਤਨ ਉਹਦੇ ਬਾਹਰ ਖੜਾ ਹੈ। ਆਤਮਾ ਨਹੀਂ ਹੈ ਉਹਦੇ ਵਿੱਚ, ਆਵਾਜ਼ ਦੇ ਵਿੱਚ। ਆਤਮਾ ਬੋਲ ਰਹੀ ਹੈ ਜ਼ਰੂਰ, ਆਤਮਾ ਬੋਲ ਰਹੀ ਹੈ। ਆਤਮਾ ਨਹੀਂ ਹੁੰਦੀ ਆਵਾਜ਼ ਦੇ ਵਿੱਚ। ਆਹੋ, ਜੋ ਬੋਲ ਰਹੀ ਹੈ ਉਹ ਆਤਮਾ ਹੈ। ਆਤਮਾ ਪਿੱਛੇ ਖੜੀ ਹੈ, ਆਵਾਜ਼ ਅੱਗੇ ਜਾਂਦੀ ਹੈ। ਆਵਾਜ਼ 'ਚ ਆਤਮਾ ਕਿੱਥੇ ਹੁੰਦੀ ਹੈ? ਨਾਦ ਵਿੱਚ ਆਤਮਾ ਕਿੱਥੇ ਹੁੰਦੀ ਹੈ? ਉਹ ਤਾਂ ਮੂੰਹ ਕਾ ਕਿਹਾ ਭਾਵ ਹੈ। ਜਿੰਨਾ ਚਿਰ ਇਹ ਦੋਹਾਂ ਗੱਲਾਂ ਨੂੰ ਨਹੀਂ ਸਮਝਦੇ, ਕੱਖ ਨਹੀਂ ਪੱਲੇ ਪੈ ਸਕਦਾ। ਮੂੰਹ ਕਾ ਕਿਹਾ ਕੀ ਹੈ? ਭਾਵ ਬਹੁਤ ਆਤਮਾ ਹੁੰਦੀ ਹੈ, ਬਹੁਤ ਆਤਮਾ ਨਹੀਂ ਹੁੰਦੀ। ਬਹੁਤ ਆਤਮਾ ਨੂੰ ਜਗਾ ਸਕਦੀ ਹੈ, ਕਿਸੇ ਦੂਸਰੀ ਆਤਮਾ ਨੂੰ ਜਗਾ ਸਕਦੀ ਹੈ। ਬਹੁਤ ਇੱਕ ਗਿਆਨ ਹੁੰਦਾ। ਗਿਆਨ ਜੇ ਲੱਗ ਜੇ ਤੀਰ ਉਹਦੇ, ਬਹੁਤ ਜੇ ਬਾਣੀ ਜੇ ਬਣ ਕੇ ਲੱਗ ਜੇ ਕਿਸੇ ਦੇ। ਕਬੀਰ ਕਹਿੰਦਾ, ਕਬੀਰ ਸਤਿਗੁਰ ਸੂਰਮੇ ਮੈਂ ਬਾਣ ਜੋ ਵਾਹਿਆ ਇੱਕ। ਇਹ ਤਾਂ ਬਾਣ ਨੇ ਬਾਣੀ ਦੇ ਚਲਾਈ ਦੇ ਹੁੰਦੇ। ਇਹ ਤਾਂ ਆਤਮਾ ਜਗਾਉਣ ਵਾਸਤੇ ਹੈ। ਬਾਣੀ ਦੇ ਬਾਣ ਤੀਰ ਚਲਾਏ ਨੇ। ਇਹਨਾਂ ਨੂੰ ਆਉਂਦਾ ਆਨੰਦ। ਆਨੰਦ ਜਿਹਨੂੰ ਆਉਂਦਾ ਉਹਨੂੰ ਕੱਖ ਨਹੀਂ ਮਿਲਦਾ ਹੁੰਦਾ। ਜਿਹਨੂੰ ਬਾਣੀ ਪਰੇਸ਼ਾਨ ਨਹੀਂ ਕਰਦੀ ਉਹਨੂੰ ਕੱਖ ਨਹੀਂ ਮਿਲਦਾ। ਇਹਨੂੰ ਇਹ ਤਾਂ ਪਰੇਸ਼ਾਨ ਕਰਦੀ ਹੈ। ਪਰੇਸ਼ਾਨ ਕਰਨਾ ਚਾਹੀਦਾ ਇਹਨੂੰ। ਤਾਂ ਮਿਲਿਆ ਉਹਨੂੰ ਆ ਜਿਹਨੂੰ ਪਰੇਸ਼ਾਨ ਕੀਤਾ। ਮੇਰਾ ਕੁਝ ਖੋ ਗਿਆ, ਮੈਂ ਉਲਟੇਰਾ ਪੈ ਗਿਆ, ਬਹੁਤ ਦੂਰ ਚਲਾ ਗਿਆ, ਪਰੇਸ਼ਾਨ ਹੋਊਗਾ। ਜਿਹੜਾ ਰਾਹ ਭੁੱਲ ਕੇ ਆਦਮੀ 40 ਸਾਲ ਕੋਈ ਤੁਰਦਾ ਗਲਤ ਰਸਤੇ ਚਲਾ ਗਿਆ, ਜਾਂ ਉਹਨੂੰ ਠੀਕ ਰਸਤੇ ਦਾ ਪਤਾ ਲੱਗਣਾ, ਪਰੇਸ਼ਾਨ ਨਹੀਂ ਹੋਊ ਤਾਂ ਕੀ ਹੋਊਗਾ? ਜਿਹਨੇ ਕੰਮ ਹੀ ਨਹੀਂ ਕੀਤਾ ਸ਼ੁਰੂ, ਗੁਰਦੁਆਰੇ ਜਾਂਦੇ ਰਹੇ ਨੂੰ 50 ਸਾਲ ਹੋ ਗਏ, ਜਦੋਂ ਉਹਨੂੰ ਪਤਾ ਲੱਗਿਆ ਪਰੇਸ਼ਾਨ ਨਹੀਂ ਹੋਊ ਤਾਂ ਕੀ ਹੋਊਗਾ? ਤੇਰੇ 50 ਸਾਲ ਖਰਾਬ ਹੋ ਗਏ। ਆਨੰਦ ਕਿਹੜੀ ਗੱਲ ਦਾ ਹੁੰਦਾ ਹੈ? ਆਨੰਦ ਆਉਂਦਾ ਸਿਰ ਪੀੜ ਦੀ ਗੋਲੀ ਦਾ। ਜਿਨ੍ਹਾਂ ਨੇ ਰਾਗ ਨੂੰ ਕੰਨ ਰਸ ਬਣਾਇਆ ਨਾ, ਉਹਨਾਂ ਨੇ ਇਹਨੂੰ, ਜਿਵੇਂ ਸਿਰ ਪੀੜ ਹੁੰਦੀ ਹੈ ਗੋਲੀ ਲੈ ਲਈ, ਹਟ ਗਈ। ਸਮਝਿਆ ਨਹੀਂ? ਟੈਂਪਰੇਰੀ ਇਲਾਜ ਕਰ ਲਿਆ, ਉਹ ਨਸ਼ਾ ਹੋ ਗਿਆ। ਜੇ ਨਹੀਂ ਸੁਣਦੇ ਤਾਂ ਸਿਰ ਦੁਖਦਾ, ਨਹੀਂ ਗੋਲੀ ਲੈਂਦੇ ਸਿਰ ਦੁਖਦਾ। ਇਹ ਤਾਂ ਨਸ਼ਾ ਹੈ, ਇਹੀ ਨਸ਼ਾ ਹੈ। ਇਹ ਨਸ਼ਾ ਨਹੀਂ ਸੀ ਲਾਉਣਾ। ਗਿਆਨ ਵਿਚਾਰ ਕਰਨੀ ਸੀ। ਗਿਆਨ ਵਿਚਾਰ ਵੀ ਨਸ਼ਾ ਹੈ। ਪਰ ਜੇ ਗਿਆਨ ਵਿਚਾਰ ਵਾਲਾ ਨਸ਼ਾ ਲੱਗ ਜਾ, ਫਿਰ ਗਿਆਨ ਵਿਚਾਰ ਛੁੱਟਦੀ ਹੋਣੀ ਹੈ, ਫਿਰ ਨਹੀਂ ਛੁੱਟਦੀ ਹੈ। ਗਿਆਨ ਵਿਚਾਰ ਨਸ਼ਾ ਹੈ ਆਪਣੇ ਆਪ 'ਚ। ਜਿੰਨਾ ਚਿਰ ਨਸ਼ਾ ਕਰੂ ਨਹੀਂ, ਨਸ਼ੇ ਤਾਂ ਛੱਡ ਨਹੀਂ ਸਕਦਾ ਆਦਮੀ। ਨਸ਼ੇ 'ਚ ਧਿਆਨ ਰਹਿੰਦਾ ਹਰ ਵਕਤ। ਇਹ ਨਸ਼ਿਆਂ ਦੇ ਖਿਲਾਫ ਨੇ।
ਨਾਮ ਆਪਣੇ ਆਪ 'ਚ ਇੱਕ ਨਸ਼ਾ ਹੈ। ਮੱਛੀ ਨੂੰ ਪਾਣੀ ਦਾ ਨਸ਼ਾ ਹੈ। ਜੇ ਪਾਣੀ ਥੋੜਾ ਹੋ ਜਾਏ ਨਾ ਉਹਨੂੰ ਚਿੰਤਾ ਲੱਗ ਜਾਂਦੀ ਹੈ। ਪਾਣੀ ਘਟਣ ਲੱਗ ਜਾਏ ਜਿੱਥੇ ਉਹ ਰਹਿੰਦੀ ਹੈ ਚਿੰਤਾ ਲੱਗ ਜਾਂਦੀ ਹੈ। ਜਿੰਨਾ ਪਾਣੀ ਜ਼ਿਆਦਾ ਹੋਵੇ ਉਹਨੂੰ ਕੋਈ ਚਿੰਤਾ ਨਹੀਂ ਹੈ, ਹੋਰ ਪਈ ਜਾਵੇ ਵੀ ਉਹਨੇ ਕਿਹੜਾ ਡੁੱਬਣਾ ਮਰਨਾ ਵਿੱਚ। ਗਿਆਨ ਜਿੰਨਾ ਵੀ ਹੋਵੇ ਉਹਨਾਂ ਹੀ ਥੋੜਾ ਹੈ। ਜਿੰਨਾ ਥੋੜਾ ਹੈ, ਜਿਹੜੇ ਗਿਆਨ ਦੀ ਥਾਂ ਹੈਗੀ, ਮੈਨੂੰ ਪਤਾ ਮੇਰੇ ਕੋਲ ਕਿੰਨਾ ਗਿਆਨ ਹੈ, ਉਹ ਥੋੜਾ ਹੈ। ਉਹ ਥੋੜਾ ਹੈ, ਮੇਰੀ ਮਤ ਥੋੜੀ ਨਾ। ਜਿੰਨਾ ਮੇਰੇ ਕੋਲ ਆ ਥੋੜਾ ਹੈ, ਮੈਨੂੰ ਹੋਰ ਚਾਹੀਦਾ। ਜਿੰਨਾ ਉਹ ਮੇਰੇ ਕੋਲ ਆ ਗਿਆ ਉਹ ਵੀ ਥੋੜਾ ਹੋਰ ਚਾਹੀਦਾ। ਜਿੰਨਾ ਹੋਰ ਆ ਗਿਆ ਉਹ ਵੀ ਹੋਰ ਥੋੜਾ ਹੋਰ ਚਾਹੀਦਾ। ਮੱਛੀ ਹੈ, ਉਹਨੂੰ ਪਾਣੀ ਕਿੱਥੇ, ਪਾਣੀ ਨਾਲ ਉਹਦੀ ਭੁੱਖ ਕਿੱਥੇ ਮਿਟਦੀ। ਜਦੋਂ ਉਹਦੀ ਭੁੱਖ ਮਿਟ ਗਈ ਮੱਛੀ ਦੀ ਪਾਣੀ ਤੋਂ, ਉਦੋਂ ਨੇ ਪਾਣੀ ਤੇ ਭੁੱਲ ਜੂਗੀ। ਪਾਣੀ ਨੂੰ ਭੁੱਲ ਜੂਗੀ। ਹਰ ਵਿਸਰ ਜੂਗਾ, ਹਰ ਵਿਸਰ ਤੇ ਸਦਾ ਖੁਆਰੀ। ਨਾ ਰਾਗੰ ਇਹ ਹੈ ਲਾਲਚ ਹੈ ਗੁਣ ਤਉ ਚਰੂ। ਲਾਲਚ ਕਦੇ ਪੂਰਾ ਹੋਇਆ ਕਿਸੇ ਦਾ? ਨਾਮ ਦਾ ਜੇ ਲਾਲਚ ਨਹੀਂ ਹੈ, ਜਦੋਂ ਲਾਲਚ ਬੰਦ ਹੋ ਗਿਆ ਨਾ ਨਾਮ ਦਾ, ਉਦੋਂ ਬੰਨਣ 'ਚ ਪੈ ਜਾਊਗਾ। ਗੁਰੂ ਚਾਲਣਾ ਬੰਦ ਕਰ ਦੂ ਵੀ ਹੁਣ ਤਾਂ ਪਾਣੀ ਬਥੇਰਾ, ਹੁਣ ਕੀ ਲੋੜ ਆਪਾਂ ਨੂੰ। ਬਸ ਜਦ ਗਿਆ ਹਰ ਵਿਸਰ ਗਿਆ, ਖੁਆਰੀ ਸ਼ੁਰੂ ਹੋ ਗਈ। ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ। ਨਾ ਉਹਦਾ ਰੂਪ ਹੈ, ਨਾ ਕੋਈ ਰੇਖ ਹੈ, ਨਾ ਰਾਗ ਹੈ, ਨਾ ਰੰਗ ਹੈ। ਉਹਨੂੰ ਰਾਗ ਕੋਈ ਨਹੀਂ ਹੈ। ਕੋਈ ਰਾਗ ਤਾਂ ਸਾਨੂੰ ਹੈ, ਇੱਕੋ ਰਾਗ ਅਲੱਪ ਹੈ। ਉਹਦੀ ਭੁੱਖ ਕੋਈ ਨਹੀਂ, ਭੁੱਖ ਰਾਗ ਹੈ ਸਾਡਾ। ਤਾਂ ਮਨ ਚੁੱਪੇ ਨਹੀਂ ਕਰਦਾ। ਨਾ ਮੋਹੰ ਨਾ ਕ੍ਰੋਹੰ ਨਾ ਦ੍ਰੋਹੰ ਨਾ ਦਵੈਖੰ। ਦੇਖੋ ਸਾਰੇ, ਚਾਹੇ ਸਾਰੇ ਜੀਵ ਉਹਦੇ ਨੇ, ਪਰ ਮੋਹ ਕਿਸੇ ਦਾ ਨਹੀਂ ਹੈ। ਉਹਨੂੰ ਉਹ ਤਾਂ ਹੋਵੇ, ਉਹ ਤਾਂ ਉੱਥੇ ਹੁੰਦਾ ਮੇਰਾ ਹੈਗਾ ਮੇਰਾ ਹੈ ਨਹੀਂ। ਉਹ ਤਾਂ ਉੱਥੇ ਹੁੰਦਾ ਤੇ ਸਾਰੇ ਉਹਦੇ ਨਾਲ। ਮੋਹ ਕਿਹਦੇ ਨਾਲ? ਉੱਥੇ ਮੋਹ ਨਹੀਂ ਹੁੰਦਾ ਜਿੱਥੇ ਉੱਥੇ ਪ੍ਰੇਮ ਹੁੰਦਾ। ਜਿੱਥੇ ਪ੍ਰੇਮ ਹੁੰਦਾ ਉੱਥੇ ਮੋਹ ਨਹੀਂ ਹੁੰਦਾ। ਜਿੱਥੇ ਮੋਹ ਹੁੰਦਾ ਉੱਥੇ ਪ੍ਰੇਮ ਨਹੀਂ ਹੁੰਦਾ। ਮੋਹ ਹੁੰਦਾ ਕੁਛ ਬਹੁਤੇ ਬੰਦਿਆਂ ਚੋਂ, ਕੁਛ ਆਪਣੇ ਦੇ, ਉਹਨਾਂ ਦਾ ਮੋਹ। ਉਹ ਜਿਹੜਾ ਉਹਨਾਂ ਨਾਲ ਪ੍ਰੇਮ ਆ ਉਹਨੂੰ ਮੋਹ ਕਹਿੰਦੇ ਨੇ। ਜੇ ਸਾਰੇ ਹੀ ਆਪਣੇ ਨੇ ਤਾਂ ਮੋਹ ਨਾ ਉਹਦੀ ਤਾਂ ਕੋਈ ਚੀਜ਼ ਨਹੀਂ ਹੈ ਫਿਰ ਉੱਥੇ ਰਹਿੰਦੀ। ਨਾ ਕ੍ਰੋਹੰ ਨਾ ਗੁੱਸਾ, ਕ੍ਰੋਧ ਹੈ। ਗੁੱਸਾ ਕਿਹਦੇ ਤੇ ਹੈ? ਰੁੱਸੇ ਬੰਦੇ ਨੂੰ ਮਨਾ ਰਿਹਾ, ਰੁੱਸੇ ਬੰਦੇ ਤੇ ਗੁੱਸਾ ਕਰੀਦਾ ਹੁੰਦਾ। ਰੁੱਸੇ ਦਾ ਗੁੱਸਾ ਹੁੰਦਾ, ਉਹਦਾ ਗੁੱਸਾ ਲਾਉਣਾ ਹੈ ਰੁੱਸੇ ਹੋਏ ਦਾ। ਰੁੱਸਿਆ ਹੋਇਆ ਬੰਦਾ ਹੈ, ਜਿਹੜੇ ਬੰਦਾ ਰੁੱਸਿਆ ਹੋਇਆ ਹੋਵੇ, ਕੋਈ ਅਗਿਆਨੀ ਹੋਵੇ, ਕੋਈ ਨਿਆਣਾ ਹੋਵੇ, ਉਹ ਤਾਂ ਗੁੱਸਾ ਕਰੀਦਾ ਹੁੰਦਾ। ਗੁੱਸੇ ਨਾਲ ਨਹੀਂ ਉਹਨੇ ਮੰਨਣਾ। ਉਹਦੇ ਮੰਨਣ ਦੇ ਹੋਰ ਤਰੀਕੇ ਬਹੁਤ ਨੇ। ਉਹ ਸਾਰੀ ਟੈਕਨੀਕ ਅਪਣਾਈ ਹੋਈ ਹੈ ਗੁਰਬਾਣੀ 'ਚ। ਗੁਰਬਾਣੀ 'ਚ ਰੁੱਸੇ ਨੂੰ ਮਨਾਉਣ ਦੀ ਉਹ ਗੱਲ ਕੀਤੀ ਹੈ। ਕਹਿੰਦਾ ਰੁੱਸੇ ਨੂੰ ਮਨਾਈਏ ਨਾ, ਪਾਟੇ ਨੂੰ ਸਿਉਈਏ ਨਾ। ਗੱਲ ਕਿਵੇਂ ਬਣੇ? ਪਾਟੇ ਨੂੰ ਸਿਉਣਾ ਵੀ ਹੈ, ਰੁੱਸੇ ਨੂੰ ਮਨਾਇਆ ਹੋਇਆ। ਸੋਨੇ ਕੀ ਸੂਈ ਰੂਪੇ ਕਾ ਧਾਗਾ, ਨਾ ਮੈਂ ਕਾਜੇ ਤਾਂ ਹਰ ਸੋ ਲਾਗਾ। ਸੂਆ ਪਾਟਿਆ ਸਿਉਤਾ ਨਹੀਂ ਹੋਇਆ। ਇਹ ਰੁੱਸਿਆ ਮਨਾਇਆ ਤੇ ਪਾਟਿਆ ਸਿਉਇਆ। ਗੁਰਬਾਣੀ ਇਹੀ ਕੰਮ ਕਰਦੀ ਹੈ। ਨਾ ਦ੍ਰੋਹੰ ਨਾ ਦਵੈਖੰ। ਨਾ ਧਰੋ ਹੈ ਕਿਸੇ ਨਾਲ, ਧਰੋਹ ਨਹੀਂ ਹੈ ਕਿਸੇ। ਧਰੋਹ ਕਿਹਦੇ ਨਾਲ ਹੋਣਾ? ਆਪਣੇ ਨਾਲ ਧਰੋਹ ਕਰੀਦਾ ਹੁੰਦਾ। ਕਿਹਦੇ ਵਾਸਤੇ ਧਰੋਹ ਕਰਨਾ? ਕਿਹਦੇ ਵਾਸਤੇ ਕਰਨਾ ਧਰੋਹ? ਨਾ ਦਵੈਖੰ ਨਾ ਦੋਏਖ ਹੈ ਵਿੱਚ ਕੋਈ। ਦੁਆਸ਼ ਭਾਵਨਾ ਕਿਹਦੇ ਨਾਲ ਕਰਨੀ ਹੈ? ਦੂਏ ਨਾਲ ਕਰੀਦਾ ਦੁਆਸ਼। ਤਾਂ ਦੂਆ ਹੈ ਹੀ ਨਹੀਂ ਕੋਈ। ਜਿੱਥੇ ਦੂਆ ਨਹੀਂ ਦੁਆਸ਼ ਹੁੰਦਾ ਹੀ ਨਹੀਂ। ਹਾਂ। ਨਾ ਕਰਮੰ ਨਾ ਭਰਮੰ ਨਾ ਜਨਮੰ ਨਾ ਜਾਤੰ। ਕਰਮ ਵੀ ਕੋਈ ਨਹੀਂ। ਕਰਨ ਨੂੰ ਕੁਛ ਨਹੀਂ, ਜੋ ਚਾਹੁੰਦਾ ਆਪੇ ਹੋਈ ਜਾਂਦਾ। ਕਰਮ ਦਾ ਉਹ ਕਰਦਾ ਜਿਹਦੇ ਚਾਹੇ ਤੇ ਕੁਛ ਹੋਵੇ ਨਾ। ਜਿਹਦੇ ਚਾਹੇ ਤੇ ਜੋ ਹੋ ਜਵੇ, ਜਿਹਦੇ ਘਰ ਵਿੱਚ ਸਭ ਕੁਝ ਇਹ ਹੋਵੇ, ਤੇ ਉਹਨੂੰ ਕਰਮ ਕਰਦਾ ਰਹਿ ਗਿਆ। ਕਰਤਾ ਤੇਰੇ ਸਭ ਕੁਝ ਹੈ। ਉਹਨੇ ਕਰਮ ਕੀ ਕਰਨਾ ਹੈ? ਨਾ ਭਰਮੰ ਨਾ ਭਰਮ, ਉਹਨੂੰ ਕੋਈ ਨਾ ਕਰਮ ਹੈ। ਪਰਮ ਵੀ ਕੋਈ ਨਹੀਂ।
ਨਾ ਜਨਮੰ ਨਾ ਜਾਤੰ तो जन्म भी कोई नहीं, जे जन्म नहीं तो जात भी, शरीर भी कोई है नहीं। जात का मतलब शरीर होता, ਨਾ ਮਿੱਤਰੰ ਨਾ ਸ਼ਤਰੰ ਨਾ ਪਿਤਰੰ ਨਾ ਮਾਤੰ ना कोई मित्र है। मित्र तो हो, जो मित्र होगा शत्रु भी होगा, कोई दुश्मनी भी होगा। शत्रु भी कोई नहीं, मित्र भी कोई नहीं, सब है अपने ने। शत्रु भी तो हो, कुछ अपने ने कुछ अपने नहीं है। ਨਾ ਪਿਤਰੰ ਨਾ ਮਾਤੰ ना पितर ना पिता है ना मां है। ਹੁਣ ਇੱਥੇ ਤਾਂ ਪਿਤਾ ਮਾਂ ਹੈਗੇ ਨੇ। ਜਿੰਨੀਆਂ ਸਾਖੀਆਂ ਨੇ ਸਾਡੀਆਂ ਪਿਤਾ ਮਾਂ ਦੇ ਵਿੱਚ, ਗੁਰਬਾਣੀ ਦਾ ਵਿਰੋਧ ਕਰਦੀਆਂ ਸਾਰੀਆਂ ਸਾਖੀਆਂ, ਕਿਉਂ ਸਰੀਰ ਨਾਲ ਜੋੜਦੀਆਂ ਨੇ। ਇਸੇ ਕਰਕੇ ਕਿਹਾ ਸੀ ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹਿਆ ਸਾਕਾਰ ਕਮਾਵੋ। ਜੇ ਆਹ ਗੱਲ ਮੰਨਾਂਗੇ ਤਾਂ ਉਹ ਨਹੀਂ ਪੜ੍ਹ ਸਕਦੇ ਇਤਿਹਾਸ। ਗੁਰੂਆਂ ਨੇ ਤਾਂ ਹੀ ਨਹੀਂ ਸੀ ਲਿਖੇ। ਇਤਿਹਾਸ ਲਿਖਣ ਦਾ ਮਤਲਬ ਸੀ ਗੁਰਬਾਣੀ ਨੂੰ ਤੋੜਨਾ। ਜਿਹਨੇ ਆਤਮਾ ਨਾਲ ਚੱਲਣਾ ਹੈ ਉਹ ਇਤਿਹਾਸ ਨਹੀਂ ਲਿਖ ਸਕਦਾ। ਇਤਿਹਾਸ ਨਹੀਂ ਲਿਖ ਸਕਦਾ। ਨਾ ਨੇਹੰ ਨਾ ਗੇਹੰ ਨਾ ਕਾਮੰ ਨਾ ਧਾਮੰ ਨੇਹਮ ਸਨੇਹ ਨਹੀਂ ਹੈ ਕਿਸੇ ਨਾਲ। ਨਾ ਉਹਦਾ ਕੋਈ ਘਰ ਹੈ, ਘਰ ਨਾਲੇ ਹੁੰਦਾ ਨਾ ਆਪਣਾ। ਜੇ ਘਰ ਹੈ ਗਏ ਹੈ ਕੋਈ, ਉਹਦੇ ਨਾਲ ਆਪਣਾ ਨੇਹ ਵੀ ਹੁੰਦਾ, ਨਾ ਕਾਮੰ ਮੇਰਾ ਨਾ ਤੇਰਾ ਧਾਮੰ ਵੀ ਹੁੰਦਾ। ਨਾ ਲਗਾਓ ਵੀ ਕਾਮੰ ਨਾ ਹੁੰਦਾ, ਧਾਮੰ ਨਾ ਕਰਮ ਨਾ ਕੋਈ ਧਰਮ। ਨਾ ਕਾਮੰ ਨਾ ਧਾਮੰ ਕਾਮਨਾ ਇੱਛਾ ਵੀ ਕੋਈ ਨਹੀਂ। ਕੋਈ ਖਾਸ ਘਰ ਵੀ ਨਹੀਂ ਹੈ ਵੀ ਇੱਥੇ ਹੀ ਰਹਿੰਦਾ ਇੱਥੇ ਨਹੀਂ ਰਹਿੰਦਾ। ਨਾ ਪੁੱਤਰੰ ਨਾ ਮਿੱਤਰੰ ਨਾ ਸ਼ਤਰੰ ਨਾ ਭਾਮੰ ਇਹੋ ਜਿਹੇ ਪੁੱਤਰ ਮਿੱਤਰ ਨਹੀਂ ਹੋਣੇ ਜਿਹੇ ਜਿਹੇ ਸੰਸਾਰੀ ਨੇ। ਨਾ ਭਾਮੰ ਭਾਮੰ ਨਾ ਘਰ ਵਾਲੀ ਹੈ, ਔਰਤ ਵੀ ਨਹੀਂ ਕੋਈ। ਅਲੇਖੰ ਅਭੇਖੰ ਅਜੋਨੀ ਸਰੂਪੰ ਅਲੇਖੰ ਲੇਖੇ ਤੇ ਪਰੇ ਹੈ, ਲਿਖ ਤੇ ਪਰੇ ਹੈ। ਅੱਖਰਾਂ 'ਚ ਵੀ ਨਹੀਂ ਆ ਸਕਦਾ। ਚੇਤਨ ਨੂੰ ਅੱਖਰਾਂ 'ਚ ਕਿਵੇਂ ਬੰਦ ਕਰ ਲਓਗੇ ਤੁਸੀਂ? ਚੇਤਨ ਅੱਖਰਾਂ 'ਚ ਨਹੀਂ ਹੁੰਦਾ। ਅਲੇਖੰ ਨਾਮ ਨਹੀਂ ਆਉਂਦਾ ਅੱਖਰਾਂ 'ਚ, ਨਾਮ ਨੂੰ ਅੱਖਰਾਂ 'ਚ ਕਿਵੇਂ ਕਰ ਦੋਗੇ ਤੁਸੀਂ? ਨਾਮ ਦਾ ਗਿਆਨ ਹੈ ਅੱਖਰਾਂ 'ਚ ਸਿਰਫ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ, ਜੇਤਾ ਬੋਲਣ ਤੇਤਾ ਗਿਆਨ ਹੈ। दुष्ट सत्तर जाके एक समान है। दुष्ट और शत्रु जिन्हों एक समान ने ना। दुष्ट मीत जाके एक समान है। दुष्ट मीत जाके एक समान है, जिन्हों दुष्ट और मित्र बराबर ने, जिहदे वास्ते जेता बोलन तेता ज्ञान है। जिन्ना बोलू वो सारा ज्ञान हो। अज वो बाणी बोली है ज्ञान है, नाम नहीं है। ये ज्ञान है। किहदा ज्ञान है? नाम की ਹੁੰਦਾ, ਨਾਮ ਦਾ ਗਿਆਨ ਹੈ। ਨਾਮ ਕੀ ਹੈ? ਇਹ ਨਾਮ ਤੱਕ ਪਹੁੰਚਾਉਂਦੀ ਹੈ। ਨਾਮ ਹੁੰਦਾ ਬਿਨਾਂ ਕੰਨਾਂ ਤੇ ਸੁਣਨ ਵਾਲਾ। ਉਹ ਬਿਨਾਂ ਕੰਨਾਂ ਤੇ ਸੁਣਨ ਵਾਲਾ ਹੁੰਦਾ ਨਾਮ। ਅਭੇਖੰ ਅਜੂਨੀ ਸਰੂਪੰ ਜੇਤਾ ਬੋਲਣਾ ਤੇਤਾ ਗਿਆਨ ਹੈ। ਜੇਤਾ ਸੁਣਨਾ ਤੇਤਾ ਨਾਮ। ਜਿਹਨਾਂ ਸੁਣਿਆ ਨਾ ਉਹਨਾਂ ਨੇ ਬਿਨਾਂ ਕੰਨਾਂ ਤੇ ਨਾਮ ਸੀ। ਜੇਤਾ ਪੇਖਣ ਤੇਤਾ ਧਿਆਨ। ਜਿਹਨਾਂ ਉਹਨਾਂ ਦੀ ਦ੍ਰਿਸ਼ਟੀ ਹੈ ਜਿਹੜੀ ਉਹਦੀ ਦੇਖਦੇ ਨੇ ਉਹ ਧਿਆਨ। ਬਸ ਤੁਹਾਨੂੰ ਮੈਂ ਧਿਆਨ ਤੇ ਜਾਣਿਆ। ਤੁਹਾਨੂੰ ਮੈਂ ਧਿਆਨ ਉਹਨਾਂ ਦਾ ਧਿਆਨ ਕਾ ਜੇ ਤੁਹਾਨੂੰ ਵਿੱਚ ਹੈ, ਉਹ ਬਿਨਾਂ ਕੰਨਾਂ ਤੇ ਆਵਾਜ਼ ਸੁਣਨ ਵਾਲੀ ਵਿੱਚ ਹੈ। ਤੁਹਾਨੂੰ ਮੈਂ ਧਿਆਨ ਮੈਂ ਜਾਣਿਆ। ਗੁਰਮੁਖੀ ਅਕਥ ਕਹਾਣੀ, ਆਹ ਅਕਥ ਕਥਾ ਫੇਰ ਲਿਖੀ ਹੈ। ਫੇਰ ਇਹ ਅਕਥ ਕਥਾ ਲਿਖਾਉਂਦੀ ਹੈ। ਇਹ ਗੁਰਮੁਖਾਂ ਦਾ ਕੰਮ ਹੈ ਅਕਥ ਕਥਾ ਲਿਖਣੀ। ਇਹ ਸੰਸਾਰੀ ਆਦਮੀਆਂ ਤੋਂ ਪਰੇ ਦੀ ਗੱਲ ਹੈ, ਸੰਸਾਰੀ ਬੁੱਧੀ ਤੋਂ ਪਰੇ ਦੀ ਗੱਲ ਹੈ। ਅਭੇਖੰ ਇਹਦਾ ਮੈਂ ਜੱਫਾ ਪਾਈ ਜਾਂਦੇ ਨੇ ਵਿਦਵਾਨ, ਤਾਂ ਕਮਲੇ ਹੋਏ ਨੇ। ਸੰਸਾਰ ਛੱਡ ਕੇ ਮਨੋਂ ਬਸਾਰ ਕੇ ਫਿਰ ਇੱਕ ਚੀਜ਼ ਮਿਲਦੀ ਹੈ। ਹਾਂਜੀ, ਅਭੇਖੰ ਅਜੂਨੀ ਸਰੂਪੰ ਅਪੇਖਮ, ਭੇਖ ਤੋਂ ਰਹਿਤ ਹੈ, ਕੋਈ ਭੇਖ ਨਹੀਂ ਹੈ। ਅਜੂਨੀ ਹੈ, ਅਜੂਨੀ ਸਰੂਪ ਹੈ ਉਹਦਾ। ਜੂਨ ਤੋਂ ਬਿਨਾਂ, ਸਰੀਰ ਤੋਂ ਬਿਨਾਂ ਸਰੂਪ ਹੈ, ਪਰ ਸਰੀਰ ਨਹੀਂ ਹੈ। ਸਰੀਰ ਦਾ ਅੱਖਾਂ ਨੂੰ ਦੇਖਣਾ, ਸਰੂਪ ਅੱਖਾਂ ਨੂੰ ਚੀਜ਼ ਦੇਖੋ। ਇੱਕ ਹੁੰਦਾ ਰੂਪ, ਇੱਕ ਹੁੰਦਾ ਸਰੂਪ। ਸਵਯੰ ਦਾ ਰੂਪ ਹੈ ਉਹਦਾ। ਸਵਯੰ ਦਾ ਰੂਪ ਜਿਹੜਾ ਹੈ ਉਹ ਸਰੂਪ ਹੁੰਦਾ। ਮਨ ਤੂੰ ਜੋਤ ਸਰੂਪ ਹੈ, ਤੇ ਰੂਪ ਨਹੀਂ ਆਇਆ। ਰੂਪ ਅੱਖਾਂ ਨੂੰ ਦੇਖਣ ਵਾਲਾ ਹੁੰਦਾ। ਅੱਖਾਂ ਨੂੰ ਦੇਖਣ ਵਾਲਾ ਰੂਪ ਹੁੰਦਾ। ਜੋ ਦਿਸੇ ਸੋ ਤੇਰਾ
ਰੂਪ ਤੇ ਰੂਪ ਹੈ, ਸਰੂਪ ਨਹੀਂ ਆਇਆ ਹੋਇਆ ਉੱਥੇ। ਸੰਸਾਰ ਕੀ ਹੈ? ਸੰਸਾਰ ਹੁਕਮ ਦਾ ਰੂਪ ਹੈ, ਹੁਕਮ ਨਹੀਂ ਹੈ ਸੰਸਾਰ। ਜੇ ਹੁਕਮ ਬੁੱਝਣਾ ਤਾਂ ਸੰਸਾਰ ਚੋਂ ਬੁੱਝਣਾ ਪਊਗਾ। ਜੋ ਹੋ ਰਿਹਾ ਉਹਦਾ ਭਾਣਾ, ਜੋ ਵਰਤੇ ਸੋ ਤੇਰਾ, ਜੋ ਵਰਤੇ ਅੱਖਾਂ ਦੇ ਸਾਹਮਣੇ, ਜੋ ਵਰਤ ਰਿਹਾ ਤਾਂ ਅੱਖਾਂ ਦੇ ਸਾਹਮਣੇ ਹੈ ਨਾ। ਰੂਪ ਕੀ ਦਾ ਭਾਣੇ ਦਾ, ਜੋ ਵਰਤੇ ਸੋ ਤੇਰਾ ਰੂਪ। ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਰੂਪੰ। ਇਹ ਵੀ ਅਤ ਸੁੰਦਰ ਅਪਾਰ ਰੂਪ ਹੈ। ਜੋ ਤੂੰ ਕਰ ਰਿਹਾ ਐਸਾ ਕੋਈ ਕਰ ਨਹੀਂ ਸਕਦਾ। ਜੈਸਾ ਤੇਰਾ ਚਿੱਤਰ ਹੈ, ਵਿਚਿੱਤਰ ਬਣਾਇਆ ਹੋਇਆ, ਐਸਾ ਕੋਈ ਬਣਾ ਨਹੀਂ ਸਕਦਾ। ਅਤ ਸੁੰਦਰ ਅਪਾਰ ਰੂਪ ਹੈ। ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਰੂਪੰ। ਸਦਾ ਸਿੱਧ ਦਾ, ਬੁੱਧ ਸਿੱਧ ਦਾ ਸੋਝੀ ਵਾਲਾ। ਸਿੱਧ ਹੁੰਦੀ ਹੈ ਸੋਝੀ, ਬੁੱਧ ਦਾ ਸਿੱਧ ਦਾ ਸੋਝੀ। ਸੋਝੀ ਕਾਹਦੀ? ਬੁੱਧੀ ਦੀ, ਅਕਲ। ਬ੍ਰਿਧ ਰੂਪੰ। ਬਿਰਧ ਰੂਪ, ਬਿਰਧ ਹੁੰਦਾ ਵਧਾਉਣਾ। ਸੋਝੀ ਨੂੰ ਵਧਾਉਣ ਵਾਲਾ, ਬੁੱਧੀ ਅਕਲ ਨੂੰ ਵਧਾਉਣ ਵਾਲਾ ਰੂਪ ਹੈ ਤੇਰਾ। ਫਿਰ ਕੀ ਰੂਪ ਹੋਇਆ? ਗਿਆਨ ਹੈ ਤੂੰ। ਸੋਝੀ ਨੂੰ, ਅਕਲ ਦੀ, ਜੋ ਅਕਲ ਹੈ ਨਾ ਸਾਡੀ ਅਕਲ, ਬੁੱਧੀ ਹੈ, ਉਹਦੀ ਸੋਝੀ ਨੂੰ ਹੋਰ ਵਧਾਉਣ ਵਾਲਾ ਰੂਪ ਹੈ ਤੇਰਾ। ਉਹ ਕੀ ਹੈ? ਗਿਆਨ ਹੈ। ਫਿਰ ਨਹੀਂ ਜਾਣ ਜਾਈ ਕਛੂ ਉਹ ਗਿਆਨ ਹੈ। ਕਹੋ ਕਬੀਰ ਮੈਂ ਐਸੋ ਗੁਰ ਪਾਇਓ ਜਾ ਕਾ ਨਾਮ ਬਵੇਕੋ। ਤੂੰ ਬਵੇਕ ਹੈ। ਗੁਰਪ੍ਰਸਾਦ ਤਾਂ ਸਭ ਬੁਝੇ। ਬੁੱਧੀ ਬੰਦੀ ਬੰਦੀ ਡਿਵੈਲਪ ਹੁੰਦੀ ਹੁੰਦੀ, ਵਿਵੇਕ ਬੁੱਧੀ ਬਣ ਜਾਂਦੀ ਹੈ। ਵਿਵੇਕ ਬੁੱਧੀ ਪਰਮੇਸ਼ਰ ਦੀ ਬੁੱਧ ਹੈ, ਵਿਵੇਕ ਦੀ ਬੁੱਧ ਹੈ। ਵਿਵੇਕ ਬੁੱਧ ਸਤਿਗੁਰ ਤੇ ਪਾਈ। ਜਦੋਂ ਉਹ ਬੁੱਧੀ ਆ ਜਾਂਦੀ ਹੈ, ਵਿਵੇਕ ਬੁੱਧੀ, ਫਿਰ ਜਿਹੜੇ ਮੋਤੀ ਮਾਰਗ ਵਿਥਰੇ ਹੋਏ ਨੇ, ਮੋਤੀ ਮਾਰਗ ਵਿਥਰੇ, ਅੰਧਾ ਰਿਕਸ਼ਾ ਜਾਏ, ਫਿਰ ਅੰਧਾ ਨਹੀਂ ਰਹਿੰਦਾ, ਖਾਣਾ ਹੋ ਜਾਂਦਾ। ਵਿਵੇਕ ਬੁੱਧੀ ਅੱਖ ਹੈ। ਵਿਵੇਕ ਬੁੱਧੀ ਹੀ ਅੱਖ ਹੈ, ਤੀਸਰੀ ਅੱਖ ਹੈ ਜਿਹੜੀ। ਫਿਰ ਅੰਧਾ ਤਾਂ ਰਹਿਣਾ ਨਹੀਂ। ਕਬੀਰ ਕਹਿ ਰਿਹਾ ਵਿਵੇਕ ਬੁੱਧੀ ਦੇ ਜਿਹੜੇ ਸਖਣੇ ਨੇ ਉਹਨਾਂ ਨੂੰ, ਵਿਦਵਾਨਾਂ ਨੂੰ ਕਹਿ ਰਿਹਾ। ਵਿਦਵਾਨ ਵਿਵੇਕ ਬੁੱਧੀ ਦੇ ਸਖਣੇ ਹੁੰਦੇ ਨੇ। ਜਦੋਂ ਵਿਵੇਕ ਬੁੱਧੀ ਆ ਗਈ, ਫਿਰ ਉਹ ਗੁਰਮੁਖ ਹੋ ਜਾਂਦਾ, ਫਿਰ ਉਹ ਖੋਜੀ ਹੋ ਜਾਂਦਾ, ਗੁਰਮੁਖ ਹੋ ਜਾਂਦਾ, ਫਿਰ ਵਿਦਵਾਨ ਨਹੀਂ ਰਹਿੰਦਾ। ਅੰਧਾ ਨਿਕਸਿਆ ਜਾਏ ਜੋਤ ਬਿਨਾ ਜਗਦੀਸ਼ ਕੀ। ਇਹ ਜਗਦੀਸ਼ ਦੀ ਜੋਤ ਹੈ ਵਿਵੇਕ ਬੁੱਧੀ। ਜਗਤ ਉਲੰਘੇ ਜਾਏ, ਸੰਸਾਰ ਨੂੰ ਪਤਾ ਹੀ ਨਹੀਂ ਵੀ ਅਸੀਂ ਕੀ ਕਹਿ ਰਹੇ ਹਾਂ, ਕੀ ਮੋਤੀ ਖਣਾਤੇ ਅਸੀਂ ਗੁਰਬਾਣੀ 'ਚ, ਕੋਈ ਪਤਾ ਨਹੀਂ। ਕਹਿੰਦਾ ਚੁੱਭਦੇ ਨੇ ਇਹਨਾਂ ਨੂੰ ਗੱਲਾਂ ਚੁੱਭਦੀਆਂ ਨੇ ਗੁਰਬਾਣੀ ਦੀਆਂ, ਚੁੱਭਦੀਆਂ ਨੇ ਨਾ। ਕਹਿੰਦਾ ਸੁਣਨੀ ਹੁੰਦੀਆਂ ਤਾਂ ਸੁਣਨੀ ਹੁੰਦੇ ਵੀ ਪ੍ਰਾਪਤੀ ਚੱਕ ਕੇ ਬਾਹਰ ਸੁੱਟੋ, ਚੁੱਕ ਕੇ ਇਹਨਾਂ ਨੇ ਚੁੱਕ ਕੇ ਰਾਜੋ ਬਾਹਰ ਸੁੱਟਦੀਆਂ ਹੈ। ਉੱਥੇ ਕੀ ਇਤਿਹਾਸ ਲੈ ਆਉਂਦਾ, ਉਹ ਵਧੀਆ ਲੱਗਦਾ। ਗੁਰਬਾਣੀ ਨਹੀਂ ਚੰਗੀ ਲੱਗਦੀ ਲੋਕਾਂ ਨੂੰ ਜਿਹੜੇ ਗੁਰਦੁਆਰੇ ਉਹ ਕਹਿੰਦੇ ਇਤਿਹਾਸ ਸੁਣਾਓ, ਕੋਈ ਸਾਖੀ ਸੁਣਾਓ। ਉਹਨਾਂ ਦੇ ਸੁਭਾਅ ਨਾਲ ਸਾਖੀਆਂ ਮੇਲ ਖਾਂਦੀਆਂ ਨੇ, ਉਹਨਾਂ ਦੇ ਸੁਭਾਅ ਨਾਲ ਗੁਰਬਾਣੀ ਮੇਲ ਨਹੀਂ ਖਾਂਦੀ। ਗੁਰਬਾਣੀ ਦਾ ਟੇਸਟ ਕਿਉਂ? ਉਹਨਾਂ ਦੇ ਸੁਭਾਅ ਨਾਲ ਗੁਰਬਾਣੀ ਮੇਲ ਨਹੀਂ ਖਾਂਦੀ। ਚੁੱਭਦੀਆਂ ਨੇ ਗੱਲਾਂ ਗੁਰਬਾਣੀ ਦੀਆਂ। ਸਾਖੀਆਂ ਸੁਭਾਅ ਨਾਲ ਮੇਲ ਖਾਂਦੀਆਂ। ਸਾਖੀਆਂ ਹੈ ਜੀ ਉਹਨਾਂ ਕਦੇ ਕੁਛ ਮਿਲਦਾ, ਕਦੇ ਕੁਛ ਮਿਲਦਾ, ਕਦੇ ਕੁਛ ਮਿਲਦਾ, ਕਦੇ ਕੁਛ ਮਿਲਦਾ। ਇਹ ਉਹ ਚਾਹੁੰਦੇ ਹੀ ਨੇ। ਸਿੱਖੀ ਨਹੀਂ ਕਹਿੰਦੇ ਚਾਹੀਦੀ ਸਾਨੂੰ, ਸੰਸਾਰ ਚਾਹੀਦਾ। ਉਹ ਜਾਣਦੇ ਸੀ, ਉਹਨਾਂ ਨੂੰ ਪਤਾ ਸੀ ਕਮਜ਼ੋਰੀ ਦਾ। ਉਹਨਾਂ ਨੇ ਇਹੋ ਜਿਹੀਆਂ ਸਾਖੀਆਂ ਬਣਾਈਆਂ ਨੇ ਬੜੀਆਂ। ਉਹਨਾਂ ਸਵਾਦਲੀਆਂ ਬਣਾਤੀਆਂ, ਜਾਵੇਂ ਅੰਮ੍ਰਿਤ ਲਾਉਣ। ਨਹੀਂ ਜਾਣ ਜਾਈ ਕਛੂ ਰੂਪ ਰੇਖੰ। ਕਹਾਂ ਬਾਸ ਤਾਕੋ ਫਿਰੇ ਕੌਣ ਭੇਖੰ। ਨਹੀਂ ਜਾਣ ਜਾਏ ਕਛੂ ਰੂਪ ਰੇਖਮ। ਤੇਰਾ ਕਛੂ ਰੂਪ ਔਰ ਰੇਖ ਕੈਸਾ ਹੈ ਇਹ ਜਾਣਿਆ ਨਹੀਂ ਜਾ ਸਕਦਾ। ਸੰਸਾਰ ਜਾਣਨੇ ਕੋਸ਼ਿਸ਼ ਕਰ ਰਿਹਾ, ਸੰਸਾਰ ਜਾਣਨ ਦੀ, ਪਰ ਸੰਸਾਰ ਫੇਲ ਹੋ ਰਿਹਾ, ਨਹੀਂ ਜਾਣਿਆ ਜਾ ਸਕਦਾ। ਕਹਾਂ ਬਾਸ ਤਾਕੋ ਫਿਰੇ ਕੌਣ ਕਿੱਥੇ ਤੇਰਾ ਭੇਖੰ। ਵਾਪਸ ਹੈ? ਕਹੇ ਜਾਂ ਤੇਰਾ ਭੇਖ ਹੈ? ਕੋਈ ਨਹੀਂ ਜਾਣਦਾ, ਕੋਈ ਨਹੀਂ ਜਾਣਦਾ। ਕੋਸ਼ਿਸ਼ ਕਰ ਰਹੇ ਨੇ ਲੋਕ ਜਾਣਨ ਦੀ। ਕਹਾਂ ਬਾਸ ਤਾਕੋ ਫਿਰੇ ਕੌਣ ਭੇਖੰ। ਕਿਹੜੇ ਭੇਖ ਤੂੰ ਫਿਰਦਾ? ਉਹ ਤਾਂ ਕਹਿੰਦਾ ਨਾ ਜਾਣੇ ਕਿਸ ਭੇਸ ਵਿੱਚ ਨਾਰਾਇਣ ਮਿਲ ਜਾਏ। ਜਿਹੜਾ ਕਹਿੰਦਾ ਨਾਰਾਇਣ ਕਿਸੇ ਭੇਸ 'ਚ ਮਿਲ ਜੂਗਾ, ਉਹ ਗੁਰਮਤਿ ਦਾ ਖਿਲਾਫ ਹੈ। ਉਹ ਤਾਂ ਆਦਮੀ ਦੀ ਯੂਨੀ 'ਚ ਮੰਨਦਾ, ਫਿਰ ਉਹ ਯੂਨੀ ਕਿੱਥੇ ਮੰਨਦਾ ਉਹਨੂੰ। ਤੁਲਸੀ ਸੰਸਾਰ ਮੈਂ ਸਭ ਤੋਂ ਮਿਲੀਏ ਧਾਏ, ਨਾ ਜਾਣੇ ਕਿਸ ਭੇਸ ਵਿੱਚ ਨਾਰਾਇਣ ਮਿਲ ਜਾਏ। ਉਹ ਤਾਂ ਭੇਸ 'ਚ ਮੰਨਦਾ,
ਗੁਰਮਤਿ ਉਹਦੇ ਖਿਲਾਫ ਹੈ। ਇਹਨਾਂ ਵਾਲੀ ਜਿਹੜੀ ਰਮਾਇਣ ਲਈ ਫਿਰਦੇ ਨੇ, ਉਹ ਤਾਂ ਕਹਿੰਦਾ ਕਿਹੜੇ ਭੇਜ ਮਿਲ ਜੂਗਾ, ਉਹ ਕਹਿੰਦਾ ਭੇਜ ਦੇ ਪਰੇ ਹੈ। ਦੋ ਗੱਲਾਂ ਦਾ ਹੈ ਮੇਲ, ਬਸ ਆ ਗੱਲ ਹੈ। ਹਾਂ, ਕਹਾ ਨਾਮ ਤਾਕੋ, ਜਿਨ੍ਹਾਂ ਨੇ ਰਮਾਇਣ ਸੁਣਨੀ ਉਹ ਗੁਰਬਾਣੀ ਤੇ ਕਿੱਥੇ ਪਹੁੰਚ ਜਾਣਗੇ। ਜਿਨ੍ਹਾਂ ਗੁਰਬਾਣੀ ਸੁਣਨੀ ਰਮਾਇਣ ਸੁਣ ਨਹੀਂ ਸਕਦਾ ਉਹ ਤਾਂ ਉਹਨੂੰ ਜਗ੍ਹਾ ਜਗ੍ਹਾ ਨੁਕਸ ਲੱਗਦੇ ਨੇ ਉਹਦੇ ਵਿੱਚ। ਇਹ ਤਾਂ ਉਲਟੇ ਰਾਹ ਪਾ ਰਹੀ ਹੈ। ਕਹਾ ਨਾਮ ਤਾਕੋ, ਕਹਾ ਕਹਿ ਕਹਾਵੈ। ਕਹਾ ਨਾਮ ਤਾਕੋ, ਕੀ ਨਾਮ ਹੈ ਉਹਦਾ? ਕਹਾ ਕੋ ਕਹਾਵੈ, ਕਿੱਥੇ ਦਾ ਕਹਾਉਂਦਾ? ਜੇ ਉਹਨੂੰ ਪੁੱਛੇ ਤੂੰ ਕਿੱਥੇ ਦਾ, ਪਿੰਡ ਤਾਂ ਕੋਈ ਦੱਸੂਗਾ ਆਪਣਾ, ਕੀ ਐਡਰੈਸ ਦੱਸਦਾ? ਇਹ ਵੀ ਨਹੀਂ ਪਤਾ ਕਿਸੇ ਨੂੰ ਮਿਲਿਆ ਹੋਵੇ ਤਾਂ ਦੱਸੇ। ਕਹਾ ਕਹਿ ਬਖਾਨੋ, ਕਹੈ ਮੂੰਹ ਨਾ ਆਵੈ। ਫਿਰ ਤੁਸੀਂ ਦੱਸੋਗੇ ਕੀ ਬਈ? ਜੇ ਕਿਸੇ ਨੂੰ ਮਿਲਿਆ ਹੀ ਨਹੀਂ, ਪੁੱਛਿਆ ਹੀ ਨਹੀਂ, ਦੱਸਿਆ ਹੀ ਨਹੀਂ ਉਹਨੇ, ਕਹਾ ਕਹਿ ਬਖਾਨੋ, ਕਹੈ ਮੂੰਹ ਨਾ ਆਵੈ। ਜੇ ਕੋਈ ਪੁੱਛੇ ਸਾਤੇ, ਮੈਂ ਕੀ ਦੱਸਾਂ ਵੀ ਕਿੱਥੇ ਦਾ ਬਈ? ਉਹ ਕਹੇ ਮੂੰਹ ਨਾ ਆਵੇ, ਮੈਂ ਨਹੀਂ ਦੱਸ ਸਕਦਾ ਹੈ। ਜਾਂ ਮੈਨੂੰ ਪਤਾ ਹੀ ਨਹੀਂ, ਮੈਨੂੰ ਪੁੱਛਿਆ ਹੀ ਨਹੀਂ ਕਦੇ ਕਿੱਥੇ ਦਾ ਹੈ, ਪਤਾ ਹੀ ਨਹੀਂ ਕਿਸੇ ਨੂੰ ਕਿੱਥੇ ਦਾ ਹੈ, ਦੱਸੇ ਕੋਈ ਕੀ? ਮੈਂ ਵੀ ਨਹੀਂ ਦੱਸ ਸਕਦਾ ਇਹ ਗੱਲ। ਹਾਂਜੀ, ਨਾ ਰੋਗੰ ਨਾ ਸੋਗੰ ਨਾ ਮੋਹੰ ਨਾ ਮਾਤੰ। ਇਹਨਾਂ ਨੇ ਦੱਸਿਆ ਹੋਇਆ ਨਾ ਵੀ ਇਹਨੇ ਯੋਜਨਾ ਫਲਾਣੇ ਨੂੰ ਸਾਰੇ ਫੇਲ ਕਰਤੇ। ਸੱਚਖੰਡ ਵਾਲੇ ਉਹ ਜਿਹੜੀ ਬਤਾਲੀ ਨਦੀ ਵਾਲਾ, ਉਹ ਸਾਰੇ ਫੇਲ ਕਰਤਾ। ਇੱਥੇ ਐਡਰੈਸ ਜਿਹੜਾ ਦੱਸਿਆ ਹੋਇਆ ਇਹਨਾਂ ਦਾ ਉਹੀ ਕੱਟਿਆ ਇੱਥੇ। ਹਾਂ, ਨਾ ਰੋਗੰ ਨਾ ਸੋਗੰ ਨਾ ਮੋਹੰ ਨਾ ਮਾਤੰ। ਨਾ ਰੋਗ ਹੈ ਨਾ ਸੋਗ ਹੈ ਉਹਨੂੰ। ਜੇ ਰੋਗ ਹੈ ਨਹੀਂ, ਰੋਗ ਦਾ ਸੋਗ ਕਰਨ ਜਾਂਦੇ ਆਪਾਂ ਅਫਸੋਸ। ਨਾ ਮੋਹ ਹੈ, ਨਾ ਕੋਈ ਮਾਤਾ ਪਿਤਾ ਹੈ। ਨਾ ਕਰਮੰ ਨਾ ਭਰਮੰ ਨਾ ਜਨਮੰ ਨਾ ਜਾਤੰ। ਨਾ ਕੋਈ ਕਰਮ ਹੈ, ਨਾ ਕਿਸੇ ਕਿਸਮ ਦਾ ਕੋਈ ਭਰਮ ਹੈ, ਨਾ ਕੋਈ ਜਨਮ ਹੋਇਆ, ਨਾ ਕੋਈ ਸਰੀਰ ਹੈ। ਸਰੀਰ ਵੀ ਕੋਈ ਨਹੀਂ, ਜਨਮ ਵੀ ਜਨਮ ਨਹੀਂ ਹੋਇਆ, ਸਰੀਰ ਕਿੱਥੋਂ ਹੋਣਾ? ਅਦਵੈਖੰ ਅਭੇਖੰ ਅਜੂਨੀ ਸਰੂਪੇ। ਅਦਵੈਖ ਹੈ, द्वेष तो रहता है, द्वेष नहीं किसी नाल है, किसी ना बैर विरोध नहीं है। नमो एक रूपे, नमो एक रूपे, नमो एक रूपे, नमो एक रूपे। हे एक रूप वाले तेनू नमस्कार है। हे सच स्वरूप, सत स्वरूप तेनू नमस्कार है। सच एक हुंदा ना, एक रूपे का मतलब सच रूप है, सत स्वरूप है। तू आद सच है। सच हुंदा ही एक, सच दो हुंदा ही नहीं। नमो एक रूपे, नमो एक रूपे। इको रूप है तेरा, दूजा रूप होता ही नहीं। दूजा रूप माया च है। प्रेयं परा परम प्रज्ञा प्रकाशी। प्रेम परा परम प्रज्ञा प्रकाशी। परम प्रज्ञा होंदा है जिहड़ी विवेक विवेक बुद्धि कह लो, तुसी तत् ज्ञान कह लो। असल च ब्रह्म विद्या कहते हैं प्रज्ञा। ये ब्रह्म विद्या कह लेंदे ने। ब्रह्म विद्या का प्रकाश करने वाला, ब्रह्म ज्ञान का प्रकाश करने वाला, प्रज्ञा का प्रकाश करने वाला। अछेदं अछय आद अद्वय अविनाशी। अछेदम तेनू कोई छेद नहीं कर सकता। तर्क कोई ऐसा नहीं जिहड़ा तेरे ते लागू होवे। सच ते की तर्क होंदे, झूठ ते हुंदा तर्क तां। अछेदम अछय अच्छा है, आद अच्छा है, कदे मरदा नहीं, पुराना नहीं हुंदा। आद अद्वय अविनाशी। आद है तू सब दा, मुੱਢ है सब दा, सब कुछ तेरे तो पैदा होया है। अद्वय है, द्वैत है नहीं, अविनाशी है, नाश रहता है। हाँ जी। न जातं न पातं न रूपं न रंगे। न जात है कोई, न पात है, न रूप है, न रंग है। ये तो परे है तू सब। नमो आद अपंगे, नमो आद अपंगे। नमो आद अपंगे, नमो आद अपंगे। हे आद अपंगे तेनू नमस्कार है। हे आद अपंगे, अपंगे है तेनू कोई तोड़ नहीं सकता। तेरी बिरती भंग नहीं हुंदी, तेरी समाधि नहीं टुटदी, तेरी अडोलता नहीं टुटदी, अडोलता नहीं टुटदी, भंग नहीं हुंदी, अडोलता भंग नहीं हुंदी तेरी। किते कृष्ण से कीट कोटै उपाए। किते कृष्ण से कीट कोटे उपाए। किते कृष्ण बन के कीड़े करोड़ां ही पैदा कीते थे। कृष्ण बन के कीड़े करोड़ां ही पैदा कीते ने। ਉਹ ਸਾਰੇ ਗੜੇ ਫਿਰ ਮੇਟੇ ਬਣਾਏ। ਉਹ ਸਾਰੇ ਗੜੇ ਘੜੇ ਫਿਰ ਸਰੀਰ ਦਿੱਤਾ ਉਹਨਾਂ ਨੂੰ, ਫਿਰ ਮੇਟੇ ਫਿਰ ਮੇੜਤੇ ਬਣਾਏ, ਫਿਰ ਬਣਾਏ। ਇਹ ਕੰਮ ਕਰਦਾ ਹੀ ਰਹਿਣਾ ਤੂੰ, ਇਹ ਹੁੰਦਾ ਹੀ ਰਹਿੰਦਾ। ਅਗਾਧੇ ਅਭੈ ਆਦ ਅਦਵੈ ਅਵਿਨਾਸ਼ੀ। ਅਗਾਧੇ
ਅਗਾਧ ਬਹੁਤ ਹੈ, ਬੁੱਧੀ ਤੋਂ ਪਰੇ ਹੈ ਜਿਹੜਾ ਉਹਨੂੰ ਅਗਾਧ ਕਹਿੰਦੇ ਨੇ। ਕੋਈ ਬੁੱਧੀ ਐਸੀ ਨਹੀਂ ਜਿਹੜੀ ਤੈਨੂੰ ਸਮਝ ਲਵੇ, ਅੰਦਾਜ਼ਾ ਲਾ ਲਵੇ, ਅੰਦਾਜ਼ਾ ਲਾ ਲਵੇ ਤੇਰਾ। ਅਪੈ ਅਪੈ ਆਦ ਅਦਵੈ ਅਵਨਾਸ਼ੀ। ਆਦ ਹੈ, ਅਦਵੈ ਹੈ, द्वैत तो रहत है, अविनाशी है, अविनाश है। ਪ੍ਰੇਮ ਪਰਾ ਪਰਮ ਪੂਰਨ ਪ੍ਰਕਾਸ਼ੀ। ਪ੍ਰੇਮ ਪਰਾ, ਪਰੇ ਤੋਂ ਪਰੇ ਹੈ ਤੂੰ, ਕਿੰਨੀ ਦੂਰ ਹੈ ਕੋਈ ਨਹੀਂ ਦੱਸ ਸਕਦਾ। ਤੇਰਾ ਗਿਆਨ ਪਰੇ ਤੋਂ ਪਰੇ ਪਿਆ, ਤੇਰੀ ਬੁੱਧੀ ਪਰੇ ਤੋਂ ਪਰੇ ਪਿਆ ਤੂੰ। ਜਿੰਨਾ ਮਰਜੀ ਕੋਈ ਗਿਆਨ ਹਾਸਲ ਕਰ ਲਵੇ ਉਹ ਤੋਂ ਵੀ ਗਾਂ ਪਿਆ ਤੂੰ। ਪ੍ਰੇਮ ਪਰਾ ਪੂਰਨ ਪ੍ਰਕਾਸ਼ੀ, ਪਰਮ ਪੂਰਨ ਪ੍ਰਕਾਸ਼ੀ। ਪੂਰਨ ਪ੍ਰਕਾਸ਼ ਕਰ ਦੇਣ ਵਾਲੇ, ਜਿੰਨਾ ਪ੍ਰਕਾਸ਼ ਸਾਨੂੰ ਚਾਹੀਦਾ ਨਾ ਉਹਨੂੰ ਪ੍ਰਕਾਸ਼ ਤੇ ਤੋਂ ਮਿਲ ਜਾਂਦਾ। ਜਿੰਨੇ ਪ੍ਰਕਾਸ਼ ਦੀ ਲੋੜ ਹੈ, ਗਿਆਨ ਦੀ ਲੋੜ ਹੈ, ਤੇ ਤੋਂ ਮਿਲ ਜਾਂਦਾ। ਹੋਰ ਕੋਈ ਘਰ ਨਹੀਂ ਦੇਖਣਾ ਪੈਂਦਾ, ਹੋਰ ਕੋਈ ਘਰ ਦੀ, ਹੋਰ ਕਿਸੇ ਗ੍ਰੰਥ ਦੀ ਲੋੜ ਹੈ ਨਾ, ਨਾ ਤੇਰੇ ਘਰ ਸਭ ਕੁਛ ਹੈ, ਉੱਥੇ ਹੀ ਮਿਲ ਜਾਂਦਾ ਸਭ ਕੁਛ। ਹਾਂਜੀ, ਨਾ ਆਦਨ ਨਾ ਵਿਆਦਨ ਅਗਾਧਨ ਸਰੂਪੇ। ਨਾ ਆਦ ਹੈ ਕੋਈ, ਨਾ ਉਗਣਾ ਤੇਰੇ ਚ ਕੋਈ। ਆਦ ਉਗਣਾ ਦੇ ਵਿੱਚ ਆਉਂਦਾ ਨਾ ਆਦ, ਨਾ ਜੇ ਵਿਆਦਨ ਉਗਣਾ ਹੈ ਤਾਂ ਨਾ ਕੋਈ ਉਗਣ ਵੱਧਦਾ, ਵਧੂ ਤਾਂ ਹੀ ਜੇ ਉਗਣ ਹੋਊ। ਅਗਾਧਨ ਸਰੂਪੇ। ਅਗਾਧ ਸਰੂਪ, ਅਗਾਧ ਸਰੂਪ ਹੈ ਬੁੱਧੀ ਤੋਂ। ਸਰੂਪ ਤਾਂ ਹੈ ਤੇਰਾ, ਇਹ ਨਹੀਂ ਹੈ ਤੂੰ ਕੁਛ ਹੈ ਹੀ ਨਹੀਂ। ਇੰਨਾ ਕੁਛ ਕਹਿਤਾ, ਕੋਈ ਕਹਿ ਦੇਵੇ ਤਾਂ ਕੁਛ ਹੈ ਹੀ ਨਹੀਂ। ਸਰੂਪ ਹੈ ਤੇਰਾ ਸਵਯੰ ਦਾ, ਪਰ ਬੁੱਧੀ ਤੋਂ ਪਰੇ, ਅਗਾਧ ਸਰੂਪ, ਅਕਲ ਤੋਂ ਪਰੇ ਦਾ ਸਰੂਪ ਹੈ ਸਹੀ। ਜਿਹੜੀ ਮਨੁੱਖੀ ਬੁੱਧੀ ਇਸ ਵੇਲੇ ਦੀ ਹੈ ਤੋਂ ਪਰੇ ਹੈ। ਉਹ ਜਿਹੜਾ ਬੋਲ ਰਿਹਾ ਉਹਦੀ ਬੁੱਧੀ ਤੋਂ ਪਰੇ ਨਹੀਂ, ਉਹ ਤਾਂ ਦੇਖ ਕੇ ਦੱਸ ਰਿਹਾ ਨਾ। ਜਿਹੜਾ ਬੋਲ ਰਿਹਾ ਉਹ ਤੇ ਪਰੇ ਨਹੀਂ ਹੈ ਉਸ ਬੁੱਧੀ ਤੇ। ਜਿਨ੍ਹਾਂ ਨੂੰ ਦੱਸ ਰਿਹਾ ਉਹਨਾਂ ਦੀ ਬੁੱਧੀ ਤੇ ਪਰੇ, ਜਿਨ੍ਹਾਂ ਨੂੰ ਦੱਸ ਰਿਹਾ ਉਹਨਾਂ ਦੀ ਬੁੱਧੀ ਤੋਂ ਪਰੇ ਹੈ। ਜਿਹੜਾ ਦੱਸ ਰਿਹਾ ਉਹਦੀ ਬੁੱਧੀ ਤੋਂ ਪਰੇ ਨਹੀਂ ਹੈ, ਕਿ ਉਹਦੇ ਕੋਲ ਤਾਂ ਉਹਦੀ ਬੁੱਧ ਦਿੱਤੀ ਹੋਈ ਹੈ ਨਾ, ਉਹਨੂੰ ਤਾਂ ਉਹਨੇ ਆਪਣੀ ਬੁੱਧ ਦਿੱਤੀ ਹੈ ਨਾ। ਉਹ ਦੇਖ ਜੋ ਸੋ ਬੋਲਣੇ ਜੋ ਪੇਖੇ ਅੰਖੀ। ਪਰ ਜਿਨ੍ਹਾਂ ਨੂੰ ਦੱਸ ਰਿਹਾ ਉਹ ਇਹ ਕਹਿ ਰਿਹਾ ਵੀ ਮੈਂ ਜੋ ਕਹਿ ਰਿਹਾ ਠੀਕ ਕਹਿ ਰਿਹਾ, ਮਨੁੱਖੀ ਬੁੱਧੀ ਤੋਂ ਭਾਈ ਪਰਿਆ। ਤੁਹਾਡੇ ਕੋਲ ਮਨੁੱਖੀ ਬੁੱਧੀ ਹੈ ਜੀ, ਕੱਲ ਆ ਹੈ। ਅਖੰਡਤ ਪ੍ਰਤਾਪ ਆਦ ਅਛੈ ਵਿਭੂਤੇ। ਅਖੰਡਤ ਪ੍ਰਤਾਪ, ਜਿਹੜਾ ਤੇਰਾ ਪ੍ਰਤਾਪ ਹੈ ਨਾ, ਪ੍ਰਤਾਪ ਹੁੰਦਾ ਤੇਰੀ ਜਿਹੜੀ ਸੋਚ ਹੈ, ਸੋਚ ਉਹ ਖੰਡਤ ਨਹੀਂ ਹੋ ਸਕਦਾ। ਅਸੀਂ ਸੋਚਾਂ ਕਈ ਸੋਚਦੇ ਹਾਂ, ਫਿਰ ਢਾ ਦਿੰਦੇ, ਬਣਾ ਲੈਂਦੇ। ਤੇਰਾ ਕੋਈ ਪਲਾਨ ਹੈ ਜਿਹੜਾ, ਉਹਦੇ 'ਚ ਕੋਈ ਨੁਕਸ ਹੁੰਦਾ ਹੀ ਨਹੀਂ ਨਾ, ਇਸ ਕਰਕੇ ਖੰਡਨ ਨਹੀਂ ਕਰਨ ਦੀ ਲੋੜ ਪੈਂਦੀ। ਕੋਈ ਉਹਦੇ 'ਚ ਗੱਲ ਹੁੰਦੀ ਹੋਈ ਨਹੀਂ ਗਲਤ, ਇਸ ਕਰਕੇ ਖੰਡਨ ਨਹੀਂ ਕਰ ਸਕਦਾ ਕੋਈ ਉਹਨੂੰ। ਆਦ ਅਛੈ ਵਿਭੂਤੇ। ਆਦ ਅਛੈ ਵਿਭੂਤੇ। ਅਛੈ ਵਿਭੂਤੇ। ਆਦ ਹੈ ਤੂੰ ਸਭ ਦਾ ਮੋਢਾ ਹੈ। ਅਛੈ ਵਿਭੂਤੇ। ਅਛੈ, ਅਛੈ ਵਿਭੂਤੀ ਵਸਤੂ ਹੈ तो कोई विभूत वस्तु है। नाम तान है, नाम वस्तु है, पदार्थ है राम। ये नहीं है तो कुछ है ही नहीं, नाम पदार्थ है पर अछय विभूत है, नाशवंत नहीं है। न जन्मं न मरणं न बर्णं न व्याधे। न जन्म न मरण, जन्म तो परे है। न बर्णं न व्याधे। न वर्ण है कोई ਉਹਦਾ ਸਰੀਰ ਹੈ, ਕੋਈ ਉਹਦਾ ਵर्ण, ਚਾਰ ਵर्ण ਜਿਵੇਂ ਬਣਾਏ ਨੇ। ਨਾ ਵਿਆਧੇ, ਨਾ ਕੋਈ ਵਿਆਧ ਹੈ। ਆਦ ਵਿਆਧ ਹੈ ਨਾ ਕੋਈ ਉਹਦਾ ਬੰਧਨ ਹੈ। ਬੰਧਨ ਦੇ ਵਿੱਚ ਨਹੀਂ ਤੂੰ ਹੈਗਾ। ਅਖੰਡੇ ਪ੍ਰਚੰਡੇ ਅਦੰਡੇ ਅਸਾਧੇ। ਅਖੰਡ ਹੈ ਤੂੰ, ਜੋਤ ਲਗਾਤਾਰ ਜਗਦੀ ਹੈ। ਤੇਰਾ ਜਿਹੜੀ ਵਿੱਤੀ ਖੰਡ ਨਹੀਂ ਹੁੰਦੀ। ਅਖੰਡੇ ਪ੍ਰਚੰਡੇ। ਪ੍ਰਚੰਡ ਹੈ, ਇੰਨਾ ਪ੍ਰਚੰਡ ਹੈ ਤੇਰੇ ਅੰਦਰ। ਪ੍ਰਚੰਡ ਤਾਂ ਇੰਨੀ ਹੈ, ਇੰਨਾ ਗਿਆਨ ਦੀ ਰੋਸ਼ਨੀ ਹੈ। ਘੱਟ ਵੱਧਦੀ ਨਹੀਂ ਹੈਗੀ ਰੋਸ਼ਨੀ, ਕਟਾਖੜੀ ਰਹਿੰਦੀ ਹੈ। ਅਦੰਡੇ ਅਸਾਧੇ। ਅਦੰਡੇ ਅਸਾਧੇ। ਤੈਨੂੰ ਕੋਈ ਤੇਰੇ ਤੇ ਕੋਈ ਕਿਸੇ ਦਾ ਡੰਡਾ ਨਹੀਂ ਹੈ, ਤੇਰੇ ਤੇ ਕੋਈ ਹੁਕਮ ਉੱਤੇ ਨਹੀਂ ਹੈ, ਤੇਰੇ ਕੋਈ ਅਸਾਧੇ। ਅਸਾਧੇ ਤੇਰੀ ਸਾਧਨਾ ਨਾਲ ਨਹੀਂ ਤੇਰੀ ਪ੍ਰਾਪਤੀ ਹੈਗੀ। ਕੋਈ ਐਸੀ ਸਾਧਨਾ ਨਾਲ ਨਹੀਂ, ਕੋਈ ਹੋਰ ਸਾਧਨਾ ਨਾਲ ਨਹੀਂ। ਮਨ ਤਾਂ ਸਾਧਨਾ ਪੈਂਦਾ ਹੈ, ਆਪਣਾ ਮਨ ਆਪਣੇ ਆਪ ਨੂੰ ਸਾਧਨਾ ਪੈਂਦਾ, ਕੋਈ ਹੋਰ ਚੀਜ਼ ਸਾਧਨ ਹੀ ਨਹੀਂ। ਕੋਈ ਸਾਧਨਾ ਐਸੀ ਨਹੀਂ ਹੈ ਤੈਨੂੰ ਪ੍ਰਾਪਤ ਕਰਨ ਵਾਲੀ। ਨਾ ਨੇਹੰ ਨਾ ਗੇਹੰ ਸਨੇਹੰ ਨਾ ਸਾਥੇ। ਨਾ ਨੇਹੰ ਨਾ ਗੇਹੰ ਸਨੇਹੰ ਨਾ ਸਾਥੇ। ਸਨੇਹੰ ਨਾ ਸਾਥੇ। ਨਾ ਕੋਈ ਤੇਰਾ ਸਾਥੀ ਹੈ, ਨਾ ਕਿਸੇ ਸਾਥੀ ਨਾਲ ਤੇਰਾ ਸਨੇਹ ਹੈ, ਨਾ ਕੋਈ ਤੇਰਾ ਨੇਹ ਹੈ। ਕਿਤੇ ਨੇ ਬੋਧ ਦੀ ਸੈਂਸ ਵਿੱਚ ਆਉਂਦਾ। ਨਾ ਕੋਈ ਘਰ ਹੈ।
ਉਦੰਡੇ ਅਮੰਡੇ ਪ੍ਰਚੰਡੇ ਪਰਮਾਥੇ। ਉਦੰਡੇ ਪ੍ਰਚੰਡੇ ਅਮੰਡੇ ਅਮੰਡੇ ਪ੍ਰਚੰਡੇ ਪਰਮਾਥੇ। ਪ੍ਰਚੰਡੇ ਪਰਮਾਥੇ ਉਮੰਡੇ ਆ। ਤੂੰ ਸਗੋਂ ਸਾਰਿਆਂ ਤੇ ਹਕੂਮਤ ਕਰਨ ਵਾਲਾ, ਤੇਰੀ ਹਕੂਮਤ ਹੈ ਸਗੋਂ ਸਾਰਿਆਂ ਤੇ, ਤੇਰੇ ਤੇ ਕਿਸੇ ਦੀ ਹਕੂਮਤ ਨਹੀਂ। ਤੂੰ ਪ੍ਰਚੰਡ ਹੈ, ਸਾਰਿਆਂ ਨੂੰ ਤੇਜ ਹੈ, ਤੇਰਾ ਗਿਆਨ ਸਭ ਤੋਂ, ਤੇਰਾ ਸਰੂਪ ਜਿਹੜਾ ਹੈਗਾ ਰੋਬ, ਐ ਕਹਿ ਲਓ, ਤੇਰਾ ਰੋਬ ਹੈ ਸਾਰਿਆਂ ਤੇ, ਕਿਸੇ ਤੇ ਤੇਰਾ ਰੋਬ ਨਹੀਂ ਹੈ। ਤੇਰੇ ਬਾਣੇ 'ਚ ਸਾਰੇ ਨੇ, ਕਿਸੇ ਤੇ ਤੇਰਾ ਕੋਈ ਜ਼ੋਰ ਨਹੀਂ ਚੱਲਦਾ। ਨਾ ਜਾਤੇ ਨਾ ਪਾਤੇ ਨਾ ਛਤਰੇ ਨਾ ਮਿੱਤਰੇ। ਨਾ ਕੋਈ ਜਾਤ ਹੈ, ਨਾ ਪਾਤ ਹੈ, ਨਾ ਕੋਈ ਸ਼ਤਰੂ ਹੈ, ਨਾ ਮਿੱਤਰ ਹੈ। ਮਿੱਤਰ ਵੀ ਨਹੀਂ, ਕੋਈ ਸ਼ਤਰੂ ਵੀ ਨਹੀਂ, ਸਾਰੇ ਆਪਣੇ ਨੇ। ਨਾ ਕੋਈ ਜਾਤ ਹੈ, ਨਾ ਪਾਤ ਹੈ, ਨਾ ਸ਼ਤਰੂ ਹੈ, ਨਾ ਮਿੱਤਰ ਹੈ। ਸੁਭੂਤੇ ਭਵਿੱਖੇ ਭਵਾਨੇ ਅਚਿਤਰੇ। ਸੁਭੂਤੇ ਭਵਾਨੇ ਭੇਖੇ ਅਚਿਤਰੇ। ਇਹ ਤੇਰੇ ਗੁਣ ਤਿੰਨਾਂ ਕਾਲਾਂ 'ਚ ਰਹਿੰਦੇ ਨੇ, ਚੌਥੇ ਚਾਰੇ ਕਾਲਾਂ 'ਚ ਰਹਿੰਦੇ ਨੇ। ਸਮਝੋ, ਸਮਝਿਆ ਨਹੀਂ? ਹਮੇਸ਼ਾ ਇਹ ਗੁਣ ਤੇਰੇ 'ਚ ਬਣੇ ਰਹਿੰਦੇ ਨੇ। ਐ ਨਹੀਂ ਹੈਗਾ ਵੀ ਕਿਸੇ ਯੁੱਗ 'ਚ ਤੇਰੇ ਕੋਲੇ ਘਟ ਜਾਣ ਵੱਧ ਜਾਣ, ਤੇਰੇ ਤੇ ਕੋਈ ਅਸਰ ਨਹੀਂ। ਹਮੇਸ਼ਾ ਹੀ ਗੁਣ ਨੇ ਤੇਰੇ, ਹਮੇਸ਼ਾ ਇੱਕੋ ਹੀ ਰਸ ਰਹਿਣਾ ਤੂੰ। ਇਹ ਸਾਰੇ ਲਗਾਤਾਰ ਇਹੀ ਸਰੂਪ ਤੇਰਾ ਬਣਿਆ ਰਹਿੰਦਾ। ਇਹ 'ਚ ਕੋਈ ਘਾਟ ਵਾਧ ਨਹੀਂ ਹੁੰਦੀ, ਵਾਧਾ ਘਾਟਾ ਨਹੀਂ ਹੁੰਦਾ ਇਸ ਰੂਪ ਦੇ ਵਿੱਚ। ਨਾ ਰਾਇੰ ਨਾ ਰੰਕੰ ਨਾ ਰੂਪੰ ਨਾ ਰੇਖੰ। ਨਾ ਤੂੰ ਰਾਜਾ ਕੋਈ, ਨਾ ਰੰਕੰ ਨਾ ਨਾ ਰੂਪੰ ਤੂੰ ਗਰੀਬ ਹੈ, ਨਾ ਤੇਰਾ ਕੋਈ ਰੂਪ ਹੈ, ਨਾ ਰੇਖੰ। ਨਾ ਉਹਦੇ 'ਚ ਕੋਈ ਰੂਪ ਚਿੱਤਰ ਬਣਾਇਆ ਜਾ ਸਕਦਾ, ਰੇਖਾ ਖਿੱਚੀ ਜਾ ਸਕਦੀ ਹੈ। ਨਾ ਕੋਈ ਨਿਸ਼ਾਨੀ ਹੈ ਤੇਰੀ ਇਹ ਜੀ, ਨਿਸ਼ਾਨੀ ਹੋਵੇ ਵੀ ਇੱਥੇ ਦੀ ਲੰਘ ਗਿਆ ਪੈੜੇ ਸਹੀ ਉਹਦੀ। ਨਾ ਲੋਭੰ ਨਾ ਚੋਭੰ ਅਭੂਤੰ ਅਪੇਖੰ। ਨਾ ਤੇਰੇ ਅੰਦਰ ਕੋਈ ਲੋਭ ਹੈ, ਨਾ ਤੇਰੇ ਅੰਦਰ ਕੋਈ ਚਿੰਤਾ ਚੋਭ ਹੈ। ਅਭੂਤੰ ਅਪੇਖੰ। ਅਭੂਤ ਹੈ ਤੂੰ, ਅਭੂਤ ਹੈ। ਅਭੂਤਪੂਰਵ ਹੁੰਦਾ ਜਿਹਦਾ ਕੋਈ ਆਦ ਹੈ ਉਹਦੀ। ਭੂਤ ਹੁੰਦਾ ਨਾ ਪਹਿਲਾਂ ਜਿਹੜਾ ਹੋ ਚੁੱਕਿਆ। ਅਭੂਤ ਉਹ ਹੁੰਦਾ ਤੇ ਤੋਂ ਪਹਿਲਾਂ ਕੋਈ ਵੀ ਨਹੀਂ ਸੀ। ਤੂੰ ਸਭ ਤੋਂ ਅਭੂਤ ਹੈ। ਨਾ ਸ਼ਤਰੰਗ ਨਾ ਮਿਤਰੰਗ ਨਾ ਨੇਹੰਗ ਨਾ ਗੇਹੰ। ਨਾ ਛਤਰੰਗ ਨਾ ਮਿਤਰੰਗ ਨਾ ਨੇਹੰਗ ਨਾ ਗੇਹੰ। ਕਈ ਵਾਰ ਵਾਲੀ ਪੰਕਤੀ ਹੈ ਤਾਂ ਸदैवं ਸਦਾ ਸਰਬ ਸਰਵਤਰ ਸਨੇਹੰ। ਸदैवं ਸਦਾ, ਤੂੰ ਸਦਾ ਸਦਾ ਹੀ ਹੈ, ਹਮੇਸ਼ਾ ਹਮੇਸ਼ਾ ਰਹਿਣਾ। ਸਰਬ ਸਰਵਤਰ ਸਨੇਹੰ। ਸਰਬ ਦੇ ਵਿੱਚ ਹੈ, ਸਰਬ ਦੇ ਵਿੱਚ ਹਾਜ਼ਰ ਰਹਿਣਾ, ਸਾਰਿਆਂ ਦੇ ਅੰਦਰ ਹੈ, ਸਰਵਤਰ ਸਨੇਹੰ। ਸਾਰਿਆਂ ਨਾਲ ਤੇਰਾ ਸਨੇਹ ਹੈ। ਸਨੇਹ ਕਰਕੇ ਸਾਰਿਆਂ ਦੇ ਅੰਦਰ ਹੈ, ਕੋਈ ਸੀਆਈਡੀ ਕਰਨ ਵਾਸਤੇ ਨਹੀਂ ਸਾਰਿਆਂ ਦੇ ਅੰਦਰ ਹੈ। ਉਹਨਾਂ ਨੂੰ ਕੁਝ ਦੇਣ ਵਾਸਤੇ ਹੈ, ਉਹਨਾਂ ਦੀ ਮਦਦ ਕਰਨ ਵਾਸਤੇ ਹੈ, ਸਾਰਿਆਂ ਜੀਵਾਂ ਨੂੰ ਦੀ ਰੱਖਿਆ ਕਰਨ ਵਾਸਤੇ, ਮਦਦ ਕਰਨ ਵਾਸਤੇ ਉਹਨਾਂ ਦੇ ਨਾਲ ਹੈ। ਨਾ ਕਾਮੰ ਨਾ ਕ੍ਰੋਧੰ ਨਾ ਲੋਭੰ ਨਾ ਮੋਹੰ। ਨਾ ਕਾਮ, ਨਾ ਤੇਰੇ ਅੰਦਰ ਨਾ ਕੋਈ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਕੁਝ ਵੀ ਨਹੀਂ। ਅਜੋਨੀ ਅਛਾਇ ਆਦ ਅदैवं ਅਜੋਹੰ। ਅਜੋਨੀ ਹੈ ਤੂੰ, ਸदैव ਅਜੋਨੀ ਰਹਿਣਾ, ਆਦ ਤੋਂ ਲੈ ਕੇ ਅਜੋਨੀ। ਅਜੋਹੰ। ਅਜੋਹਮ, ਕੋਈ ਤੇਰੇ ਉੱਤੇ ਕਿਸੇ ਦੀ ਐ ਨਹੀਂ ਜੋ ਨਹੀਂ ਰਿਹਾ ਕੋਈ ਤੇਰੇ ਉੱਤੇ, ਕੋਈ ਜਿਵੇਂ ਕਿਸੇ ਤੇ ਕੋਈ ਵਾਰ ਕਰਨ ਦੀ ਇੱਛਾ ਰੱਖਦਾ ਹੋਵੇ, ਜੋ ਨਾ ਸਕੇ ਜਮਕਾਲ। ਤੇਰੇ ਤੇ ਕਿਸੇ ਦੀ ਦ੍ਰਿਸ਼ਟੀ ਵੀ ਹੈ ਨਹੀਂ ਵੀ ਕਿਸੇ ਵਕਤ ਮੈਂ ਇਹਦਾ ਰਾਜ ਖੋਲਾਂ। ਨਾ ਜਨਮਨ ਨਾ ਮਰਨੰ ਵਰਨੰ ਨਾ ਵਿਆਧੰ। ਕਿਸੇ ਦੀ ਨਿਗਾਹ ਨਹੀਂ ਹੈ ਤੇਰੇ ਤੇ, ਕਿਸੇ ਦੀ ਦੇਖ ਰੇਖ ਕੰਮ ਕਰਦਾ। ਨਾ ਜਨਮੰ ਨਾ ਮਰਨੰ ਨਾ ਵਰਨੰ ਨਾ ਵਿਆਧੰ। ਜਨਮ ਮਰਨ ਤੋਂ ਪਰੇ ਹੈ। ਨਾ ਰੋਗੰ ਨਾ ਸੋਗੰ ਅਭੈ ਨਿਰਭਿਖਾਦੰ। ਨਾ ਰੋਗੰ ਨਾ ਸੋਗੰ ਅਭੈ ਨਿਰਭਿਖਾਦੰ। ਅਭੈ ਨਿਰਭਿਖਾਦ ਹੈ। ਬਖਾਦ ਨਹੀਂ ਹੈ ਤੇਰੇ 'ਚ। ਬਖਾਦ ਹੁੰਦਾ ਐਵੇਂ ਝਗੜਾ ਵਧਾਈ ਜਾਣਾ, ਬਖਾਦ ਕਰਨਾ। ਝਗੜਾ ਨਹੀਂ ਵਧਾ ਰਿਹਾ, ਝਗੜੇ ਨੂੰ ਨਿਪਟਾਉਣ ਵਾਲਾ ਹੈ ਤੂੰ। ਝਗੜਾ ਵਧਾਉਣ ਵਾਲਾ ਨਹੀਂ, ਝਗੜੇ ਖਤਮ ਕਰਨ ਵਾਲਾ ਹੈ। ਅਛੇਦੰ ਅਭੇਦੰ ਅਕਰਮੰ ਅਕਾਲੰ। ਅਛੇਦੰ ਅਭੇਦੰ ਅਕਰਮੰ ਅਕਾਲੰ। ਅਛੇਦ ਅਭੇਦ ਤੋਂ ਰਹਿਤ ਹੈ, ਅਕਰਮ ਕਰਮ ਤੋਂ ਰਹਿਤ ਹੈ, ਅਕਾਲ ਹੈ ਕਾਲ ਤੋਂ ਰਹਿਤ ਹੈ। ਕਾਲ ਵੀ ਨਹੀਂ ਹੈ ਤੇਰਾ, ਤੇਰੇ ਉੱਤੇ ਕੋਈ ਕਾਲ ਸਮੇਂ ਦਾ ਅਸਰ ਨਹੀਂ ਹੈ। ਸਮੇਂ ਦਾ ਵੀ ਅਸਰ ਨਹੀਂ ਕੋਈ ਤੇਰੇ ਤੇ। ਜੋਤ ਉੱਤੇ ਸਮੇਂ ਦਾ ਅਸਰ ਹੁੰਦਾ ਹੀ ਨਹੀਂ ਹੈ। ਜੋਤ ਉੱਤੇ ਸਮੇਂ ਦਾ ਅਸਰ ਨਹੀਂ ਹੁੰਦਾ।
ਅਖੰਡੰ ਅਭੰਡੰ ਪ੍ਰਚੰਡੰ ਅਪਾਲੰ। ਅਖੰਡਾ ਹੈ, ਖੰਡਨ ਨਹੀਂ ਕਰ ਸਕਦਾ ਤੂੰ ਕੋਈ ਤੈਨੂੰ। ਅਭੰਡੰ ਸੱਚ ਨੂੰ ਕੌਣ ਖੰਡਨ ਕਰ ਦੂਗਾ? ਗੁਰਬਾਣੀ ਤੇ ਕੋਈ ਉਂਗਲੀ ਠਾਲਦਾ ਹੀ ਨਹੀਂ। ਖੰਡਨ ਤਾਂ ਕਰੇ ਨਾ ਜੇ ਕੋਈ ਝੂਠ ਹੋਵੇ। ਖੰਡਨ ਹੈ, ਖੰਡਨ। ਅਭੰਡੰ ਭੰਡ ਨਾ ਤੇਰੀ ਕੋਈ ਭੰਡ ਸਕਦਾ ਤੈਨੂੰ। ਭੰਡ ਵੀ ਕੋਈ ਬੁਰਾਈ ਨੂੰ ਸਕਦਾ ਨਾ, ਬੁਰਾਈ ਉਹ ਨਹੀਂ ਕੋਈ। ਭੰਡੀ ਕੌਣ ਕਰੂਗਾ ਤੇ? ਪ੍ਰਚੰਡੰ ਅਪਾਲੰ। ਪ੍ਰਚੰਡ ਹੈ, ਪ੍ਰਚੰਡ ਗਿਆਨ ਹੈ ਤੂੰ। ਅਪਾਲਨ ਹੈ, ਤੇਰੀ ਕੋਈ ਪਾਲਣਾ ਨਹੀਂ ਕਰਦਾ। ਕੋਈ ਰਕਸ਼ਕ ਹੋਵੇ ਤੇਰਾ ਉੱਤੇ ਵੀ, ਤੇਰਾ ਕੋਈ ਬਚਾਉਣ ਵਾਲਾ ਹੋਵੇ, ਇਹ ਵੀ ਨਹੀਂ ਹੈ। ਨਾ ਤਾਤੰ ਨਾ ਮਾਤੰ ਨਾ ਜਾਤੰ ਨਾ ਕਾਯੰ। ਕਿਤਾਤਮਾ ਤੋਂ ਕੋਈ ਨਹੀਂ ਹੈ, ਨਾ ਮਾਂ ਹੈ ਨਾ ਪਿਓ ਹੈ। ਨਾ ਜਾਤੰ ਨਾ ਕਾਯੰ। ਨਾ ਕੋਈ ਜਾਤ ਹੈ, ਸਰੀਰ ਹੈ, ਨਾ ਕਾਇਆ ਹੈ। ਕਾਇਆ ਵੀ ਨਹੀਂ ਹੈ। ਨਾ ਨੇਹੰ ਨਾ ਗੇਹੰ। ਕਾਇਆ ਕੀ ਹੁੰਦੀ ਹੈ? ਕਾਇਆ ਜਦੋਂ ਜਿਹੜੀ ਕਾਇਆ ਹੁੰਦੀ ਹੈ ਨਾ, ਇਹ ਸਰੀਰ ਵਿੱਚ ਮਾਇਆ ਦੇ ਸਰੀਰ 'ਚ ਬੁਲਾਉਣ ਵਾਲੀ ਜਿਹੜੀ ਅੰਦਰਲਾ ਸਰੀਰ ਹੈ ਕਾਇਆ, ਉਦੋਂ ਪੈਦਾ ਹੁੰਦੀ ਹੈ ਜਦੋਂ ਆ ਸਰੀਰ ਹੁੰਦਾ। ਉਹ ਕਾਇਆ ਕਰਕੇ ਹੀ ਇਹ ਅੱਧਾ ਰਹਿ ਜਾਂਦਾ ਹੈ। ਜਿਹੜੀ ਕਾਇਆ ਰਲਦੀ ਹੈ ਉਹੀ ਰਲਦੀ ਹੈ ਸਰੀਰ ਦੇ ਵਿੱਚ, ਮਿੱਟੀ ਦੇ 'ਚ। ਉਹ ਜਿਹੜਾ ਮਨ ਕੱਢਿਆ ਨਾ, ਕਾਇਆ ਰੂਪ ਹੈ ਮਨ, ਜਿਹੜਾ ਸਰੀਰ 'ਚ ਰਲਿਆ, ਉਸੇ ਨੂੰ ਕਾਇਆ ਕਹਿੰਦੇ ਨੇ। ਉਹਦੀ ਕਾਇਆ ਕਿੱਥੋਂ ਹੋਣੀ ਹੈ? ਜਦ ਕਾਇਆ ਤਾਂ ਹੋਵੇ ਨਾ ਜੇ ਸਰੀਰ ਧਾਰਨਾ ਹੋਵੇ। ਜੇ ਸਰੀਰ ਜਨਮ ਨਹੀਂ ਲੈਣਾ ਤਾਂ ਕਾਇਆ ਹੈ ਨਹੀਂ। ਉਦੋਂ ਕਾਇਆ ਵਿੱਚ ਸਮਾਈ ਰਹਿੰਦੀ ਹੈ। ਨਾ ਨੇਹੰ ਨਾ ਗੇਹੰ ਨਾ ਭਰਮੰ ਨਾ ਭਾਯੰ। ਨਾ ਨੇਹ ਹੈ, ਨਾ ਗੇ ਹੈ, ਘਰ ਹੈ, ਨਾ ਭਰਮ ਹੈ, ਨਾ ਭਾਯੰ। ਨਾ ਭੈ ਹੈ ਕੋਈ। ਭਰਮ ਜਿੱਥੇ ਭਰਮ ਹੋਊ ਤੇ ਭੈ ਨਾਲ ਹੋਊ। ਜੇ ਭਰਮ ਆ ਗਿਆ ਪੈ ਨਾਲੇ ਆ ਜਾਂਦੀ। ਨਾ ਰੂਪੰ ਨਾ ਭੂਪੰ ਨਾ ਕਾਯੰ ਨਾ ਕਰਮੰ। ਨਾ ਰੂਪ ਹੈ ਕੋਈ, ਨਾ ਤੂੰ ਕੋਈ ਰਾਜਾ ਹੀ ਹੈ। ਕੋਈ ਵੀ ਰਾਜਾ ਹੀ ਹੈ, ਰਾਜਾ ਵੀ ਨਹੀਂ ਹੈ ਕੋਈ। ਹਕੂਮਤ ਨਹੀਂ ਕਰਦਾ ਇਸ ਤਰੀਕੇ ਨਾਲ ਜਿਵੇਂ ਰਾਜੇ ਕਰਦੇ ਨੇ। ਐ ਜਾਨੀ ਵਿਸ਼ਨੂੰ ਬਣਾਇਆ ਨਾ ਇਹਨਾਂ ਨੇ, ਵਿਸ਼ਨੂੰ ਬਣਾਇਆ ਹੋਇਆ, ਐਸਾ ਨਹੀਂ ਹੈ ਕੋਈ ਰਾਜਾ ਨਹੀਂ ਹੈ। ਨਾ ਕਾਯੰ ਨਾ ਕਰਮੰ। ਨਾ ਕੋਈ ਕਾਇਆ ਸਰੀਰ ਹੈ ਤੇਰਾ। ਚਲੋ ਕਾਇਆ ਉਹ ਦੂਆ ਸਰੀਰ ਵੀ ਹੁੰਦਾ ਨਾ ਇਹਨਾਂ ਦਾ, ਜਿਵੇਂ ਦੇਵਤਿਆਂ ਦੇ ਸਰੀਰ ਕਹਿੰਦੇ ਨੇ ਹੁੰਦੇ, ਦੇਵ ਲੋਕ ਵਾਲੇ, ਉਹ ਕਾਇਆ, ਉਹ ਵੀ ਨਹੀਂ ਹੈ ਕਾਇਆ। ਨਾ ਕਰਮੰ। ਨਾ ਕੋਈ ਕਰਮ। ਨਾ ਤਰਾਸੰ ਨਾ ਪ੍ਰਾਸੰ ਨਾ ਭੇਦੰ ਨਾ ਭਰਮੰ। ਨਾ ਤਰਾਸ ਹੈ ਤੈਨੂੰ ਕੋਈ, ਤਰਾਸ ਚਿੰਤਾ ਹੁੰਦੀ ਹੈ। ਨਾ ਪ੍ਰਾਸੰ। ਨਾ ਪ੍ਰਾਸ, ਨਾ ਪਰਿਸ਼ਰਮ ਕਰਨ ਦੀ ਲੋੜ ਹੈ ਤੈਨੂੰ। ਨਾ ਭੇਦੰ ਨਾ ਭਰਮੰ। ਨਾ ਤੈਨੂੰ ਕੋਈ ਭੇਜ ਸਕਦਾ, ਨਾ ਕੋਈ ਭਰਮ ਹੈ। ਸदैवੰ ਕਾਇਆ ਹੋਊਗੀ ਤਾਂ ਉਹਨੂੰ ਕੁਝ ਕਰਨਾ ਪਊਗਾ, ਪਰਿਸ਼ਰਮ। ਕਾਇਆ ਹੋਊ ਤਾਂ ਕੋਈ ਨਾ ਕੋਈ ਕਰਨਾ ਪਊਗਾ, ਪਰਿਸ਼ਰਮ ਕਰਨਾ ਪਊਗਾ। ਸदैवੰ ਸਦਾ ਸਿੱਧ ਬ੍ਰਿਧੰ ਸਰੂਪੇ। ਸਦਾਇਵੰ ਸਦਾ ਸਿੱਧ ਬ੍ਰਿਧੰ ਸਰੂਪੇ। ਕੀ ਹੈ? ਸਦਾ ਹੀ ਤੂੰ ਬੁੱਧੀ ਨੂੰ ਪ੍ਰਚੰਡ ਕਰਨ ਵਾਲਾ। ਸਦਾ ਹੀ ਮਨੁੱਖੀਆਂ ਦੀ ਬੁੱਧੀ ਨੂੰ, ਜੀਵਾਂ ਦੀ ਬੁੱਧੀ ਨੂੰ ਰੋਸ਼ਨ ਕਰਨ ਵਾਲਾ। ਸਿੱਧ ਹੁੰਦਾ ਸੋਝੀ, ਬ੍ਰਿਧੰ ਵਾਧਾ ਕਰਨਾ ਸੋਝੀ ਚ। ਸਰੂਪ ਹੈ ਤੂੰ। ਇਹਨਾਂ ਦਾ ਗਿਆਨ ਜਿਹੜਾ ਨਾ, ਸੰਸਾਰੀ ਜੀਵ ਜਿੰਨੇ ਵੀ ਹੈਗੇ ਸਾਰਿਆਂ ਦੇ ਵਿੱਚ ਵਾਧਾ ਕਰਨ ਵਾਲਾ ਹੀ ਹੈ ਹਮੇਸ਼ਾ। ਨਮੋ ਏਕ ਰੂਪੇ ਨਮੋ ਏਕ ਰੂਪੇ। ਨਮੋ ਏਕ ਰੂਪੇ ਨਮੋ ਏਕ ਰੂਪੇ। ਏਕ ਰੂਪੇ ਤੈਨੂੰ ਨਮਸਕਾਰ ਹੈ। ਏਕ ਰੂਪੇ ਤੈਨੂੰ ਨਮਸਕਾਰ ਹੈ। ਨਿਰੁਕਤੰ ਪ੍ਰਭਾ ਆਦ ਅਨੁਕਤੰ ਪ੍ਰਤਾਪੇ। ਨਿਰੁਕਤੰ ਪ੍ਰਭਾ, ਪ੍ਰਭਾ ਤੇਰਾ ਐਸਾ ਹੈ ਕਿ ਰੋਕਿਆ ਨਹੀਂ ਜਾ ਸਕਦਾ। ਜੇ ਕਿਸੇ ਨੂੰ ਕੋਈ ਚੀਜ਼ ਦਵੇ ਤਾਂ ਕੋਈ ਰੋਕ ਨਹੀਂ ਸਕਦਾ। ਜੋ ਤੂੰ ਕਰਦਾ ਉਹਨੂੰ ਕੋਈ ਰੋਕ ਨਹੀਂ ਸਕਦਾ। ਨਿਰੁਕਤ ਪ੍ਰਭਾ, ਪ੍ਰਭਾ ਐਸਾ ਹੈ, ਰੁਕਦਾ ਨਹੀਂ। ਪ੍ਰਭਾ ਨਿਰੁਕਤ ਪ੍ਰਭਾ ਆਦ ਅਨੁਕਤਮ ਪ੍ਰਭਾ ਤੇਰੀ ਜੋਤ ਹੈ ਨਾ, ਜੋਤ ਤੇਰੀ ਜੋਤ ਹੈ। ਜੇ ਕਿਸੇ ਨੂੰ ਗਿਆਨ ਦੇਣਾ ਉਹਨੇ ਕੀ ਹੈ? ਵਸਤੂ ਤਾਂ ਦੇਣੀ ਨਹੀਂ ਕੋਈ। ਤੇਰੀ ਪ੍ਰਭਾ ਹੈ, ਉਹ ਕੋਈ ਉਹਦੇ ਮੂਹਰੇ ਕੁਛ ਉਹਨੂੰ ਭਰਮ ਜਾਂ ਕੋਈ ਚੀਜ਼ ਰੋਕ ਨਹੀਂ ਸਕਦੀ। ਕੋਈ ਐਸਾ ਚੀਜ਼ ਨਹੀਂ ਬਣੀ ਉਹਨੂੰ ਰੋਕ ਲਵੇ। ਆਦ ਅਨੁਕਤਮ ਪ੍ਰਤਾਪੇ। ਅਨੁਕਤਮ ਪ੍ਰਤਾਪੇ, ਪ੍ਰਤਾਪ ਤੇਰਾ ਕੀ ਹੈ? ਅਨੁਕਤੀ ਹੈ। ਉਕਤੀ ਹੁੰਦੀ ਹੈ ਤੇਰੇ 'ਚ ਕੋਈ ਗਲਤੀ ਨਹੀਂ ਹੋ ਸਕਦੀ। ਤੇਰੇ ਤੋਂ ਗਲਤੀ ਨਹੀਂ ਹੋ ਸਕਦੀ ਕੋਈ। ਤੇਰੇ ਤੋਂ ਤੂੰ ਗਲਤੀ ਤੋਂ ਰਹਿਤ ਹੈ। ਤੇ ਤੋਂ ਕੋਈ ਗਲਤ ਕੰਮ ਨਹੀਂ ਕਰਾ ਸਕਦਾ। ਨਾ ਭੁੱਲੇ ਕਿਸੇ ਦਾ ਭੁਲਾਇਆ। ਭੁੱਲ ਨਹੀਂ ਹੋ ਸਕਦੀ ਤੇਰੇ ਤੋਂ ਕੋਈ। ਉੱਥੇ ਭੁੱਲ ਹੈ ਹੀ ਨਹੀਂ ਕੋਈ। ਨਾਮਦੇਵ ਵੀ ਕਹਿੰਦਾ ਖਤਾ ਹੀ ਨਹੀਂ ਹੁੰਦੀ ਉੱਥੇ, ਕੋਈ ਖਤਾ ਹੋ ਹੀ ਨਹੀਂ ਸਕਦੀ।
ਖੌਫ ਕੋਈ ਹੈ ਨਹੀਂ, ਖਤਾ ਕੋਈ ਹੈ ਨਹੀਂ, ਤਰਸ ਹੈ ਨਹੀਂ, ਉੱਥੇ ਚਿੰਤਾ ਹੈ ਨਹੀਂ, ਜ਼ਵਾਲ ਹੈ ਨਹੀਂ। ਜ਼ਵਾਲ ਦੀ ਚਿੰਤਾ ਹੁੰਦੀ ਹੈ, ਥੱਲੇ ਸੀਟ ਥੱਲੇ ਹੋ ਜਾਣੀ। ਅਜੁਕਤੰ ਅਛੈ ਆਦ ਅਵਿਕਤੇ ਅਥਾਪੇ। ਅਜੁਕਤਮ ਅਛੈ ਅਛੈ ਆਦ ਅਵਿਕਤੇ ਅਥਾਪੇ। ਆਦ ਅਵਿਕਤੇ ਅਥਾਪੇ। ਆਦ ਤੋਂ ਲੈ ਕੇ ਜਿਹੜੇ ਅਥਾਪੇ ਜਿਹੜੇ ਅਥਾਪੇ ਨੇ, ਜਿਹੜੇ ਨਹੀਂ ਟਿਕੇ ਹੋਏ, ਉਹਨਾਂ ਨੂੰ ਟਿਕਾਉਂਦਾ ਰਹਿੰਦਾ। ਵਿਭੁਕਤੰ ਅਛੈ ਆਦ ਅਛੈ ਸਰੂਪੇ। ਵਿਭੁਕਤਮ ਅਛੈ ਅਛੈ ਆਦ ਅਛੈ ਸਰੂਪੇ। ਆਦ ਅਛੈ ਸਰੂਪੇ। ਆਦ ਸਰੂਪ ਹੈ, ਅਛੈ ਸਰੂਪ ਹੈ ਤੂੰ। ਵਿਭੁਕਤ ਹੈ, ਨਮੋ ਏਕ ਰੂਪੇ ਨਮੋ ਨਮੋ ਏਕ ਰੂਪੇ, ਨਮੋ ਏਕ ਰੂਪੇ।